ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਉਹੀ ਪ੍ਰੋਗਰਾਮ ਜਿਹੜਾ ਕਿ ਰੋਜ਼ ਅਸੀਂ ਕਰੀਦਾ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਹਾਂ, ਇਹਦੇ 'ਚ ਗੱਲਾਂ ਥੋੜ੍ਹੀਆਂ ਬਦਲ ਜਾਂਦੀਆਂ ਨੇ ਕਿਉਂਕਿ ਖਬਰਾਂ ਬਦਲ ਜਾਂਦੀਆਂ ਨੇ। ਅੱਜ ਵੀ ਖਬਰਾਂ ਬਦਲੀਆਂ ਨੇ, ਬੰਦੇ ਤਾਂ ਉਹੀ ਨੇ ਪਰ ਬਿਆਨ ਉਹਨਾਂ ਦੇ ਬਦਲ ਗਏ ਨੇ। ਉਹ ਸਾਰੀਆਂ ਗੱਲਾਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ। ਨਾਲ ਪਰਮਵੀਰ ਬਾਰਡਰ ਨਹੀਂ ਹੋ ਵਟਸਐਪ। ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਬਲ ਆਨੰਦ ਜੀ, ਪੂਰੀਆਂ ਮਤਲਬ ਜਿੰਨੀਆਂ ਹੋਣੀਆਂ ਚਾਹੀਦੀਆਂ। ਸੋ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਸਮੇਂ ਮੁਤਾਬਕ ਆ ਗਏ ਹਾਂ ਜੀ। ਟਾਈ ਟੂਈ ਅੱਜ ਮੈਂ ਲਾਈ ਨਹੀਂ ਗਈ, ਤੇ ਕੱਲ ਮੈਂ ਲਾਈ ਸੀ, ਹੁਣ ਮੈਂ ਕੱਲ ਨੂੰ ਫਿਰ ਲਾਵਾਂਗਾ ਟਾਈ। ਠੀਕ ਹੈ ਨਾ? ਹਾਂ, ਨਹੀਂ ਇਹ ਜ਼ਰੂਰੀ ਹੈ ਕਿਉਂਕਿ ਤਬਦੀਲੀ ਬਹੁਤ ਜ਼ਰੂਰੀ ਹੈ। ਤਬਦੀਲੀ ਨਾ ਹੋਵੇ ਤਾਂ ਕੰਮ ਖਰਾਬ ਹੋ ਜਾਂਦਾ। ਮਤਲਬ ਅਦ੍ਰਿਸ਼ ਟਾਈ ਜਿਹੜੀ ਕੱਲ੍ਹ ਲਾਈ ਸੀ ਉਹਦੀ ਗੱਲ ਕਰ ਰਹੇ ਹਾਂ। ਵੈਸੇ ਤੁਹਾਨੂੰ ਪਤਾ ਹੀ ਮੈਂ ਟਾਈ ਲਾਉਂਦਾ ਨਹੀਂ। ਅੱਛਾ, ਵਟਸਐਪ ਗੱਲ ਇਹ ਆ ਵੀ ਪਹਿਲਾਂ ਆਪਾਂ ਦੇਖਦੇ ਸੁਣਦੇ ਹੁੰਦੇ ਸੀ ਵੀ ਖਿਡਾਰੀਆਂ ਨੇ ਇਨਾਮ ਜਿੱਤੇ, ਐਲਾਨ ਹੋਇਆ, ਉਦੋਂ ਬਾਅਦ ਖਬਰ ਨਹੀਂ ਸੀ ਆਉਂਦੀ ਹੁੰਦੀ ਕੁਛ ਵੀ। ਫਿਰ ਮੁੜ ਕੇ ਵਾਹਵਾ ਚਿਰ ਬਾਅਦ ਚੇਤਾ ਆਉਂਦਾ ਸੀ ਵੀ ਖਿਡਾਰੀਆਂ ਨੇ ਕਿਹਾ ਕਿ ਸਾਡੇ ਮਹਾਰਾਜ ਜਿਹੜੇ ਇਨਾਮ ਅਨਾਊਂਸ ਕੀਤੇ ਸੀ ਉਹ ਦੇ ਦਿਓ ਮਹਾਰਾਜ। ਪਰ ਹੁਣ ਆ ਕਾਮਨਵੈਲਥ ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਗਏ ਸੀ, ਜਿਹੜੇ ਉਹਨਾਂ ਨੇ ਉੱਥੇ ਆਪਣਾ ਪ੍ਰਦਰਸ਼ਨ ਕੀਤਾ ਚੰਗਾ, ਉਹਨਾਂ ਦੇ ਲਈ ਇੱਧਰੋਂ ਐਲਾਨ ਹੋਇਆ ਕਿ ਵੀ ਜਦੋਂ ਆਉਣਗੇ ਜੀ ਉਹਨਾਂ ਦਾ ਸਨਮਾਨ ਹੋਊਗਾ, ਨਗਦ ਰਾਸ਼ੀ ਦਿਆਂਗੇ। ਮੁੱਖ ਮੰਤਰੀ ਸਾਹਿਬ ਨੇ ਜਾਂ ਖੇਡ ਮੰਤਰੀ ਸਾਹਿਬ ਨੇ ਉਹਨਾਂ ਨੂੰ ਸੱਦਿਆ, ਸਨਮਾਨ ਵੀ ਕੀਤਾ, ਨਗਦ ਰਾਸ਼ੀ ਵੀ ਦਿੱਤੀ ਹੈ। ਮੈਂ ਨਾ ਵੀ ਚੰਗੀ ਗੱਲ ਹੈ ਵੀ ਚਲੋ ਟਾਈਮ ਨਾਲ ਜਿਹੜਾ ਕੰਮ ਹੋ ਗਿਆ ਉਹ ਹੋ ਗਿਆ, ਐਲਾਨ ਹੀ ਨਹੀਂ ਰਹਿ ਗਿਆ। ਨਹੀਂ, ਬਹੁਤ ਜ਼ਰੂਰੀ ਹੈ ਜੀ। ਕਾਮਨਵੈਲਥ ਖੇਡਾਂ ਹੋਈਆਂ ਕਿਉਂਕਿ ਪਹਿਲੀ ਗੱਲ ਹੈ ਕਿ ਪਿੰਡ ਦੀ ਕਬੱਡੀ ਟੀਮ ਦੇ ਵਿੱਚ ਹੀ ਆਪਣੀ ਹਿੱਸੇਦਾਰੀ ਬਣਾਉਣੀ ਹੋਵੇ ਤਾਂ ਕਈ ਵਾਰੀ ਔਖਾ ਲੱਗਦਾ ਹੁੰਦਾ। ਮੇਰੇ ਵਰਗੇ ਨੂੰ ਅਗਲੇ ਸਪੇਅਰ ਹੀ ਰੱਖਦੇ ਆ ਕਿ ਨਾਲ ਆਉਣਾ ਤਾਂ ਆ ਜਾ, ਇਨਾਮ ਦੇ ਵਿੱਚੋਂ ਇੱਕ ਅੱਧਾ ਹੀ ਬਨੈਣ ਤੈਨੂੰ ਦੇ ਦਿਆਂਗੇ, ਜੇ ਕੱਪ ਪਲੇਟਾਂ ਮਿਲੀਆਂ ਤਾਂ ਕੱਪ ਵੀ ਦੇ ਦਿਆਂਗੇ, ਪਰ ਜੱਫੇ ਲਾਉਣ ਨੂੰ ਨਹੀਂ ਤੈਨੂੰ ਰੱਖਣਾ ਕਿਉਂਕਿ ਉਹ ਫਿਰ ਮਾੜੇ ਬੰਦੇ ਨੂੰ ਦੇਖ ਕੇ ਹੱਥ ਲਾ ਜਾਂਦੇ ਆ। ਜਾਂ ਪਾਣੀ ਦਾ ਜੱਗ ਦੇ ਦੇਣਾ, ਪਾਣੀ ਦਾ ਜੱਗ ਦੇ ਦੇਣਗੇ, ਪਲਾਈ ਜਾਣਾ ਪਾਣੀ, ਜਾਣੀ ਤੂੰ ਗਲਾਸ ਮੂਹਰੇ ਜੱਗ ਮੂਹਰੇ ਰੱਖਣਾ। ਫਿਰ ਬੰਦੇ ਨੇ ਬਲਾਕ ਪੱਧਰ 'ਤੇ, ਸਕੂਲ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ ਸੂਬੇ ਦੀ ਟੀਮ ਦਾ ਵੀ ਹਿੱਸਾ ਬਣਨਾ ਹੋਵੇ ਤਾਂ ਬਹੁਤ ਮਿਹਨਤ ਲੱਗਦੀ ਹੈ। ਇਹ ਸਾਰੇ ਖਿਡਾਰੀ ਉਹ ਨੇ ਜਿਹੜੇ ਪੰਜਾਬ ਤੋਂ ਉੱਠੇ। ਖੇਡਾਂ ਦੇ ਹਾਲਾਤ ਆਪਾਂ ਨੂੰ ਪਤਾ ਹੀ ਆ ਸੂਬੇ 'ਚ ਕਿੱਦਾਂ ਦੇ ਨੇ। ਭਾਰਤ ਦੀ ਟੀਮ ਦਾ ਹਿੱਸਾ ਬਣੇ ਅਤੇ ਕਾਮਨਵੈਲਥ ਖੇਡਾਂ ਜਿੱਥੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਵਰਗੇ ਖਿਡਾਰੀਆਂ ਦੇ ਨਾਲ ਲੂਹਾ ਲੈਣਾ, ਮੱਥਾ ਲਾਉਣਾ ਸੁਖਾਲਾ ਤਾਂ ਨਹੀਂ। ਜਿੱਤੇ ਦੇਸ਼ ਦਾ ਝੰਡਾ ਉੱਚਾ ਹੋਇਆ, ਉੱਥੇ ਕੋਈ ਮਾੜੀ ਮੋਟੀ ਗੱਲ ਨਹੀਂ। ਵਾਪਸ ਪਰਤੇ ਆ ਅਤੇ ਆਉਂਦਿਆਂ ਨੂੰ ਹੀ ਜੇ ਆਪਾਂ ਦੂਜੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਤਾਂ ਪਸੀਨਾ ਸੁੱਕਣ ਤੋਂ ਪਹਿਲਾਂ 9 ਕਰੋੜ ਤੇ 30 ਲੱਖ ਰੁਪਈਆ ਉਹਨਾਂ ਨੂੰ ਜਿਹੜਾ ਉਹ ਦਿੱਤਾ। ਅਤੇ 9 ਕਰੋੜ 30 ਲੱਖ ਜਦੋਂ ਇਹਨਾਂ ਖਿਡਾਰੀਆਂ ਨੂੰ ਵੰਡ ਦਿੱਤਾ ਅਤੇ ਉਹਦੇ ਤੋਂ ਇੱਕ ਚੰਗੀ ਗੱਲ ਹੋਰ ਕੀਤੀ ਹੈ। 5-5 ਲੱਖ ਰੁਪਈਆ ਹਰ ਪੰਜਾਬ ਦੇ ਉਸ ਖਿਡਾਰੀ ਨੂੰ ਦਿੱਤਾ ਜਿਹੜਾ ਕਾਮਨਵੈਲਥ ਖੇਡਾਂ ਦੇ ਵਿੱਚ ਹਿੱਸਾ ਲੈਣ ਗਿਆ, ਭਾਵੇਂ ਜਿੱਤ ਨਹੀਂ ਸਕਿਆ। ਮੈਂ ਗੱਲ ਇਸ ਕਰਕੇ ਇੱਥੋਂ ਸ਼ੁਰੂ ਕੀਤੀ ਸੀ ਕਿ ਟੀਮ ਦਾ ਹਿੱਸਾ ਹੀ ਬਣਨਾ ਬਹੁਤ ਵੱਡੀ ਗੱਲ ਹੈ। ਜਿੱਤ ਹੋਇਆ ਨਹੀਂ ਹੋਇਆ ਇੱਕ ਵੱਖਰੀ ਗੱਲ ਹੈ, ਅਤੇ ਸਰਕਾਰ ਇਸ ਗੱਲ ਦੇ ਲਈ ਵਧਾਈ ਦੀ ਪਾਤਰ ਹੈ। ਪਰ ਦੂਸਰੀ ਗੱਲ, ਮੀਤ ਹੇਰ ਹੋਰੀ ਉੱਥੇ ਸੀ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਹੁਣ ਯੋਜਨਾਬੰਦੀ ਪੂਰੀ ਕਰ ਲੈਣੀ ਹੈ। ਵੈਸੇ ਵੀ ਉਹ ਟੂਰਨਾਮੈਂਟ ਆ ਰਿਹਾ, ਪੰਜਾਬ ਦੀਆਂ ਜਿਹੜੀਆਂ ਖੇਡਾਂ 1 ਮਹੀਨਾ ਚੱਲਣੀਆਂ, ਉਹਦੇ ਪ੍ਰਬੰਧ ਹੋ ਗਏ, ਕਮੀਆਂ ਵੀ ਰਹਿਣਗੀਆਂ, ਪਰ ਰਿਜ਼ਲਟ ਅੰਤ ਚੰਗਾ ਹੋਵੇ, ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ। ਪਰ ਅਸੀਂ ਮੀਤ ਹੇਰ ਹੋਰਾਂ ਨੂੰ ਇੱਕ ਗੱਲ ਦੀ ਬੇਨਤੀ ਕਰਦੇ ਹਾਂ ਕਿ ਭਾਈ ਜਦੋਂ ਨਵਾਂ ਘਰ ਲਈਏ, ਨਵਾਂ ਘਰ ਜਾਂ ਪੁਰਾਣਾ ਵੀ ਨਵੇਂ ਆਪਣੇ ਕੋਲੇ ਨਵਾਂ ਹੀ ਹੁੰਦਾ, ਭਾਵੇਂ ਪੁਰਾਣਾ ਹੀ ਹੋਵੇ, ਉਹਦੇ ਵਿੱਚ ਮਾੜਾ ਮੋਟਾ ਦੇਖਣਾ ਪੈਂਦਾ, ਕਿਤੇ ਕੋਈ ਮੇਖ ਤਾਂ ਨਹੀਂ ਨਿਕਲੀਓ, ਕਿਤੇ ਕੋਈ ਚੀਜ਼ ਹਿਲਦੀ ਤਾਂ ਨਹੀਂ, ਕੋਈ ਪਰਦਾ ਡਿੱਗਣ ਵਾਲਾ ਤਾਂ ਨਹੀਂ। ਅਸੀਂ ਉਹ ਸਾਰਾ ਕੁਝ ਫਿੱਟ ਕਰਦੇ, ਕਹਿੰਦੇ ਇੱਕ ਵਾਰੀ ਚੰਗੀ ਤਰ੍ਹਾਂ ਹੱਥ ਭਰਾ ਲਈਏ। ਤੁਹਾਨੂੰ ਪਿਛਲੀ ਸਰਕਾਰ ਨੇ ਬਹੁਤ ਕੁਝ ਦਿੱਤਾ ਹੋਊਗਾ, ਤੁਸੀਂ ਉਹਨਾਂ ਦੇ ਕੀਤੇ ਹੋਏ ਫੈਸਲੇ ਜਾਂ ਉਹਨਾਂ ਦੇ ਰੱਖੇ ਨੀਂਹ ਪੱਥਰਾਂ ਦੇ ਉਦਘਾਟਨ ਵੀ ਕਰਨੇ ਆ। ਜੇ ਉਹ ਕਰਨੇ ਆ ਤਾਂ ਤੁਸੀਂ ਉਹਨਾਂ ਦੀਆਂ ਗਲਤੀਆਂ ਵੀ ਦਰੁਸਤ ਕਰਨੀਆਂ। ਓਲੰਪਿਕ ਖੇਡ ਕੇ ਸਾਡੇ ਹਾਕੀ ਦੇ ਖਿਡਾਰੀ ਆਏ ਸੀ, ਵਿੱਚੋਂ ਬਹੁਤੇ ਪੰਜਾਬ ਦੇ ਸੀ। ਉਹਨਾਂ ਨੂੰ ਵੈਸੇ ਮੈਨੂੰ ਚੇਤਾ, ਕੈਪਟਨ ਸਾਹਿਬ ਨੇ ਉਹ ਕੱਪੜਾ ਜਿਹਾ ਬੰਨਿਆ ਸੀ ਜਿਹੜਾ ਰਸੋਈ ਦੇ ਵਿੱਚ ਬੰਨੀ ਦਾ, ਅਤੇ ਉਦੋਂ ਉਹ ਆਪ ਕੜਛੀ ਕੁੜਛੀ ਫੇਰਦੇ ਸੀ। ਕਹਿੰਦੇ ਉਦੋਂ ਬਾਅਦ 'ਚ ਉਹਨੇ ਕਿਹਾ ਮੈਂ ਹੁਣ ਖਾਂਦਾ ਤਾਂ ਨਹੀਂ ਬਹੁਤਾ, ਪਰ ਮੈਨੂੰ ਬਣਾਉਣ ਦਾ ਸ਼ੌਕ ਹੈ। ਉਹਨਾਂ ਨੇ ਰੋਟੀ ਵੀ ਖਵਾਈ ਸੀ, ਹੋ ਸਕਦਾ ਨਕਦ ਇਨਾਮ ਵੀ ਦਿੱਤੇ ਹੋਣ, ਪਰ ਜਿਹੜਾ ਨੌਕਰੀਆਂ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਸੀ ਕਰ ਸਕੇ। ਫੋਟੋ ਵਾਹਵਾ ਖਿਚਾਈਆਂ ਸੀ। ਕੋਈ ਗੱਲ ਨਹੀਂ, ਪਿਛਲਿਆਂ ਨੇ ਨਹੀਂ ਕੀਤਾ, ਸਾਲ ਹੋ ਗਿਆ, ਖਿਡਾਰੀਆਂ ਦਾ ਤਾਂ ਕੋਈ ਕਸੂਰ ਨਹੀਂ। ਮੀਤ ਹੇਰ ਸਾਹਿਬ ਤੁਸੀਂ ਲੱਗਦੇ ਹੱਥ ਉਹਨਾਂ ਖਿਡਾਰੀਆਂ ਨਾਲ ਕਰੀ ਮੁਲਾਕਾਤ ਕਰੋ, ਪਿੱਠ 'ਤੇ ਥਾਪੀ ਦਿਓ, ਉਹਨਾਂ ਦੇ ਮਾਣ ਨੇ ਆਪਣਾ, ਅਤੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਕਾਨੂੰਨ ਦੇ ਮੁਤਾਬਕ ਜਿਹੜੀ ਨੌਕਰੀ ਦਿਓ, ਯੋਗ ਨੇ ਨੌਕਰੀਆਂ ਦਿਓ, ਮਾਣ ਨਾ। ਨਹੀਂ, ਉਹ ਜ਼ਿਆਦਾ ਵਧੀਆ ਜੀ। ਦੇਖੋ, ਇੱਕ ਗੱਲ ਤਾਂ ਇਹਨਾਂ ਨੇ ਜਿਹੜੀ ਗੱਲ ਵਧੀਆ ਕਰ ਲਈ ਹੋਈ ਆ ਵੀ ਜਿੱਦਾਂ ਤੁਸੀਂ ਕਿਹਾ ਨਾ ਵੀ ਆਪਾਂ ਹੁਣ ਉਹਨੂੰ ਇੱਕ ਹੋਰ ਦੇਸੀ ਉਦਾਹਰਨ ਦੇ ਲੈਂਦੇ ਵੀ ਇੱਕ ਹੁੰਦਾ ਵੀ ਨਾਲ ਮਤਲਬ ਗੱਡੇ ਦੇ ਅੱਗੇ ਜੋ ਆ ਬੌਲ ਦਾ, ਇੱਕ ਹੁੰਦਾ ਵੀ ਨਾਲ ਉਹਨੂੰ ਪਿੱਛੇ ਹੌਲੀ ਨਵੇਂ ਬੈਠ ਕੇ ਉਹਨੂੰ ਤੋਰਨਾ ਸ਼ੁਰੂ ਕਰ ਦੇਣਾ, ਜਿਹਨੂੰ ਹੌਲੀ ਆਦਤ ਪਵੇ। ਹੁਣ ਜਿਹੜੇ ਨਵੇਂ ਖਿਡਾਰੀ ਨੇ, ਜੇ ਉਹਨਾਂ ਦਾ ਮਾਣ ਸਨਮਾਨ ਵੀ ਕੀਤਾ ਵੀ ਹਾਂ ਯਾਰ ਤੁਸੀਂ ਟੀਮ ਦਾ ਹਿੱਸਾ ਬਣੇ, ਅਤੇ ਕੱਲ੍ਹ ਨੂੰ ਇਹ ਵੀ ਲੱਗੂਗਾ ਵੀ ਯਾਰ ਮੈਂ ਮਿਹਨਤ ਕਰਾਂ, ਮੈਂ ਟੀਮ ਦਾ ਹਿੱਸਾ ਬਣਾ। ਜੇ ਮੈਂ ਟੀਮ ਦਾ ਹਿੱਸਾ ਹੋਊਂਗਾ, ਕੱਲ੍ਹ ਨੂੰ ਉੱਥੇ ਪਰਫੋਰਮ ਕਰਦਾ, ਕੋਈ ਮੈਡਲ ਆ ਗਿਆ ਤਾਂ ਵੱਡੀ ਰਾਸ਼ੀ, ਨਹੀਂ ਤਾਂ ਜਿੱਥੋਂ ਤੱਕ ਮੈਂ ਅੱਪੜ ਗਿਆ ਉੱਥੋਂ ਤੱਕ ਵੀ ਕੁਛ ਨਾ ਕੁਛ ਤਾਂ ਲਵਾਂਗੇ। ਹੁਣ ਦੇਖੋ, ਜਿਨ੍ਹਾਂ ਨੂੰ ਇਹ ਰਾਸ਼ੀ ਮਿਲੀ ਆ
ਘੱਟੋ ਘੱਟ ਜਿਹੜਾ ਉਹਨਾਂ ਨੇ ਪ੍ਰੈਕਟਿਸ ਕਰਨੀ ਆ ਉਹਦੇ ਵਿੱਚ ਉਹਨਾਂ ਨੂੰ ਇਹ ਤੇ ਲੱਗੂਗਾ ਵੀ ਯਾਰ ਪੱਲਿਓਂ ਨਹੀਂ ਘਿਓ ਲੱਗਦਾ ਹੈ ਨਾ। ਬੇਬੇ ਇਹ ਨਹੀਂ ਆਖੂਗੀ ਵੀ ਪੁੱਤ ਐਵੇਂ ਤੂੰ ਤੁਰਿਆ ਰਹਿਣਾ, ਦੱਸ ਇਹਦੇ 'ਚ ਹੈ ਤੇ ਕੁਛ ਨਹੀਂ। ਇੱਕ ਤੇ ਇਹ ਗੱਲ ਵਧੀਆ ਹੋ ਗਈ। ਦੂਜੀ ਗੱਲ ਮੈਂ ਇਹ ਵੀ ਸੋਚਦਾ ਸੀ ਜਿਹੜਾ ਉਹਨਾਂ ਨੇ ਖੇਡਾਂ ਦੇਸ਼ ਪੰਜਾਬ ਦੀਆਂ ਪੰਜਾਬ ਜਿਹੜਾ ਖੇਡ ਮੇਲਾ ਕਰਾਉਣਾ, ਉਹਦੇ ਲਈ ਅਜੇ ਤੱਕ ਵੀ ਕਿਤਿਓਂ ਖਬਰਾਂ ਆਉਂਦੀਆਂ ਵੀ ਰਜਿਸਟ੍ਰੇਸ਼ਨ ਦੇ ਵਿੱਚ ਮੁਸ਼ਕਿਲ ਆ ਰਹੀ ਆ। ਹਾਲਾਂਕਿ ਪਹਿਲਾਂ 25 ਤਰੀਕ ਸੀ, 25 ਨੂੰ ਉਹਨਾਂ ਨੇ 31 ਤੱਕ ਵਧਾ ਦਿੱਤਾ। ਉਹ ਕਹਿੰਦੇ ਵੀ ਜੇ ਬਹੁਤੀ ਕੋਈ ਮੁਸ਼ਕਿਲ ਆਈ ਤਾਂ ਤੁਸੀਂ ਡਾਇਰੈਕਟ ਸਾਨੂੰ ਅਫਸਰਾਂ ਨੂੰ ਫੋਨ ਕਰ ਲਿਓ ਜੀ, ਉਹ ਤੁਹਾਡੀ ਮਦਦ ਕਰ ਦੇਣਗੇ। ਦੇਖੋ ਔਨਲਾਈਨ ਆਪਾਂ ਹਰ ਇੱਕ ਚਾਹੁੰਦਾ ਵੀ ਸਾਰਾ ਕੁਝ ਔਨਲਾਈਨ ਹੋਵੇ, ਕਿਉਂਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹਨਾਂ ਨੇ ਔਨਲਾਈਨ ਕਰ ਲਿਆ, ਬਾਹਰਲਾ ਮੁਲਕਾਂ 'ਚ ਬਹੁਤ ਸਾਰਾ ਕੰਮ ਔਨਲਾਈਨ ਆ। ਪਰ ਆਪਣਾ ਸਰਕਾਰੀ ਤੰਤਰ ਦੀਆਂ ਵੈਬਸਾਈਟਾਂ ਪਤਾ ਨਹੀਂ ਜਾਂ ਤਾਂ ਉਹਦੇ ਵਿੱਚ ਕੋਈ ਸੈੱਲ ਘੱਟ ਪਾਉਂਦੇ ਆ ਜਾਂ ਪਤਾ ਨਹੀਂ ਉਹਦਾ ਕੀ ਹਿਸਾਬ ਤਾਂ ਰੱਖ ਲੈਂਦੇ। ਜਿੱਦਾਂ ਉਹਦਾ ਮਤਲਬ 4 ਸਿਲੰਡਰ ਗੱਡੀ ਚਾਹੀਦੀ ਆ ਤੇ ਪਰ ਨਹੀਂ ਇੰਜਣ ਸਕੂਟਰ ਦਾ ਰੱਖ ਲੈਣਾ, ਗੱਡੀ ਵੱਡੀ ਬਣਾ ਲਈ ਇੰਜਣ ਸਕੂਟਰ ਦਾ। ਵੀ ਉਹੋ ਜਿਹਾ ਕੰਮ ਜੇ ਹੁੰਦਾ ਤੇ ਉਹੋ ਜਿਹੇ ਮੌਕੇ ਦੇ ਉੱਪਰ ਜਿਹੜੀਆਂ ਮੁਸ਼ਕਲਾਂ ਆਉਂਦੀਆਂ, ਕਿਉਂਕਿ ਹਰੇਕ ਬੰਦਾ ਰਜਿਸਟਰ ਕਰਨਾ ਚਾਹੁੰਦਾ, ਜਦੋਂ ਔਨਲਾਈਨ ਉਹਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਫਿਰ ਫਰਸਟ੍ਰੇਸ਼ਨ ਹੁੰਦੀ ਆ। ਤੇ ਉਹ ਮੈਸੇਜ ਜਿਹੜਾ ਜਾਂਦਾ ਉਹ ਬੜਾ ਮਾੜਾ। ਪਤਾ ਕਿਉਂ? ਉਹ ਯਾਰ ਇਹ ਸਰਕਾਰੀ ਤੰਤਰ ਦੀਆਂ ਗੱਲਾਂ ਹੀ ਹੁੰਦੀਆਂ, ਉੱਤੇ ਫੋਟੋਆਂ ਜਿਹਨਾਂ ਨੇ ਖਿਚਾਉਣੀਆਂ ਹੁੰਦੀਆਂ, ਹੋਣਾ ਇਹਦੇ 'ਚ ਕੀ ਆ। ਗੱਲ ਕੁਛ ਵੀ ਨਹੀਂ ਹੁੰਦੀ, ਸਿਰਫ ਇੱਕ ਉੱਥੇ ਸਮਝਦਿਆ ਕਰਕੇ ਜਾਂ ਕਿਸੇ ਇੰਟਰਨੈਟ ਦਾ ਕਰਕੇ ਜਾਂ ਕਿਸੇ ਸਰਵਰ ਡਾਊਨ ਦਾ ਕਰਕੇ ਜਿਹੜੀ ਪ੍ਰੋਬਲਮ ਆ ਉਹ ਅੱਗੇ ਜਾ ਕੇ ਅਕਸ ਮਾੜਾ ਬਣਾ ਦਿੰਦੀ। ਮੈਨੂੰ ਲੱਗਦਾ ਵੀ ਇਹ ਜਿਹੜੀ ਸ਼ੁਰੂਆਤ ਹੈ ਇਹਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿ ਆਪਾਂ ਇਹ ਨਾ ਹੋਵੇ ਟਰੈਕ 'ਤੇ ਕਲੀ ਪਾਉਂਦੇ ਰਹਿ ਜਾਈਏ ਜਾਂ ਵੈਲਕਮ ਲਿਖਦੇ ਰਹਿ ਜਾਈਏ। ਵੀ ਜੇ ਉੱਥੇ ਬੰਦਾ ਰਜਿਸਟ੍ਰੇਸ਼ਨ ਕਰਾ ਕੇ ਪਹੁੰਚ ਹੀ ਨਾ ਸਕਿਆ, ਬੰਦਾ ਪਲੇਅਰ, ਉਹਨੂੰ ਮੌਕਾ ਹੀ ਨਾ ਮਿਲਿਆ, ਤੇ ਫਿਰ 1.5-2 ਮਹੀਨੇ ਜਿਹੜਾ ਇਹ ਮੇਲਾ ਚੱਲਣਾ ਇਹ ਨਾ ਹੋਵੇ ਬਾਅਦ 'ਚ ਅਗਲਾ ਬੰਦਾ ਕੋਸਦਾ ਰਹੇ ਵੀ, ਕਿਉਂਕਿ ਨਾ ਗੱਲਾਂ ਪਿੰਡਾਂ ਪਤਾ ਕੀ ਬਣਦੀਆਂ, ਉਹ ਆਪਣਿਆਂ ਨੂੰ ਕਰ ਕੁਰ ਲਿਆ ਉਹਨਾਂ ਨੇ, ਸਾਡੀ ਦਾ ਟੀਮ ਨੂੰ ਉੱਥੇ ਐਂਟਰੀ ਨਹੀਂ ਦਿੱਤੀ। ਹਾਂ ਨਹੀਂ, ਆਮ ਹੀ ਹੁੰਦਾ ਆਪਣੇ ਰੱਖ ਲੈ। ਜਿਹੜੇ ਪਿੰਡ 'ਚ ਟੂਰਨਾਮੈਂਟ ਹੋਵੇ ਉਹਨਾਂ ਦੀ ਟੀਮ ਅਕਸਰ ਫਸਟ ਹੀ ਹੁੰਦੀ ਆ। ਉਹ ਮਾੜੀਆਂ ਨਾ ਪਵਾ ਕੇ ਪੇਚਾ ਫਾਈਨਲ 'ਚ ਲੈ ਜਾਣੇ, ਫਾਈਨਲ 'ਚ 1-2 ਬਿਸਲਾਂ ਇੱਧਰ ਉੱਧਰ ਮਰਾ ਕੇ। ਪਰ ਨਤੀਜਾ ਰਿਜ਼ਲਟ ਚਾਹੁੰਦੇ ਕੀ ਆ, ਟੀਚਾ ਕੀ ਆ? ਟੀਚਾ ਖੇਡਾਂ ਦਾ ਮਾਹੌਲ ਤਿਆਰ ਕਰਨਾ। ਜੇ ਤਾਂ ਇਹ ਜਿਹੜੀਆਂ ਖੇਡਾਂ ਦੇਸ਼ ਪੰਜਾਬ ਦੀਆਂ ਨੇ ਉਹ ਪੰਜਾਬ ਦੇ ਵਿੱਚ ਛੋਟੇ ਬੱਚਿਆਂ 'ਚ ਖੇਡਾਂ ਦਾ ਮਾਹੌਲ ਤਿਆਰ ਕਰ ਗਈਆਂ, ਫਿਰ ਇਹਨਾਂ ਦਾ ਯਤਨ ਜਿਹੜਾ ਉਹ ਸਫਲ ਹੋਊਗਾ। ਹੁਣ ਤੁਸੀਂ ਦੇਖੋ, ਕਿਉਂਕਿ ਪਹਿਲੀ ਵਾਰ ਏਡੀ ਵੱਡੀ ਪੱਧਰ ਤੇ ਸਰਕਾਰੀ ਉਪਰਾਲਾ, ਉਹਦੇ ਵਿੱਚ ਘਾਟਾਂ ਵੀ ਰਹਿਣਗੀਆਂ, ਦਿੱਕਤਾਂ ਵੀ ਹੋਣਗੀਆਂ। ਸਰਕਾਰ ਬਣੀ ਨੂੰ 5-6 ਮਹੀਨੇ ਹੋਏ ਆ, ਹੁਣੇ ਸਟਾਰਟ ਕਰ ਦਿੱਤਾ ਵਧੀਆ। ਜੇ ਆਖਰੀ 6 ਮਹੀਨਿਆਂ ਦੇ ਵਿੱਚ ਕਰਦੇ ਤਾਂ ਸਾਰਿਆਂ ਲੱਗਣਾ ਇਹ ਵੋਟਾਂ ਲੈਣ ਨੂੰ ਕਰਨ ਲੱਗੇ ਆ। ਹੋ ਸਕਦਾ ਕਿ ਅੱਜ ਜਿਹੜਾ ਉਪਰਾਲਾ ਸਟਾਰਟ ਕੀਤਾ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਰਜਿਸਟ੍ਰੇਸ਼ਨ ਦੇ ਵਿੱਚ ਦਿੱਕਤ ਹੈ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਈ ਜਗ੍ਹਾ ਦੇ ਉੱਤੇ ਡੇਟਾਂ ਕਲੈਸ਼ ਹੋ ਰਹੀਆਂ ਸੀ, ਉਹ ਦਿੱਕਤਾਂ ਆ ਰਹੀਆਂ, ਪਰ ਇੱਕ ਟੀਮ ਇੱਦਾਂ ਦੀ ਬਣਾ ਕੇ ਰੱਖੀ ਹੋਊਗੀ ਉਹਨਾਂ ਨੇ ਜ਼ਰੂਰ ਕਿ ਭਾਈ ਉਹ ਦਿੱਕਤ ਆਪਾਂ ਦੂਰ ਕਰਨੀ ਹੈ। ਦੂਸਰੀ ਗੱਲ, ਜੇ ਮੈਚ ਨਿਰਪੱਖਤਾ ਨਾਲ ਹੋ ਗਿਆ, ਜੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਉਹ ਖਿਡਾਉਣ ਦੇ ਵਿੱਚ ਕਾਮਯਾਬ ਹੋ ਗਿਆ, ਕਿ ਆਮ ਹੀ ਹੁੰਦਾ ਨਾ ਕਿ ਭਾਈ ਆਹ ਟੂਰਨਾਮੈਂਟ ਉੱਥੇ ਵਧੀਆ, ਉੱਥੇ ਇਨਾਮ ਵਧੀਆ ਮਿਲਦਾ, ਉੱਥੇ ਵਧੀਆ ਸਾਰਾ ਰਹਿਣ ਸਹਿਣ ਦਾ ਉਹ ਪ੍ਰਬੰਧ ਕਰਕੇ ਰੱਖਦੇ, ਆਪਾਂ ਉੱਥੇ ਖੇਡਣ ਜਾਣਾ। ਜਿੱਥੇ ਪ੍ਰਬੰਧ ਮਾੜੇ ਹੁੰਦੇ ਉੱਥੇ ਬੱਚੇ ਘੱਟ ਜਾਂਦੇ। ਪਰ ਜੇ ਇਹ ਇਨਵੋਲਵਮੈਂਟ ਵੱਧ ਕਰ ਗਿਆ ਖਿਡਾਰੀਆਂ ਦੀ, ਤੇ ਪ੍ਰਬੰਧ ਜਿਹੜੇ ਨੇ ਜਿਹੜੀ ਵੀ ਦਿੱਕਤ ਆਵੇ ਉਹਨੂੰ ਦੂਰ ਕਰਨ 'ਚ ਕਾਮਯਾਬ ਹੋ ਕੇ ਰਿਜ਼ਲਟ ਚੰਗੇ ਆਏ ਨਾ, ਕਿ ਵੱਧ ਤੋਂ ਵੱਧ ਇਨਾਮ ਵੱਧ ਤੋਂ ਵੱਧ ਖਿਡਾਰੀਆਂ 'ਚ ਵੰਡ ਹੋਏ, ਅਗਲੀ ਵਾਰ ਦੇ ਲਈ ਜੇ ਖਿਡਾਰੀਆਂ ਦੇ ਮਨ ਦੇ ਵਿੱਚ ਇਹ ਸੁਨੇਹਾ ਦੇਗਾ ਯਾਰ ਅਗਲੇ ਸਾਲ ਇਹ ਅੱਜ ਹੀ ਤਿਆਰੀਆਂ ਸ਼ੁਰੂ ਕਰ ਦੇਣੀਆਂ, ਅਗਲੀ ਵਾਰੀ ਆਪਾਂ ਆਹ ਕੰਮ ਕਰਨਾ, ਫਿਰ ਮੈਨੂੰ ਲੱਗਦਾ ਕਿ ਮੀਤ ਹੇਰ ਹੋਰਾਂ ਦੇ ਸਿਰ ਸਿਹਰਾ ਵੱਜ ਜੂ। ਹਾਂ, ਨਤੀਜਿਆਂ 'ਚ ਖੋਟ ਨਾ ਹੋਵੇ, ਰੈਫਰੀ ਸਾਹਿਬਾਨ ਵਧੀਆ ਹੋਣ, ਤੇ ਆਮ ਬੰਦੇ ਨੂੰ ਇਹ ਲੱਗੇ ਕਿ ਨਹੀਂ ਭਾਈ ਆਹ ਕੰਮ ਵਧੀਆ ਹੈ, ਇੱਥੋਂ ਇਹਨਾਂ ਨੇ ਖਿਡਾਰੀ ਚੁਣਨੇ ਆ, ਮੁੜ ਕੇ ਇਹਨਾਂ ਨੇ ਉਹਨਾਂ ਨੂੰ ਸਹਾਇਤਾ ਦੇਣੀ ਹੈ, ਕੋਚਿੰਗ ਦੇਣੀ ਹੈ, ਉੱਪਰਲੇ ਪਾਸੇ ਲੈ ਕੇ ਜਾਣੀ ਹੈ। ਇੱਕ ਪ੍ਰੋਸੀਜਰ ਬਣ ਜੂ ਨਾ, ਇੱਕ ਪ੍ਰਕਿਰਿਆ ਬਣ ਜੂ। ਹੁਣ ਕੀ ਹੈ, ਪ੍ਰਾਈਵੇਟ ਅਕੈਡਮੀਆਂ ਖੁੱਲ੍ਹੀਆਂ, ਉੱਦਮ ਵਧੀਆ, ਜਿਹਦੀ ਤਾਂ ਉੱਥੇ ਤੱਕ ਪਹੁੰਚ ਹੋ ਜਾਂਦੀ ਹੈ, ਉਹ ਟ੍ਰੇਨਿੰਗ ਲੈ ਲੈਂਦਾ, ਦੂਜਾ ਰਹਿ ਜਾਂਦਾ। ਜੇ ਸਰਕਾਰ ਨੇ ਉੱਦਮ ਸ਼ੁਰੂ ਕੀਤਾ, ਮਾੜਾ ਕੋਈ ਨਹੀਂ, ਦਿੱਕਤਾਂ ਆ ਰਹੀਆਂ ਨੇ, ਦੂਰ ਹੋ ਜਾਣ ਵਧੀਆ। ਸਿਰੇ ਲਾ ਲੈਣ। ਇੱਕ ਆਪਾਂ ਰਾਜਨੀਤੀ ਦੇ ਹਿਸਾਬ ਨਾਲ ਉਦਾਹਰਨ ਦੇ ਦਿੰਦੇ ਹਾਂ ਜਾਂ ਰਾਜਨੀਤੀ ਦੇ ਹਿਸਾਬ ਨਾਲ ਪਰਚੀ ਦੇ ਦਿੰਦੇ ਹਾਂ, ਕਿਉਂਕਿ ਮੋਸਟਲੀ ਪੋਲੀਟੀਕਲ ਬੰਦਾ ਤਾਂ ਇੱਦਾਂ ਹੀ ਸੋਚਦਾ ਹੁੰਦਾ ਵੀ ਯਾਰ ਸਾਨੂੰ ਇਹਦੇ 'ਚੋਂ ਕੀ ਮਿਲਣਾ ਹੈ, ਸਾਨੂੰ ਇਹਦੇ 'ਚੋਂ ਇਹ ਮਿਲਣਾ ਹੈ ਵੀ ਹੁਣ ਚੱਲਦਾ 2022 ਜੀ, 23 'ਚ ਅਗਲੇ ਸਾਲ ਕਰਾਇਓ, 24 'ਚ ਫਿਰ ਕਰਾਇਓ, 25 'ਚ ਫਿਰ ਕਰਾਇਓ, 26 'ਚ ਕਰਾਇਓ, 27 'ਚ ਚੋਣਾਂ ਨੇਗਾ। 26 ਤੱਕ ਜਾਂਦਿਆਂ ਇਹਨਾਂ 4-5 ਸਾਲਾਂ ਦੇ ਵਿੱਚ ਜੇ ਇਹਨਾਂ ਖੇਡਾਂ ਤੋਂ ਨਿਕਲ ਕੇ ਪਲੇਅਰ ਕੋਈ ਨੈਸ਼ਨਲ ਲੈਵਲ 'ਤੇ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੈਡਲ ਲੈ ਆਏ, ਤੇ ਜਿੱਦਾਂ ਇਹਨਾਂ ਲੰਘੀਆਂ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਉਹ ਮੇਜ਼ 'ਤੇ ਵੱਡੇ ਸਾਰੇ ਥੱਬਿਆਂ ਦੇ ਰੂਪ ਦੇ ਵਿੱਚ ਬਿੱਲ ਨਹੀਂ ਰੱਖੇ ਸੀ ਵੀ ਇਹ ਸਾਡੀ ਪ੍ਰਾਪਤੀ ਹੈ, ਜ਼ੀਰੋ ਬਿੱਲ, ਉੱਦਾਂ ਤੁਸੀਂ ਲਾਈਨ 'ਚ ਖੜੇ ਕਰ ਸਕਦੇ ਹੋ ਵੀ ਆਹ ਸਾਡੀ ਪ੍ਰਾਪਤੀ ਹੈ, ਵੀ ਅਸੀਂ 5 ਸਾਲਾਂ 'ਚ ਪੰਜਾਬ 'ਚੋਂ ਆਹ ਪਲੇਅਰ ਕੱਢੇ, ਇਹਨਾਂ ਮੇਲਿਆਂ 'ਚੋਂ ਕੱਢੇ, ਇਹ ਨੈਸ਼ਨਲ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਖੇਡੇ ਅਤੇ ਇਹਨਾਂ ਨੇ ਆਹ ਮੈਡਲ ਲਏ। ਉਹ ਜਾਣੇ ਲੋਕਾਂ ਨੂੰ ਵੀ ਲੱਗੇਗਾ ਵੀ ਨਹੀਂ ਯਾਰ ਪੰਜਾਬ ਖੇਡਾਂ ਵਾਲੇ ਪਾਸੇ ਮੁੜਿਆ ਹੈ, ਜਿਹਦੇ ਲਈ ਜਾਣਿਆ ਜਾਂਦਾ ਸੀ। ਸੋ ਇਹ ਹੋ ਸਕਦਾ ਵਿਜ਼ਨ ਜੇ ਹੋਵੇ 5 ਸਾਲ ਦਾ। ਹਾਂ, ਜੇ ਇੱਥੇ ਕੀ ਰਹਿ ਗਿਆ ਵੀ ਯਾਰ ਐਤਕੀ ਤੇ ਕਰਾਉਣਾ ਸੀ, ਅਗਲੀ ਕੋਈ ਹੋਰ ਟੈਨਸ਼ਨ ਆ, ਜਾਂ ਹਰਪਾਲ ਚੀਮਾ ਸਾਹਿਬ ਵੀ ਕਹਿ ਦੇਣ ਉਹ ਯਾਰ ਖਰਚਾ ਬਹੁਤ ਹੋਈ ਜਾਂਦਾ, ਅਗਲੀ ਵਾਰ ਰਹਿਣ ਨਾ ਦਈਏ, ਫਿਰ ਔਖਾ ਹੋ ਜਾਣਾ ਕੰਮ, ਫਿਰ ਔਖਾ ਹੋ ਜਾਣਾ। ਸੰਧਾਲੀਆ ਸਾਹਿਬ, ਇਹ ਵੀ ਗੱਲ ਨਾਲ ਦੀ ਨਾਲ ਸਾਨੂੰ ਚੇਤੇ ਰੱਖਣੀ ਪਊਗੀ ਕਿ ਵੈਸੇ ਤਾਂ ਸਰਕਾਰ ਆਪਣੇ ਹਿਸਾਬ ਨਾਲ ਪ੍ਰਬੰਧ ਕਰਕੇ ਚੱਲਦੀ ਹੋਣੀ ਹੈ, ਪਰ ਕੋਈ ਨਹੀਂ, ਤੁਸੀਂ ਖਰਚ ਘਟਾ ਲਿਓ,
ਪਰ ਜਿੱਦਾਂ ਪਹਿਲੀ ਵਾਰੀ ਹੁੰਦਾ ਸੀ ਨਾ ਕਿ ਕੱਛੇ ਬਨਾਣਾ ਜਿਹੜੀ ਫੈਕਟਰੀ ਤੋਂ ਲਈਆਂ ਪੈਸੇ ਉਹਦੇ ਵੀ ਦੇਣ ਵਾਲੇ ਆ, ਜਿਹੜੀ ਟਰਾਂਸਪੋਰਟ ਵਰਤੀ ਜਿਹਨਾਂ ਦੀ ਪੈਸੇ ਉਹਨਾਂ ਦੇ ਵੀ ਦੇਣ ਵਾਲੇ ਆ, ਜਿਹੜੇ ਹੋਟਲਾਂ ਦੇ ਵਿੱਚ ਜਾਂ ਥਾਵਾਂ ਤੇ ਖਿਡਾਰੀ ਪ੍ਰਬੰਧਕ ਕੋਚ ਠਹਿਰਾਏ ਉਹ ਪੈਸੇ ਉਹਨਾਂ ਦੇ ਵੀ ਦੇਣ ਵਾਲੇ ਆ। ਮੁੜ ਕੇ ਉਹ ਮੰਗ ਪੱਤਰ ਲੈ ਕੇ ਭੱਜੇ ਫਿਰਦੇ ਹੁੰਦੇ ਕਿ ਭਾਈ ਇੰਨੇ ਕੁ ਕਰੋੜ ਰੁਪਈਆ ਸਾਡਾ ਰਹਿੰਦਾ ਹੁਣ ਦੇ ਦਿਓ। ਇੱਦਾਂ ਨਾ ਕਰਿਓ, ਛੋਟਾ ਕਰ ਲਿਓ, ਬਹੁਤਾ ਤਾਮ ਝਾਮ ਨਾ ਰੱਖਿਓ। ਇੱਧਰਲੇ ਪਾਸੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਕਲਾਕਾਰ ਭਾਵੇਂ ਨਾ ਮੰਗਵਾਇਓ, ਉੱਧਰਲੇ ਪਾਸੇ ਵਾਲੇ ਖਰਚ ਘਟਾ ਲਿਓ। ਪਰ ਜਿੱਦਣ ਟੂਰਨਾਮੈਂਟ ਮੁੱਕ ਗਿਆ 10 ਦਿਨਾਂ ਦੇ ਅੰਦਰ ਅੰਦਰ ਹਿਸਾਬ ਕਰ ਦਿਓ ਸਾਰਿਆਂ ਦਾ, ਨਹੀਂ ਤਾਂ ਮੁੜ ਕੇ ਔਖਾ ਹੋ ਜਾਂਦਾ ਹੁੰਦਾ। ਮਤਲਬ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਮਤਲਬ 3-4 ਵਿਚਾਰੇ ਟੈਂਟ ਹਾਊਸ ਵਾਲੇ ਉੱਥੇ ਨਾ ਮੁੜ ਕੇ ਪ੍ਰੈਸ ਕਾਨਫਰੰਸ ਕਰ ਦਿੰਦੇ। ਉਹ ਕਹਿੰਦੇ ਜੀ ਮਹਾਰਾਜ ਆ ਬਿੱਲ ਪਏ ਆ ਜੀ ਸਾਡੇ, ਅਸੀਂ ਤਾਂ ਜੀ ਹਰ ਥਾਂ 'ਤੇ ਪਹੁੰਚੇ ਸੀ ਜੀ, ਸਾਨੂੰ ਪੈਸੇ ਨਹੀਂ ਮਿਲੇ। ਮਤਲਬ ਉਹ ਬਦਨਾਮੀ ਦਾ ਬਣ ਜਾਂਦਾ ਕਾਰਨ। ਇਸ ਕਰਕੇ ਉਤੋਂ ਬਚਾਅ ਹੋਵੇ। ਦੂਜੀ ਗੱਲ ਕਰੀਏ ਤੇ ਧਰਨਾ ਜਿਹੜਾ ਪ੍ਰਸਿੱਧ ਧਰਨਾ ਲੱਗਾ ਲੁਧਿਆਣੇ ਜੀ, ਉਸ ਧਰਨੇ ਨੇ ਹੁਣ ਹੌਲੀ ਹੌਲੀ ਜਿਹੜੀ ਚੀਜ਼ ਥੋੜ੍ਹੇ ਦਿਨ ਪਹਿਲਾਂ ਸੁਨੀਲ ਜਾਖੜ ਸਾਹਿਬ ਕਹਿੰਦੇ ਸੀ ਕਿ ਯਾਰ ਰਾਜੇ ਵੜਿੰਗ ਨੂੰ ਤਾਂ ਕੋਈ ਪ੍ਰਧਾਨ ਨਹੀਂ ਮੰਨਦਾ, ਉਹ ਗੱਲ ਹੌਲੀ ਹੌਲੀ ਮੈਨੂੰ ਲੱਗਦਾ ਵੀ ਉਭਾਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਹੁਣ ਵਿਰੋਧੀਆਂ ਨੇ ਉੱਥੋਂ ਇੱਕ ਜਿਹੜੀ ਟਵੀਟ ਵਾਰ ਛਿੜੀ ਸੀ, ਟਵੀਟ ਤੇ ਉਸ ਤੋਂ ਬਾਅਦ ਬਿਆਨ ਵਾਰ, ਉਹਦੇ 'ਤੇ ਤੰਜ਼ ਕੱਸਣੇ ਸ਼ੁਰੂ ਕਰਤੇ ਵੀ ਦੇਖੋ ਜੀ ਕਾਂਗਰਸ ਪਾਰਟੀ ਦੇ ਵਿੱਚ ਤੇ ਜਿਹੜਾ ਵੀ ਪ੍ਰਧਾਨ ਆਉਂਦਾ ਕਾਂਗਰਸੀ ਉਹਨੂੰ ਪ੍ਰਧਾਨ ਹੀ ਨਹੀਂ ਮੰਨਦੇ। ਕਿਉਂਕਿ ਹੋਇਆ ਇੱਦਾਂ ਵੀ ਧਰਨਾ ਉੱਧਰ ਲੱਗਾ ਸੀ, ਸਾਰੇ ਲੀਡਰ ਸਾਹਿਬਾਨ ਉੱਥੇ ਜਾਂਦੇ ਨੇ। ਸੁਖਪਾਲ ਖਹਿਰਾ ਸਾਹਿਬ ਨੇ ਟਵੀਟ ਕਰਕੇ ਸਲਾਹ ਦਿੱਤੀ, ਉਹ ਕਹਿੰਦੇ ਵੀ ਯਾਰ ਜੇ ਆਪਣੇ ਲੀਡਰ ਇਮਾਨਦਾਰ ਆ ਤੇ ਫਿਰ ਚਿੰਤਾ ਕਾਹਦੀ ਹੈ ਵੀ ਐਵੇਂ ਸਾਰੀ ਐਨਰਜੀ ਸਾਰਾ ਕਾਡਰ ਆਪਾਂ ਇੱਕ ਥਾਂ 'ਤੇ ਇਕੱਠਾ ਕਰਕੇ ਬੈਠੇ ਹਾਂ। ਕਿੰਨੇ ਮਸਲੇ ਨੇ ਪੰਜਾਬ ਦੇ, ਉਹ ਚਾਹੇ ਬੇਅਦਬੀ ਦਾ ਹੋਵੇ, ਚਾਹੇ ਉਹ ਮਹਿੰਗਾਈ ਦਾ ਹੋਵੇ, ਚਾਹੇ ਈਵਨ ਉਸ ਤੋਂ ਤੱਕ ਲੰਪੀ ਸਕਿਨ ਤੱਕ ਦੇ ਮਸਲੇ ਵੀ ਉਹਨਾਂ ਨੇ ਜ਼ਿਕਰ ਕੀਤਾ। ਫਿਰ ਉਹਨਾਂ ਨੇ ਆਪਣੀ ਗੱਲ ਵੀ ਕੀਤੀ, ਉਹ ਕਹਿੰਦੇ ਵੀ ਮੇਰੇ 'ਤੇ ਵੀ ਤਾਂ ਕੇਸ ਹੋਇਆ ਸੀਗਾ ਵੀ ਉਹ ਸਾਰਾ ਕੁਝ ਮੈਂ ਕੋਰਟ ਕਚਹਿਰੀ ਤੱਕ ਗਿਆ, ਮੈਂ ਉੱਥੋਂ ਬਰੀ ਹੋ ਕੇ ਨਿਕਲਿਆ, ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਮੈਨੂੰ ਦੁਬਾਰਾ ਚੁਣ ਕੇ ਭੇਜ ਦਿੱਤਾ। ਵੀ ਜਿਹੜਾ ਬੰਦਾ ਇਮਾਨਦਾਰ ਹੋਊਗਾ ਆਪੇ ਬਾਹਰ ਆ ਜਾਊਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ। ਵੀ ਆਪਾਂ ਉੱਥੇ ਨਾ ਬਈਏ, ਆਪਾਂ ਪੰਜਾਬ ਦੇ ਲੋਕਾਂ ਦੇ ਮਸਲਿਆਂ 'ਤੇ ਆਈਏ। ਰਾਜਾ ਵੜਿੰਗ ਸਾਹਿਬ ਨੂੰ ਪੁੱਛਿਆ ਤੇ ਉਹ ਕਹਿੰਦੇ ਉਹ ਗਾਣਾ ਨਾ ਵੀ ਬਿਨਾਂ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਇੱਦਾਂ ਘਟ ਜਾਂਦੀ ਆ। ਹੁਣ ਮੈਨੂੰ ਸਮਝ ਨਹੀਂ ਆਈ ਵੀ ਮਤਲਬ ਗੱਲ ਤੁਰਦੀ ਕਿਤੇ ਸੀਗੀ, ਚੱਲਦੀ ਕਿਤੇ ਸੀ। ਥੋੜ੍ਹੇ ਦਿਨਾਂ ਤੱਕ ਤੇ ਆਪਾਂ ਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਸਰਗਰਮੀ ਬੜੀ ਆ, ਵੀ ਖਹਿਰਾ ਸਾਹਿਬ ਵੀ ਸਰਗਰਮੀ ਕਰ ਰਹੇ ਨੇ, ਰਾਜਾ ਵੜਿੰਗ ਸਾਹਿਬ ਵੀ ਸਰਗਰਮੀ ਕਰ ਰਹੇ ਨੇ। ਪਰ ਸਰਗਰਮੀ ਦੇ ਵਿੱਚ ਗਰਮੀ ਕਿੱਥੋਂ ਆ ਗਈ ਨਹੀਂ ਪਤਾ ਲੱਗਾ। ਸੰਧਾਲੀਆ ਸਾਹਿਬ, ਕਿਸੇ ਵੀ ਬੰਦੇ ਦੇ ਲਈ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ, ਚਾਹੇ ਉਹ ਆਮ ਬੰਦਾ ਚਾਹੇ ਉਹ ਸਿਆਸਤਦਾਨ ਹੈ, ਕਿ ਉਹ ਸੋਚਦਾ ਕੀ ਆ, ਉਹਦਾ ਵਿਜ਼ਨ ਕੀ ਆ, ਉਹ ਲੋਕਾਂ ਪ੍ਰਤੀ ਸੋਚਦਾ ਜਾਂ ਆਪਣੇ ਪ੍ਰਤੀ ਸੋਚਦਾ। ਜੇ ਤਾਂ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਲਈ ਹੈ ਪ੍ਰਧਾਨਗੀ ਮਿਲੀ ਹੈ, ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਬੜੀ ਚਰਚਾ ਸੀ ਕਿ ਹਾਈ ਕਮਾਂਡ ਦੇ ਨਾਲ ਰਾਜਾ ਵੜਿੰਗ ਸਾਹਿਬ ਦੀ ਸਿੱਧੀ ਗੱਲ ਹੈ ਉਹਨਾਂ ਨੂੰ ਮਿਨਿਸਟਰ ਬਣਾਤਾ ਜਾਊਗਾ, ਨਹੀਂ ਬਣਾ ਸਕੇ। ਫਿਰ ਇੱਕ ਵਾਰੀ ਵਾਅਦਾ ਕੀਤਾ ਗਿਆ ਮੰਤਰੀ ਮੰਡਲ ਦੇ ਵਿੱਚ, ਉਦੋਂ ਫਿਰ ਚਰਚਾ ਸੀ ਕਿ ਰਾਜਾ ਵੜਿੰਗ ਹੋਰਾਂ ਨੂੰ ਮੰਤਰੀ ਬਣਾਇਆ ਜਾਊਗਾ, ਚਾਹੇ ਉਹ ਮੀਡੀਆ ਦੀ ਚਰਚਾ ਹੀ ਸੀ। ਰਾਜਾ ਵੜਿੰਗ ਸਾਹਿਬ ਨੂੰ ਨਹੀਂ ਬਣਾਇਆ ਗਿਆ। ਉਹ ਤਾਂ ਜਦੋਂ ਫਿਰ ਮੁੱਖ ਮੰਤਰੀ ਬਦਲ ਗਏ, ਰਾਜਾ ਵੜਿੰਗ ਸਾਹਿਬ ਦਾ ਨੰਬਰ ਉਦੋਂ ਲੱਗਾ। ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਦੇਖੋ ਚਰਚਾ ਤਾਂ ਮੇਰੀ ਚੱਲਦੀ ਸੀ, ਪਰ ਕੋਈ ਗੱਲ ਨਹੀਂ, ਪਾਰਟੀ ਹੈ, ਪਾਰਟੀ ਨੇ ਹੁਣ ਦੇਖੋ ਮੌਕਾ ਦਿੱਤਾ। ਬੜੀ ਵਾਰੀ ਗੱਲ ਚੱਲਦੀ ਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਵੱਡੇ ਅਹੁਦੇ ਦੇ ਉੱਤੇ ਲਿਆਂਦਾ ਜਾਊਗਾ, ਪਰ ਨਹੀਂ ਲਿਆਂਦਾ ਗਿਆ। ਹੁਣ ਉਹ ਪ੍ਰਧਾਨ ਬਣੇ ਨੇ, ਉਹਨਾਂ ਦੇ ਸਾਹਮਣੇ ਦੋ ਹੀ ਮਸਲੇ ਨੇ ਕਿ ਭਾਈ ਉਹ ਪਹਿਲ ਕਿਹਨੂੰ ਦੇਣ। ਇੱਕ ਤਾਂ ਹੈਗਾ ਕਿ ਪ੍ਰਧਾਨ ਬਣ ਕੇ ਪਾਰਟੀ ਨੂੰ ਇਕੱਠਾ ਰੱਖਣਾ, ਮਜ਼ਬੂਤ ਕਰਨਾ, ਕਿਉਂਕਿ ਜਦੋਂ ਦੇ ਉਹ ਪ੍ਰਧਾਨ ਬਣੇ ਆ ਪਾਰਟੀ ਹੈ ਤਾਂ ਖਿਲਰਦੀ ਜਾ ਰਹੀ। ਉਹਨਾਂ ਨੂੰ ਖੁਦ ਕਹਿਣਾ ਪੈਂਦਾ ਕਿ ਹੁਣ ਚੰਗੇ ਚੰਗੇ ਕਾਂਗਰਸੀ ਕਾਂਗਰਸ ਰਹਿ ਗਿਆ। ਤੇ ਹਾਈ ਕਮਾਂਡ ਦੇ ਕੋਲੇ ਸੁਨੇਹਾ ਕੀ ਜਾਣਾ ਕਿ ਭਾਈ ਜਦੋਂ ਦੇ ਰਾਜਾ ਵੜਿੰਗ ਸਾਹਿਬ ਪ੍ਰਧਾਨ ਬਣੇ ਨੇ ਉਦੋਂ ਦੇ ਇੰਨੇ ਬੰਦੇ ਕਾਂਗਰਸ ਪਾਰਟੀ ਛੱਡ ਗਏ। ਆ ਪਿੱਛੇ ਜਿਹਾ ਇੱਕ ਬਿਨਾਂ ਗੱਲੋਂ ਹੀ ਪੰਗਾ ਜਿਹਾ ਪੈ ਚੱਲਾ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਲਈ ਕਾਂਗਰਸ ਭਵਨ ਦਾ ਗੇਟ ਨਹੀਂ ਸੀ ਖੁੱਲ੍ਹਾ। ਮੈਨੂੰ ਨਹੀਂ ਪਤਾ ਉਹ 'ਚ ਕਸੂਰ ਕਿਹਦਾ, ਪਰ ਭਾਈ ਜੇ ਗੁੱਸੇ ਹੋ ਜਾਣ ਤਾਂ ਫਿਰ ਗੁੱਸੇ ਹੋ ਹੀ ਜਾਂਦੇ ਨੇ ਅਗਲੇ। ਮੈਨੂੰ ਨਹੀਂ ਪਤਾ ਗੁੱਸੇ ਹੋਏ ਕਿ ਨਹੀਂ ਹੋਏ। ਹੁਣ ਹਰ ਤੀਜੇ ਚੌਥੇ ਦਿਨ ਕਿਸੇ ਨਾ ਕਿਸੇ ਕਾਂਗਰਸੀ ਦੇ ਕੇਸ ਪੈ ਜਾਂਦਾ, FIR ਦੇ ਵਿੱਚ ਨਾਂ ਆ ਜਾਂਦਾ। ਤੇ ਜੇ ਤਾਂ ਉਹਦੇ ਮਗਰ ਨਹੀਂ ਜਾਂਦੇ ਤਾਂ ਕਾਂਗਰਸ ਪਾਰਟੀ ਦੇ ਬਾਕੀ ਬੰਦੇ ਜਿਹਨਾਂ ਨੂੰ ਡਰ ਹੈ ਕਿ ਸਾਡੇ ਤੇ ਕੇਸ ਨਾ ਕਿਤੇ ਪੈ ਜਾਵੇ, FIR ਦੇ ਵਿੱਚ ਨਾ ਆ ਜਾਵੇ, ਉਹ ਫਿਰ ਹੋਰ ਤਰ੍ਹਾਂ ਦੇ ਆ ਜੀ। ਫਿਰ ਜੇ ਤੁਸੀਂ ਇਹਦੇ ਮਗਰ ਨਾ ਗਏ ਤਾਂ ਫਿਰ ਸਾਡੇ ਮਗਰ ਵੀ ਨਹੀਂ ਆਉਣਾ, ਇਹ ਫਿਰ ਕੋਈ ਚੰਗੀ ਗੱਲ ਨਹੀਂ ਹੈਗੀ। ਪਾਰਟੀ ਦੇ ਲੀਡਰਾਂ ਮਗਰ ਤੁਰਨਾ ਚਾਹੀਦਾ। ਉਹ ਕਹਿੰਦੇ ਹਾਂਜੀ ਤੁਰਨਾ ਚਾਹੀਦਾ। ਦੂਜੇ ਪਾਸੇ ਜੇ ਪੰਜਾਬ ਦੇ ਹੁਣ ਜਾਂ ਤਾਂ ਉਹ ਲੁਧਿਆਣੇ ਧਰਨੇ 'ਚ ਬਹਿਣਗੇ, ਜਾਂ ਲੰਪੀ ਸਕਿਨ ਵਾਲਾ ਮਸਲਾ, ਜਾਂ ਕਿਸਾਨਾਂ ਦੀ ਸੁਸਾਈਡ ਦਾ ਮਸਲਾ, ਜਾਂ ਨਰਮੇ ਦਾ ਮਸਲਾ, ਕਿੱਧਰਲੇ ਪਾਸੇ ਨੂੰ ਜਾਣ। ਕਿਉਂਕਿ ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਬਰਕਰਾਰ ਰੱਖਣਾ ਰਾਜਾ ਵੜਿੰਗ ਸਾਹਿਬ ਦੇ ਲਈ ਪਾਰਟੀ ਦੇ ਅੰਦਰਲੀ ਚੁਣੌਤੀ ਹੈ। ਪਰ ਜਿਹੜੀ ਗੱਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਹੀ ਕਿ ਪੰਜਾਬ ਦੇ ਮਸਲੇ ਨੇ, ਇਹ ਗੱਲ ਬਿਲਕੁਲ ਜਾਇਜ਼ ਹੈ। ਦੇਖੋ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਤੁਸੀਂ 50 ਕੁਰਸੀਆਂ ਲਾ ਕੇ ਬਹਿ ਜਾਂਦੇ ਹੋ, ਉਹਨਾਂ ਦੀ ਇਨਕੁਆਇਰੀ ਦੇ ਕੋਈ ਅਸਰ ਪੈਂਦਾ? ਹਾਂ, ਕਾਨੂੰਨ ਦੇ ਮੁਤਾਬਕ ਤੁਸੀਂ ਅਦਾਲਤ 'ਚ ਜਾਓ, ਤੁਹਾਡੇ ਕੋਲੇ 20 ਵਕੀਲ ਨੇ, ਤੁਸੀਂ ਅਰਜ਼ੀ ਦਿਓ ਕਿ ਸਾਡੇ ਬੰਦੇ ਨਾਲ ਧੱਕਾ ਹੋ ਰਿਹਾ ਜਾਂ ਸਾਡਾ ਬੰਦਾ ਦੁੱਧ ਧੋਤਾ ਹੈ, ਉਹਨੂੰ ਵਿਜੀਲੈਂਸ ਵਾਲੇ ਤੰਗ। ਹੁਣ ਅੰਦਰਲੇ ਪਾਸੇ ਉਹ ਸਵਾਲ ਪੁੱਛਣਗੇ
ਉਹਨਾਂ ਨੂੰ ਕੋਈ ਵੀ ਉਹਨਾਂ ਦੇ ਨਾਲ ਵਿਹਾਰ ਕਰਨਗੇ, ਤੁਸੀਂ ਬਾਹਰ ਬੈਠੇ ਕਰ ਕੀ ਲਾਓਗੇ? ਇਹਦਾ ਮਤਲਬ ਤਾਂ ਇਹ ਹੈ ਕਿ ਸਿੱਧਾ ਅਧਿਕਾਰੀਆਂ ਦੇ ਉੱਤੇ ਪ੍ਰੈਸ਼ਰ ਪਾਉਣ ਵਾਲੀ ਗੱਲ ਹੈ। ਹੁਣ ਤੁਸੀਂ ਇਹ ਦੇਖੋ ਕਿ ਵਿਜੀਲੈਂਸ ਵਾਲਿਆਂ ਨੇ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਪੇਸ਼ ਕੀਤਾ ਨਾ ਕਿ ਰਿਮਾਂਡ ਦਿਓ 4 ਦਿਨ ਦਾ, ਹੋਰ ਰਿਮਾਂਡ 2 ਦਿਨ ਦਾ ਮਿਲਿਆ, ਉਹਨਾਂ ਨਾਲ ਸਪੈਸ਼ਲ ਮੈਂਸ਼ਨ ਕੀਤਾ। ਉਹ ਕਹਿੰਦੇ ਜੀ ਦੇਖੋ, ਇੱਕ ਸਿਆਸੀ ਪਾਰਟੀ ਦੇ ਬੰਦੇ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਨਗਰ ਨਿਗਮ ਦੇ ਪਾਰਕ ਦੇ ਵਿੱਚ ਧਰਨਾ ਲਾ ਕੇ ਬੈਠੇ ਆ, ਉੱਥੇ ਉਹਨਾਂ ਨੇ ਕੁਰਸੀਆਂ ਡਾਈਆਂ, ਸਾਡੀ ਜਾਂਚ ਪ੍ਰਭਾਵਿਤ ਹੁੰਦੀ ਹੈ। ਜਿਹੜਾ ਵੀ ਸ਼ਿਕਾਇਤ ਕਰਤਾ ਵਿਜੀਲੈਂਸ ਦੇ ਦਫ਼ਤਰ ਆਉਂਦਾ, ਕੋਈ ਸਬੂਤ ਦੇਣ, ਕੋਈ ਹੋਰ ਅਰਜ਼ੀ ਦੇਣ, ਉਹਦੇ ਨਾਲ ਕਈ ਤਰ੍ਹਾਂ ਦੀ ਤਲਖਕਲਾਮੀ ਕਰਦੇ ਉੱਥੇ ਬੈਠੇ ਬੰਦੇ। ਇਸ ਕਰਕੇ ਸਾਡੀ ਜਾਂਚ ਪ੍ਰਭਾਵਿਤ ਹੈ, ਸ਼ਿਕਾਇਤਕਰਤਾ ਪ੍ਰਭਾਵਿਤ ਹੋ ਰਹੇ ਆ। ਹਾਲਾਂਕਿ ਅਦਾਲਤ ਨੇ ਕੋਈ ਹੁਕਮ ਨਹੀਂ ਦਿੱਤਾ, ਪਰ ਕਹਿੰਦੇ ਆ ਕਿ ਪ੍ਰਸ਼ਾਸਨ ਨੇ ਟੈਂਟ ਟੁੰਟ ਪੱਟਣਾ ਸ਼ੁਰੂ ਕਰ ਦਿੱਤਾ ਨਾਲ ਲੱਗਦਾ ਹੀ। ਪਰ ਹੁਣ ਪੰਗਾ ਅੰਦਰਲੇ ਪਾਸੇ ਪੈ ਜਾਣਾ। ਖਹਿਰਾ ਸਾਹਿਬ ਵੈਸੇ ਵੀ ਬਹੁਤ ਲੰਬਾ ਸਮਾਂ ਚੁੱਪ ਨਹੀਂ ਰਹਿੰਦੇ ਹੁੰਦੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਸੀ, ਉਦੋਂ ਇਹ ਸਪੋਕਸਪਰਸਨ ਸੀ। ਹੁਣ ਜਦੋਂ ਵੜਿੰਗ ਸਾਹਿਬ ਪ੍ਰਧਾਨ ਨੇ, ਹੁਣ ਵੜਿੰਗ ਸਾਹਿਬ ਨੇ ਜਦੋਂ ਕਹਿਤਾ ਕਿ ਬਿਨਾਂ ਮੰਗਿਓ ਸਲਾਹ ਨਹੀਂ ਦੇਣੀ ਚਾਹੀਦੀ। ਹਾਲਾਂਕਿ ਖਹਿਰਾ ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਭਾਈ ਦੇਖੋ, ਵਰਕਰ ਦੀ એનર્ਜੀ ਆਪਾਂ ਉੱਥੇ ਵੇਸਟ ਕਰ ਰਹੇ ਹਾਂ, ਆਪਾਂ ਨੂੰ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਆ, ਜ਼ਰੂਰੀ ਹੈ। ਪਰ ਜੇ ਇਸ ਤਰੀਕੇ ਦੇ ਨਾਲ, ਕਿਉਂਕਿ ਖਹਿਰਾ ਸਾਹਿਬ ਤੋਂ ਬਾਅਦ ਲੁਧਿਆਣੇ ਦੇ ਇੱਕ ਹੋਰ ਕਾਂਗਰਸੀ, ਉਹ ਕਹਿੰਦੇ ਜੀ ਕਾਂਗਰਸ ਪਾਰਟੀ ਬੜੀ ਸੁਹਿਰਦ ਹੈ, ਕਾਂਗਰਸ ਪਾਰਟੀ ਬਿਲਕੁਲ ਸੀਰੀਅਸ ਹੈ ਸਾਰੇ ਇਸ਼ੂਜ਼ ਦੇ ਪ੍ਰਤੀ, ਖਹਿਰਾ ਸਾਹਿਬ ਤੁਸੀਂ ਐ ਨਾ ਕਰੋ। ਹੁਣ ਜਿੱਧਰਲੇ ਪਾਸੇ ਨੂੰ ਪੰਜਾਬ ਦੀ ਕਾਂਗਰਸ ਚੱਲੀ ਹੈ, 5-7 ਬੰਦੇ ਕਿਤੇ ਹੋਰ ਨਾ ਇੱਧਰ ਉੱਧਰ ਨੂੰ ਚੱਲ ਜਾਣੇ, ਇਹਨਾਂ ਦੀ ਆਪਸੀ ਲੜਾਈ ਦੇਖ ਕੇ ਮੈਨੂੰ ਖਤਰਾ ਹੈ। ਨਹੀਂ, ਖਤਰਾ ਤਾਂ ਪੂਰਾ, ਪਰ ਬਾਕੀ ਇੱਕ ਚਰਚਾ ਹੋਰ ਵੀ ਆ। ਆ ਜਿਹੜੀ ਵਿਜੀਲੈਂਸ ਨੇ ਉੱਥੇ ਜਾ ਕੇ ਟਿੱਪਣੀ ਕੀਤੀ, ਇਹਨੂੰ ਲੋਕ ਉੱਦਾਂ ਵੀ ਜੋੜ ਰਹੇ ਆ ਕਿ ਵੀ ਜਿੱਦਣ ਆਸ਼ੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਂਦਾ, ਉਸ ਦਿਨ ਬਿੱਟੂ ਸਾਹਿਬ ਦੇ ਨਾਲ ਜਿਹੜੀ ਤਲਕਲਾਮੀ ਉੱਥੇ ਹੋਈ ਸੀ, ਉਸ ਦਿਨ ਉਹਨਾਂ ਨੇ ਵੀ ਉਸ ਚੀਜ਼ ਦੇ ਉੱਪਰ ਉਜਰ ਕੀਤਾ ਸੀ, ਮਹਾਰਾਜ ਵੀ ਸਾਡੀ ਡਿਊਟੀ 'ਚ ਵਿਘਨ ਪੈਂਦਾ। ਉਹ ਹੋ ਗਈ ਪਹਿਲੀ ਗੱਲ। ਦੂਜੀ ਗੱਲ ਹੋ ਗਈ ਵੀ ਜਦੋਂ ਅਦਾਲਤ ਦੇ ਵਿੱਚ ਵੀ ਅਗਲੇ ਨੇ ਜਾ ਕੇ ਕਿਹਾ ਵੀ ਮਹਾਰਾਜ ਸਾਡੀ ਡਿਊਟੀ 'ਚ ਵਿਘਨ ਪੈਂਦਾ, ਬੰਦੇ ਬਾਹਰ ਬੈਠੇ ਨੇ, ਜਿਹੜਾ ਕੋਈ ਸਾਡੇ ਕੋਲੇ ਆਉਂਦਾ ਉਹਦੇ ਨਾਲ ਤਲਕਲਾਮੀ ਹੁੰਦੀ ਹੈ ਜੀ, ਰੌਲਾ ਰੱਪਾ ਪੈਂਦਾ। ਹੁਣ ਚਰਚਾ ਕਰਨ ਵਾਲੇ ਤਾਂ ਇਹ ਵੀ ਕਹਿੰਦੇ ਨੇ ਵੀ ਯਾਰ ਇਹ ਜਿਹੜੀਆਂ ਚੀਜ਼ਾਂ ਨਾਲ ਜੁੜਦੀਆਂ ਜਾਂਦੀਆਂ, ਇਹ ਆਸ਼ੂ ਸਾਹਿਬ ਦਾ ਭਲਾ ਕਰਦੀਆਂ ਕਿ ਜਾਂ ਹੋਰ ਫਸਾਉਂਦੀਆਂ ਨੇ। ਸੋਚ, ਹੁਣ ਇਹ ਉਹਨਾਂ ਦੀ ਪਾਰਟੀ ਦਾ ਮਸਲਾ ਤੇ ਉਹਨਾਂ ਦੇ ਵਕੀਲ ਸਾਹਿਬ ਜਾਣਨ ਵੀ ਇਹਨਾਂ ਸਾਰੀਆਂ ਚੀਜ਼ਾਂ ਨਾਲ ਜੇ ਤੇ ਆਸ਼ੂ ਸਾਹਿਬ ਨੂੰ ਬੈਨੀਫਿਟ ਹੁੰਦਾ, ਕਿਉਂਕਿ ਬੈਨੀਫਿਟ ਵਾਲੀ ਗੱਲ ਤਾਂ ਨਜ਼ਰ ਆਉਂਦੀ ਨਹੀਂ। ਰਿਮਾਂਡ ਉਹਨਾਂ ਦਾ ਹੋਰ ਵੱਧ ਗਿਆ, ਰਿਮਾਂਡ ਵੱਧ ਗਿਆ ਤੇ ਅੱਗੇ ਹੁਣ ਇਹਦਾ ਮਤਲਬ ਅਜੇ ਤੱਕ ਅੰਦਰ ਨੇ, ਤੇ ਜੇ ਰਿਮਾਂਡ ਵਧਿਆ ਆਸ਼ੂ ਸਾਹਿਬ ਉੱਥੇ ਨੇ ਤੇ ਧਰਨੇ ਬਾਰੇ ਇਹ ਵਿਚਾਰ ਕਰਨਾ ਵੀ ਅਜੇ ਹੋਰ ਬਣਾਉਣਾ, ਮਤਲਬ ਜਿੰਨੀ ਵਾਰ ਰਿਮਾਂਡ ਵੱਧਦਾ ਗਿਆ ਉਨੀ ਵਾਰ ਆਪਾਂ ਉਹਨੂੰ ਚਲਾ ਕੇ ਰੱਖਣਾ, ਫਿਰ ਉਹ ਜ਼ਰੂਰ ਵਿਚਾਰ ਕਰ ਲੈਣ। ਤੇ ਗੱਲ ਉਹ ਠੀਕ ਆ ਤੁਹਾਡੀ ਵੀ ਜੇ ਤਾਂ ਇਹਦੇ ਨਾਲ ਕੋਈ ਬੈਨੀਫਿਟ ਹੁੰਦਾ ਫਿਰ ਤੇ ਗੋਲੀ ਦਵਾਈ ਚੱਲਦੀ ਰਹਿਣੀ ਚਾਹੀਦੀ ਆ। ਨਹੀਂ ਤੇ ਆਮ ਤੌਰ ਤੇ ਦਵਾਈ ਤੇ ਵੀ ਲਿਖਿਆ ਹੁੰਦਾ ਵੀ ਜੇ ਮਹਾਰਾਜ ਅੱਖਾਂ 'ਚ ਲਾ ਲਈ ਥੋੜੀ ਖਾਰਸ਼ ਆ ਜਾਵੇ ਤੇ ਇਹਨੂੰ ਤੁਰੰਤ ਬੰਦ ਕਰਕੇ ਡਾਕਟਰ ਨੂੰ ਮਿਲ ਲਓ, ਹੈ ਨਾ। ਤੇ ਜੇ ਤੁਹਾਨੂੰ ਜਾਪਦਾ ਵੀ ਇਹਦੇ ਨਾਲ ਪ੍ਰੋਬਲਮ ਆ ਰਹੀ ਆ ਜਾਂ ਆਪਣੀ ਪਾਰਟੀ ਦੇ ਵਿੱਚ ਵੀ ਵਖਰੇਵਾਂ, ਹੁਣ ਜੇ ਮੰਨ ਲਓ ਖਹਿਰਾ ਸਾਹਿਬ ਨੇ ਇਹ ਗੱਲ ਕੀਤੀ ਹੈ, ਕੱਲ੍ਹ ਨੂੰ ਕੋਈ ਹੋ ਸਕਦਾ ਵੀ 2-4 ਲੀਡਰ ਉੱਠ ਕੇ ਖਹਿਰਾ ਸਾਹਿਬ ਦੀ ਸਪੋਰਟ 'ਚ ਆ ਜਾਣ, ਕਿਉਂਕਿ ਪਿਛਲੇ ਸਮੇਂ 'ਚ ਆਪਾਂ ਇਹ ਦੇਖਦੇ ਰਹੇ ਨਾ ਵੀ ਜਦੋਂ ਸਿੱਧੂ ਸਾਹਿਬ ਇੱਕ ਪਾਸੇ ਵਿਚਰਦੇ ਸੀ, ਉਦੋਂ ਖਹਿਰਾ ਸਾਹਿਬ ਉਸ ਪਾਸੇ ਸੀ, ਉਹਨਾਂ ਦਾ ਵੀ ਇੱਕ ਧੜਾ ਸੀ। ਹੁਣ ਵੀ ਜੇ ਆਪਾਂ ਇਸ ਧਰਨੇ ਦੇ ਵਿੱਚ ਦੇਖੀਏ ਤੇ ਬਹੁਤ ਸਾਰੇ ਬੰਦੇ ਨੇ ਜਿਹੜੇ ਉਸ ਧਰਨੇ 'ਚ ਨਹੀਂ ਜਾਂਦੇ। ਜੇ ਉੱਧਰ ਨਹੀਂ ਜਾਂਦੇ, ਜੇ ਇੱਧਰੋਂ ਇੱਕ ਗੱਲ ਚੱਲੀ ਆ ਤੇ ਹੋ ਸਕਦਾ ਵੀ ਖਹਿਰਾ ਸਾਹਿਬ ਦੀ ਸਪੋਰਟ 'ਚ ਵੀ 5-4 ਬੰਦੇ ਆ ਜਾਣ, ਤੇ ਜੇ ਕੱਲ੍ਹ ਨੂੰ ਫਿਰ ਇੱਕ ਡਿਬੇਟ ਦਾ ਵਿਸ਼ਾ ਇੱਥੇ ਵੀ ਬਣਾ ਕੇ ਰੱਖ ਲੈਣਾ, ਕਾਂਗਰਸ ਪਾਰਟੀ ਦੀ ਪੰਜਾਬ ਜਿਹੜੀ ਇਕਾਈ ਹੈ ਜੀ, ਉਹਦੇ ਵਿੱਚ ਫਿਰ ਤੋਂ ਇੱਕ ਵਾਰ ਪਈ ਦਰਾਰ, ਤੇ ਫਿਰ ਕੇਂਦਰ ਵਾਲੇ ਦੇ ਵਿਚਾਰੇ ਅੱਗੇ ਆ ਉਹ ਸਿੱਝਣ ਡਿਆ ਵੀ ਯਾਰ ਕੁਛ ਪਤਾ ਨਹੀਂ, ਕਦੀ ਕੋਈ ਬਿਆਨ ਦੇ ਜਾਂਦਾ, ਕੋਈ ਚਿੱਠੀ ਲਿਖ ਕੇ ਚਲੇ ਜਾਂਦਾ ਹੀ, ਤੇ ਅਸੀਂ ਕਿੱਧਰ ਜਾਈਏ ਤੇ ਕਿੱਧਰ ਨਾ ਜਾਈਏ। ਦੇਖੋ, ਮੈਨੂੰ ਬਾਕੀ ਤਾਂ ਨਹੀਂ ਬਹੁਤਾ ਪਤਾ, ਪਰ ਮੈਨੂੰ ਇਹ ਪਤਾ ਕਿ ਪਿਛਲੇ 5-7 ਮਹੀਨੇ ਜਾਂ 5-7 ਸਾਲਾਂ ਦੇ ਵਿੱਚ ਜੇ ਤੁਸੀਂ ਜਦੋਂ ਦਾ ਸੋਸ਼ਲ ਮੀਡੀਆ ਸਰਗਰਮ ਹੋਇਆ, ਸਭ ਤੋਂ ਵੱਧ ਜੇ ਗੱਡੀ ਦੇ ਵਿੱਚ ਬੈਠ ਕੇ ਕੋਈ ਲੀਡਰ ਜਿਹੜੇ ਕਾਂਗਰਸ ਪਾਰਟੀ ਦੇ ਲਾਈਵ ਹੁੰਦੇ ਆ, ਤਾਂ ਉਹ ਖਹਿਰਾ ਸਾਹਿਬ ਤੇ ਵੜਿੰਗ ਸਾਹਿਬ ਹੀ ਨੇ। ਚੱਲਦੀਆਂ ਗੱਡੀਆਂ ਦੇ ਵਿੱਚ ਵੀ ਉਹ ਸਾਰਾ ਕੁਝ ਕਰਦੇ ਆ, ਦੋਨੋਂ ਹੀ ਬੜੇ ਅਗਰੈਸਿਵ ਨੇ, ਦੋਨੋਂ ਹੀ ਅੱਗੇ ਵਧਣ ਦੇ ਚਾਹਵਾਨ ਨੇ। ਤੇ ਹੁਣ ਦੋਵੇਂ ਹੀ ਜਦੋਂ ਆਪਸ ਦੇ ਵਿੱਚ ਟਕਰਾ ਪਏ, ਹਾਲਾਂਕਿ ਕੱਲ੍ਹ ਨੂੰ ਉਹ ਕਹਿ ਨਹੀਂ ਜੀ ਮੀਡੀਆ ਨੇ ਗੱਲ ਵਧਾ ਚੜਾ ਕੇ ਵਾਲੀ ਗੱਲ ਨਹੀਂ, ਗੱਲ ਬੜੀ ਸਿੱਧੀ ਬੱਧਰੀ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ। ਹੁਣ ਲੁਧਿਆਣੇ ਦੇ ਜਿਹੜੇ ਮੇਅਰ ਨੇ ਕਾਂਗਰਸ ਪਾਰਟੀ ਦੇ ਲੀਡਰ ਨੇ ਬਲਕਾਰ ਸਿੰਘ ਹੋਰੀ, ਉਹਨਾਂ ਨੂੰ ਵੀ ਵਿਜੀਲੈਂਸ ਨੇ ਸੱਦਿਆ ਇਸੇ ਹੀ ਕੇਸ ਦੇ ਵਿੱਚ, ਕੁਛ ਘੰਟੇ ਪੁੱਛਗਿੱਛ ਕੀਤੀ, ਸਧਾਰਨ ਸਵਾਲ ਜਵਾਬ ਸੀ, ਕਿੱਦਾਂ ਸੀ। ਉਹਨਾਂ ਦੇ ਸਮਰਥਕ ਵੀ ਆ ਕੇ ਵਿਜੀਲੈਂਸ ਦੇ ਦਫ਼ਤਰ ਦੇ ਮੂਹਰੇ ਬਹਿ ਗਏ। ਇੱਕ ਕੋਈ ਦੁਬਈ ਵਾਲਾ ਚਰਚਾ ਜਿਹਾ ਚੱਲਦਾ, ਦੁਬਈ ਵਾਲਾ ਮੈਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੁਛ ਹੈਗਾ ਕਿ ਭਾਈ ਕਿਸੇ ਕੋਈ ਹੈਗਾ ਇਨਵੈਸਟਰ ਜਿਹਾ, ਉਹਦੇ ਰਾਹੀਂ ਕਹਿੰਦੇ ਜੀ ਪੰਜਾਬ ਦੇ ਕਿਸੇ ਲੀਡਰ ਨੇ ਦੁਬਈ ਦੇ ਵਿੱਚ ਪੈਸੇ ਇਨਵੈਸਟ ਕੀਤੇ ਆ, ਕੋਈ ਹੋਟਲ ਹਾਟਲ ਦਾ ਰੌਲਾ ਹੈ, ਕੋਈ ਪਾਰਕਿੰਗ ਵੀ ਕਹਿੰਦੇ ਲੀਜ਼ ਲੂਜ਼ ਤੇ ਲਈ ਉਹਦਾ ਵੀ ਰੌਲਾ ਹੈ। ਹੁਣ ਉਹਦਾ ਇਸ ਕੇਸ ਦੇ ਨਾਲ ਕੋਈ ਸੰਬੰਧ ਹੈਗਾ ਕਿ ਨਹੀਂ ਹੈਗਾ ਪਤਾ ਨਹੀਂ, ਪਰ ਜਿੱਦਾਂ ਇਹਦਾ ਦਾਇਰਾ ਵਿਸ਼ਾਲ ਹੋਈ ਜਾਂਦਾ, ਜਿੱਦਾਂ ਕੰਮ ਉੱਪਰਲੇ ਪਾਸੇ ਨੂੰ ਚਲੇ ਜਾਂਦਾ, ਕਾਂਗਰਸੀ ਹੁਣ ਅਕਾਲੀਆਂ ਵਾਂਗੂ ਝੋਲੇ ਜਿਹੇ ਵਧੀਆ ਬੰਨ੍ਹ ਕੇ ਰੱਖਣ, ਕਿਉਂਕਿ ਅਕਾਲੀ ਦਲ ਦਾ ਮੋਰਚਿਆਂ ਦਾ ਇਤਿਹਾਸ ਹੈ। ਆਮ ਹੀ ਪੁਰਾਣੇ ਜਿਹੜੇ ਜਥੇਦਾਰ ਨੇ ਅਕਾਲੀ ਦਲ ਦੇ, ਭਾਵੇਂ ਸਰਕਲ ਦੇ ਆ ਭਾਵੇਂ ਜ਼ਿਲ੍ਹੇ ਦੇ ਆ, ਉਹਨਾਂ ਦੇ ਘਰ ਦੇ ਕਹਿੰਦੇ ਹੁੰਦੇ ਕਿ ਜੇ ਅਸੀਂ ਇੱਕ ਬਾਪੂ ਦਾ ਝੋਲਾ ਨਾ ਕੀਲੀ ਤੇ ਪੱਕਾ ਹੀ ਟੰਗ ਕੇ ਰੱਖਿਆ, ਉਹਦੇ ਵਿੱਚ 2 ਕਛਹਿਰੇ, 2 ਜਿਹੜੇ ਆ ਉਹ ਝੱਗੇ, ਹੋਰ ਨਿੱਕ ਸੁੱਕ ਤੌਲੀਆ
ਪਰਨੇ ਪੱਗਾਂ ਉਹ ਅਸੀਂ ਪੱਕੀਆਂ ਰੱਖੀਆਂ ਕਿ ਮੋਰਚਾ ਲੱਗਿਆ ਕਦੋਂ ਸੁਨੇਹਾ ਆ ਜਾਣਾ ਬਾਬੇ ਨੇ ਤਾਂ 1 ਮਿੰਟ ਵੀ ਨਹੀਂ ਟਿਕਣਾ ਫਿਰ ਇਸ ਕਰਕੇ ਭਾਈ ਉਹ ਮੋਰਚੇ ਕਿਸੇ ਹੋਰ ਤਰ੍ਹਾਂ ਦੇ ਸੀ। ਆ ਮੋਰਚੇ ਜੇ ਮੋਰਚਿਆਂ ਦਾ ਇਤਿਹਾਸ ਲਿਖਿਆ ਜਾਊ ਮੈਨੂੰ ਨਹੀਂ ਸਮਝ ਆਉਂਦੀ ਕਿ ਕਾਂਗਰਸ ਪਾਰਟੀ ਦਾ ਲੁਧਿਆਣੇ ਦੇ ਵਿੱਚ ਆਸ਼ੂ ਹੋਰਾਂ ਦੇ ਮੁੱਦੇ ਤੇ ਲੱਗਾ ਹੋਇਆ ਮੋਰਚਾ ਅਸੀਂ ਕਿਹੜੀ ਸ਼੍ਰੇਣੀ ਦੇ ਵਿੱਚ ਰੱਖਾਂਗੇ। ਹਾਂ ਜੇ ਕਿਤੇ ਹੋਵੇ ਕਾਂਗਰਸੀ ਉੱਥੇ ਵਿਹਲੇ ਹੀ ਹੁੰਦੇ ਆ ਆਪਸ ਦੇ ਵਿੱਚ ਚਰਚਾ ਕਰਨ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਸਾਹਿਬ ਨੇ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਬੀਬੀ ਨੂੰ ਇੱਕ ਵਾਰੀ ਕਿਹਾ ਸੀ ਕਿ ਭਾਈ ਉਹ ਠੀਕ ਸੀ ਕਿ ਨਹੀਂ ਠੀਕ ਸੀ, ਸਾਨੂੰ ਅੱਗੋਂ ਤੋਂ ਇਦਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਕਿ ਗੁਰੇਜ਼ ਕਰਨਾ ਚਾਹੀਦਾ ਹੈ। ਇਹਦੇ ਤੋਂ ਇਲਾਵਾ ਇੱਕ ਉਹਨਾਂ ਦੀ ਤਸਵੀਰ ਸਾਹਮਣੇ ਆਉਂਦੀ ਹੁੰਦੀ ਇੱਕ ਉਹ ਬੰਦਾ ਉਹਨੂੰ ਤੋਂ ਉਹ ਕਰਿਓ ਪੈਸੇ ਪੂਸੇ ਕਹਿੰਦਾ ਸੀ ਕਿ ਮੇਰੇ ਪ੍ਰਿੰਟਿੰਗ ਦੇ ਪੈਸੇ ਪੂਸੇ ਰਹਿੰਦੇ, ਸਾਨੂੰ ਨਹੀਂ ਪਤਾ ਉਹ ਗੱਲ ਸਹੀ ਸੀ ਜਾਂ ਗਲਤ ਸੀ, ਉਦੋਂ ਕਿਹੜਾ ਵਿਵਹਾਰ ਸੀ। ਉਹ ਸਾਰੀਆਂ ਗੱਲਾਂ ਅਗਲੇ ਪਾਸੇ ਨੂੰ ਲੈ ਕੇ ਜਾਣੀਆਂ ਚਾਹੀਦੀਆਂ। ਪਰ ਹਾਂ ਜਿੱਥੇ ਕਿ ਪੰਜਾਬ ਖੜਾ, ਜਿੱਥੇ ਕਿ ਸਾਡੀ ਖੇਤੀ ਖੜੀ, ਜਿੱਥੇ ਕਿ ਸਾਡੀ ਐਜੂਕੇਸ਼ਨ ਖੜੀ, ਜਿੱਥੇ ਕਿ ਨਸ਼ੇ ਤੇ ਗੈਂਗਸਟਰਾਂ ਦੀਆਂ ਕਹਾਣੀਆਂ ਖੜੀਆਂ, ਉੱਥੇ ਮੋਰਚਾ ਬੜਾ ਖੂੰਜੇ ਜਿਹਾ ਲੱਗਿਆ ਲੱਗਦਾ। ਨਹੀਂ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਪਹਿਲਾਂ ਤਾਂ ਬਾਕੀ ਗੱਲਾਂ ਕਰਦੇ ਸੀ, ਹੁਣ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰੋਂ ਹੀ ਸਵਾਲ ਉੱਠਣ ਲੱਗ ਪਏ ਨੇ। ਇਹਦੇ ਤੇ ਹੁਣ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਕਿਹੜਾ ਰਿਐਕਸ਼ਨ ਹੁੰਦਾ। ਇਸ ਵੇਲੇ ਹੁੰਦਾ ਨਾ ਵੀ ਉਹ ਕਹਿੰਦਾ ਭੂੰਡ ਤਾਂ ਲੜਿਆ, ਹੁਣ ਸੋਚ ਵੇਖੋ ਕਿੱਥੇ ਪੈਂਦੀ ਜੀ। ਹੁਣ ਦੇਖੋ ਵੀ ਕਿੱਥੇ ਜਾ ਕੇ ਸੋਚ ਪੈਂਦੀ, ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣੀ ਗੱਲ। ਰਹੀ ਗੱਲ ਜੇ ਹੁਣ ਕਾਂਗਰਸ ਪਾਰਟੀ ਦੀ ਗੱਲ ਤੋਰੀ ਆ, ਤੇ ਕਾਂਗਰਸ ਪਾਰਟੀ ਜਿਹੜੀ ਉਹ ਨੈਸ਼ਨਲ ਲੈਵਲ 'ਤੇ ਖਿਲਾਰੇ ਵਾਲਾ ਕੰਮ ਸੀਗਾ। ਆਪਾਂ ਗੁਲਾਮ ਨਬੀ ਆਜ਼ਾਦ ਸਾਹਿਬ ਦੀ ਗੱਲ ਕੀਤੀ ਸੀ ਵੀ ਉਹ ਚਿੱਠੀ ਲਿਖ ਕੇ ਲੰਮੀ ਚੌੜੀ ਚੱਲ ਗਈ। ਉਹ ਤੋਂ ਬਾਅਦ ਰਾਹੁਲ ਗਾਂਧੀ ਸਾਹਿਬ ਦੇ ਇੱਕ ਬਿਆਨ ਦੀ ਚਰਚਾ ਸੀ ਵੀ ਜਿਨ੍ਹਾਂ ਨੂੰ RSS ਨਾਲ ਬੜਾ ਪਿਆਰ ਹੈ ਚਲੇ ਜਾਓ ਭਾਈ ਸਾਹਿਬ, ਸਾਨੂੰ ਲੋੜ ਨਹੀਂ। ਉਹਦੇ 'ਤੇ ਹੁਣ ਹੌਲੀ ਹੌਲੀ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਛੱਡ ਚੁੱਕੇ ਲੋਕ ਨੇ, ਉਹ ਵੀ ਜਿਹੜੇ ਵਿੱਚ ਨੇ, ਉਹ ਰਿਐਕਟ ਕਰਨ ਲੱਗ ਪਏ। ਜਿੱਦਾਂ ਕੈਪਟਨ ਸਾਹਿਬ ਨੇ ਤਾਂ ਰਿਐਕਟ ਕੀਤਾ, ਉਹ ਕਹਿੰਦੇ ਵੀ ਜਿਹੜਾ ਖਲਾਰਾ ਪੈ ਗਿਆ ਨਹੀਂ ਇਕੱਠਾ ਹੋਣਾ। ਮਨੀਸ਼ ਤਿਵਾੜੀ ਸਾਹਿਬ ਪਿਛਲੇ ਦਿਨ ਹਾਲਾਂਕਿ ਮੋਦੀ ਸਾਹਿਬ ਦੇ ਦੌਰਾਨ ਫੰਕਸ਼ਨ ਦੇ ਦੌਰਾਨ ਉਹਨਾਂ ਨੂੰ ਤਾਂ ਸੱਦਿਆ ਸੀ, ਕੈਪਟਨ ਸਾਹਿਬ ਦੀ ਕਿਤੇ ਗੱਲ ਹੋਈ ਨਹੀਂ, ਹੋਈ ਕਿਤੇ ਨਹੀਂ, ਨਾ ਢੀਂਡਸਾ ਸਾਹਿਬ ਦੀ ਹੋਈ ਕਿਤੇ। ਦੇਖੋ ਰੌਲਾ ਇਹ ਆ ਕਿ ਕੋਈ ਵੀ ਬੰਦਾ ਕਹਿ ਸਕਦਾ, ਤੁਸੀਂ ਉਹਨਾਂ ਨੂੰ ਨਾ ਤੁਸੀਂ ਕਹੋ ਇਦਾਂ। ਨਹੀਂ ਮੈਨੂੰ ਤਾਂ ਗੱਲ ਕਰਦਿਆਂ ਚੇਤਾ ਆ ਗਿਆ ਵੀ ਉਦੋਂ ਬਾਜਵਾ ਸਾਹਿਬ ਨੇ ਇਤਰਾਜ਼ ਕੀਤਾ ਸੀ। ਉਹ ਕਹਿੰਦੇ ਗੱਲ ਕਰਦਿਆਂ ਜਿਹੜਾ ਚੇਤਾ ਉਹਨਾਂ ਨੂੰ ਸੁਣ ਕੇ ਜਿਹੜਾ ਚੇਤਾ ਆਉਣਾ ਉਹ ਤੁਸੀਂ ਹਿਸਾਬ ਲਾਓ। ਹੁਣ ਰੌਲਾ ਇਹ ਆ ਸੰਧਾਲੀਆ ਸਾਹਿਬ, ਆਪਾਂ ਕਈ ਚੀਜ਼ਾਂ ਢੱਕਣੀਆਂ ਲਪੇਟਣੀਆਂ ਪੈਂਦੀਆਂ। ਨਾ ਤਾਂ ਹੁਣ ਢੀਂਡਸਾ ਸਾਹਿਬ ਕਿਸੇ ਅਹੁਦੇ ਤੇ ਆ, ਨਾ ਕੈਪਟਨ ਸਾਹਿਬ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਇਸ ਕਰਕੇ ਆਪਾਂ ਮੰਨ ਕੇ ਚੱਲਦੇ ਕਿ ਉਹਨਾਂ ਨੂੰ ਨਹੀਂ ਸੱਦਿਆ, ਉਹ ਬਹੁਤ ਵੱਡਾ ਤਰਕ ਦੇ ਸਕਦੇ। ਤੁਹਾਡੀ ਗੱਲ ਜਦੋਂ ਉਹਨਾਂ ਨੇ ਪ੍ਰੋਗਰਾਮ 'ਚ ਸੁਣਨੀ ਹੈ, ਜੇ ਕੋਈ ਕੱਲ੍ਹ ਨੂੰ ਪੱਤਰਕਾਰ ਪੁੱਛੂਗਾ ਇੱਥੋਂ ਸੱਦਿਆ ਨਹੀਂ, ਉਹਨਾਂ ਨੇ ਕਹਿ ਦੇਣਾ ਜੀ ਦੇਖੋ ਉਹ ਸਰਕਾਰੀ ਸਮਾਗਮ ਸੀ ਜਾਂ ਆਹ ਤਰ੍ਹਾਂ ਦਾ ਸਮਾਗਮ ਸੀ, ਉੱਥੇ ਸਿਰਫ ਲੋਕਾਂ ਦੇ ਚੁਣੇ ਨੁਮਾਇੰਦੇ, ਇੱਕ ਰਾਜਪਾਲ ਸਾਹਿਬ, ਮੁੱਖ ਮੰਤਰੀ ਸਾਹਿਬ, ਹਲਕੇ ਦੇ MP ਸਾਹਿਬ ਉਹੀ ਸੀ, ਹੋਰ ਤਾਂ ਕੋਈ ਸੀਗਾ ਨਹੀਂ। ਇਸ ਕਰਕੇ ਬੰਦਾ ਨਹੀਂ ਸੀ। ਪਰ ਦੂਜੇ ਪਾਸੇ ਇਹ ਵੀ ਹੈ, ਕਹਿੰਦੇ ਆ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਉੱਥੇ ਆਏ ਉਦਘਾਟਨ ਤੋਂ ਪਹਿਲਾਂ ਜਾਂ ਬਾਅਦ, ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਿੰਨੇ ਲੀਡਰ, ਉਹਨਾਂ ਦੇ ਵਿੱਚ ਬਲਵੀਰ ਸਿੰਘ ਸਿੱਧੂ ਸਾਹਿਬ ਵੀ, ਰਾਣਾ ਸੋਢੀ ਸਾਹਿਬ ਵੀ, ਉਹਨਾਂ ਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ ਸਾਹਿਬ ਵੀ, ਉਹਨਾਂ ਦੇ ਵਿੱਚ ਅਸ਼ਵਨੀ ਸ਼ਰਮਾ ਸਾਹਿਬ ਵੀ, ਤਰਨ ਚੁੱਗ ਸਾਹਿਬ ਵੀ, ਉਹਨਾਂ ਦੇ ਵਿੱਚ ਕਿੰਨੇ ਖੰਨਾ ਸਾਹਿਬ ਜਿਹੜੇ ਨੇ, ਵੀਰਕਾ ਸਾਹਿਬ, ਜਾਖੜ ਸਾਹਿਬ, ਹਾਂ ਉਹ ਸਾਰੇ ਬੰਦੇ ਜਿਹੜੇ ਆ ਉਹਨਾਂ ਨੂੰ ਅੱਧਾ ਪੌਣਾ ਘੰਟਾ ਉਹ ਮਿਲੇ ਆ। ਉਹਨਾਂ ਨੂੰ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਦੀਆਂ ਨੀਤੀਆਂ ਅੱਗੇ ਲੈ ਕੇ ਜਾਓ, ਤੁਸੀਂ ਤਿਆਰੀਆਂ ਕਰੋ ਲੋਕ ਸਭਾ ਦੀਆਂ ਚੋਣਾਂ ਦੀ। ਜਾਣੀ ਜੇ ਉਹ ਸਮਾਗਮ ਦੇ ਵਿੱਚ ਕੁਰਸੀ ਨਹੀਂ ਤਾਂ 5-7 ਮਿੰਟ ਦੀ ਵੈਸੇ ਹੀ ਦੁਆ ਸਲਾਮ ਮਾੜੀ ਮੋਟੀ ਕਿਤੇ ਨਾ ਕਿਤੇ ਕੋਈ ਸਤਿ ਸ੍ਰੀ ਅਕਾਲ, ਕੋਈ ਨਮਸਤੇ ਹੋ ਸਕਦੀ ਸੀ। ਨਹੀਂ ਹੋਈ। ਦੋਨੇ ਧਿਰਾਂ ਸੋਚਦੀਆਂ ਵਿਚਾਰਦੀਆਂ ਜਿਹੜੀਆਂ ਜ਼ਰੂਰ ਹੋਣਗੀਆਂ। ਹੁਣ ਤੁਹਾਡੀ ਗੱਲ ਸੁਣ ਕੇ ਥੋੜ੍ਹਾ ਜਿਹਾ ਹੋਰ ਚਿੰਤਾ ਹੋ ਜੂਗੀ। ਨਹੀਂ ਮੈਂ ਤਾਂ ਕੁਦਰਤੀ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਆਇਆ ਵੀ ਉਦੋਂ ਦੇਖੋ ਬਾਜਵਾ ਸਾਹਿਬ ਨੇ ਉਜਰ ਕੀਤਾ ਸੀ ਵੀ ਸਾਨੂੰ ਸੱਦਿਆ ਨਹੀਂ। ਚਲੋ ਉਹ ਮੜਦੇ ਸੀ ਵੀ ਪੰਜਾਬ ਸਰਕਾਰ ਨੇ ਸੱਦਿਆ। ਨਿਮਰਤਾ ਦੇਖੋ ਇਹਨਾਂ ਨੇ ਇਤਰਾਜ਼ ਵੀ ਨਹੀਂ ਕੀਤਾ ਹੈ ਨਾ। ਪਰ ਦੇਖੋ ਅਜੇ ਲੰਘੀਆਂ ਇਲੈਕਸ਼ਨਾਂ, ਇਕੱਠੀਆਂ ਇਲੈਕਸ਼ਨਾਂ ਹੋਣ, ਉਹਦੇ 'ਚ ਬਹੁਤ ਸਾਰੇ ਕੈਂਡੀਡੇਟ ਚਾਹੇ ਕੈਪਟਨ ਸਾਹਿਬ ਦੇ ਸੀਗੇ, ਚਾਹੇ ਢੀਂਡਸਾ ਸਾਹਿਬ ਦੇ ਸੀਗੇ, ਉਹ ਕਮਲ ਦੇ ਫੁੱਲ ਦੇ ਨਿਸ਼ਾਨ ਦੇ ਉੱਪਰ ਮਤਲਬ ਇਲੈਕਸ਼ਨ ਲੜੇ ਹੋਣ। ਇੰਨੀ ਸਾਂਝ ਵਾਲੇ ਬੰਦਿਆਂ ਨੂੰ ਉੱਥੇ ਨਾ ਸੱਦਿਆ ਹੋਵੇ, ਨਾ ਉਹਨਾਂ ਦਾ ਜ਼ਿਕਰ ਕੀਤਾ ਹੋਵੇ। ਇਹ ਗੱਲ ਉਹਨਾਂ ਦੇ ਲਈ ਆਪੋ ਆਪਣੀਆਂ ਪਾਰਟੀਆਂ, ਕਿਉਂਕਿ ਉਹਨਾਂ ਦੀ ਵੀ ਇੱਕ ਪਾਰਟੀ ਹੈ, ਉਹਨਾਂ ਦੀ ਵੀ ਇੱਕ ਪਾਰਟੀ ਹੈ, ਉਹਨਾਂ ਦੋਵਾਂ ਪਾਰਟੀਆਂ ਦੇ ਜਿਹੜੇ ਸਰਪ੍ਰਸਤ ਨੇ, ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਸੋਚਣਾ ਤਾਂ ਚਾਹੀਦਾ ਵੀ ਯਾਰ ਸਾਡੀ ਇੱਕ ਗੱਲ ਹੋਰ ਵੀ ਹੈ। ਕਈ ਵਾਰੀ ਹੁੰਦਾ ਨਾ ਕਿ ਮੈਂ ਗਿਆ ਜਾਂ ਉਹ ਜਾਇਆ, ਇੱਕੋ ਹੀ ਗੱਲ ਹੈ। ਫਤਿਹ ਬਾਜਵਾ ਸਾਹਿਬ ਕੈਪਟਨ ਸਾਹਿਬ ਦੇ ਬੰਦੇ ਸੀ, ਰਾਣਾ ਸੋਢੀ ਸਾਹਿਬ ਲਾ ਲਓ ਜਾਂ ਬਲਵੀਰ ਸਿੰਘ ਸਿੱਧੂ ਸਾਹਿਬ ਲਾ ਲਓ, ਧੜਾ ਤਾਂ ਇੱਕੋ ਹੀ ਸੀ। ਉਹ ਕਹਿਣਗੇ ਡਾਕਟਰ ਰਾਜਕੁਮਾਰ ਹੋਰੀ ਕਿ ਅਸੀਂ ਜਾਏ, ਕੈਪਟਨ ਸਾਹਿਬ ਤੁਸੀਂ ਜਾਏ, ਇੱਕੋ ਹੀ ਗੱਲ ਹੈ, ਅਸਾਂ ਮਿਲ ਤਾਂ ਲੈ। ਉਹਨਾਂ ਨੇ ਸੁਨੇਹਾ ਭੇਜਿਆ, ਕਹਿੰਦੇ ਜੀ ਉਹਨਾਂ ਨੂੰ ਕੋਈ ਸਿਹਤ ਦਾ ਖਿਆਲ ਰੱਖਣਾ। ਨਹੀਂ ਪਰ ਇੱਕ ਸਵਾਲ ਆ, ਹਾਂਜੀ ਇਹ ਵੀ ਚਰਚਾ ਹੈ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕਹਿੰਦਾ ਕੁਛ ਚਰਚਾਵਾਂ ਹੁੰਦੀਆਂ ਜਿਹੜੀਆਂ ਸਾਈਡ 'ਤੇ ਚੱਲਦੀਆਂ ਜੀ। ਉਹ ਸਾਈਡ 'ਤੇ ਚੱਲਦੀਆਂ ਚਰਚਾਵਾਂ ਦੇ ਵਿੱਚ ਇਹ ਚਰਚਾ ਚੱਲਦੀ ਹੈ ਵੀ ਕਿਉਂਕਿ ਉਹ ਬੰਦੇ ਸਾਰੇ BJP 'ਚ ਚਲੇ ਗਏ ਜੀ, ਇਸ ਕਰਕੇ ਉਹ BJP ਦਾ ਹਿੱਸਾ ਨੇ। ਕੈਪਟਨ ਸਾਹਿਬ ਨੇ ਜੇ ਵੱਖਰੀ ਪਾਰਟੀ ਰੱਖੀ ਹੈ, ਢੀਂਡਸਾ ਸਾਹਿਬ ਦੀ ਇੱਕ ਵੱਖਰੀ ਪਾਰਟੀ ਹੈ, ਉਹ ਵੱਖਰੀ ਪਾਰਟੀ ਦੇ ਤੌਰ 'ਤੇ ਉਹਨਾਂ ਨੂੰ ਟਰੀਟ ਕੀਤਾ ਜਾ ਰਿਹਾ ਵੀ ਨਹੀਂ ਉਹ ਤਾਂ ਪਾਰਟੀ ਵੱਖਰੀ ਹੈ। ਉਹ ਪਾਰਟੀ ਕਿੱਥੇ ਹੈ ਇਹ ਨਹੀਂ ਫਰਕ ਪੈਂਦਾ, ਕਾਗਜ਼ਾਂ ਦੀ ਗੱਲ ਆ ਵੀਰ ਜੀ, ਕਿੱਥੇ ਹੈ ਕਿੱਥੇ ਨਾਲ ਨਹੀਂ ਹੈਗਾ। ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖ ਲਓ, ਕਹਿਣਗੇ ਸਾਡੀ ਪਾਰਟੀ ਹੈਗੀ। ਚਲੋ ਉੱਪਰਲੇ ਪਾਸੇ ਕੀ ਚੱਲਦਾ। ਪਰ ਕਾਂਗਰਸ ਦੀ ਤੁਸੀਂ ਗੱਲ ਸ਼ੁਰੂ ਕੀਤੀ ਸੀ, ਗੁਲਾਮ ਨਬੀ ਆਜ਼ਾਦ ਸਾਹਿਬ ਨੇ ਅਸਤੀਫਾ ਦਿੱਤਾ, ਤੁਸੀਂ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ। ਕੈਪਟਨ ਸਾਹਿਬ ਨੇ ਠੋਕ ਕੇ ਕਿਹਾ,
ਉਹ ਕਹਿੰਦੇ ਇੱਕ ਬੰਦੇ ਦਾ ਰਾਜ ਥੋੜ੍ਹੀ ਚੱਲ ਸਕਦਾ ਕਾਂਗਰਸ 'ਚ, ਬਹੁਤ ਸਾਰੇ ਬੰਦਿਆਂ ਨੇ ਮਿਹਨਤ ਕੀਤੀ, ਕਾਂਗਰਸ ਪਾਰਟੀ ਨੂੰ ਉੱਥੇ ਲੈ ਕੇ ਗਿਆ, ਤੇ ਹੁਣ ਇੱਕੋ ਬੰਦੇ ਦਾ ਹੁਕਮ ਮੰਨੀ ਜਾਈਏ। ਦੂਸਰਾ ਉਹ ਕਹਿੰਦੇ ਆ ਜਿਹੜੇ ਬੰਦੇ ਹੁਣ ਗੁਲਾਮ ਨਬੀ ਆਜ਼ਾਦ ਦੇ ਖਿਲਾਫ ਬੋਲਦੇ ਆ ਕਾਂਗਰਸ ਦੇ, ਇੰਨੀ ਵੀ ਨਹੀਂ ਕਹਿੰਦੇ ਚਾਪਲੂਸੀ ਕਰੀ ਦੀ, ਕਿਉਂਕਿ ਮੈਂ ਹੈਰਾਨ ਆ, ਮਲਿਕ ਅਰਜੁਨ ਖੜਗੇ ਸਾਹਿਬ ਨੇ ਪਤਾ ਕਿਹਾ, ਅਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਉਣਾ ਹੀ। ਵਾਹ ਵੀ ਖੜਗੇ ਸਾਹਿਬ ਤੁਸੀਂ ਸਵੇਰੇ ਬਣਾਓ। ਨਹੀਂ ਖੜਗੇ ਸਾਹਿਬ ਖੜ ਗਏ ਰਾਹੁਲ ਗਾਂਧੀ ਦੇ ਨਾਲ, ਖੜ ਗਏ ਉਹ ਕਹਿੰਦੇ ਵੀ ਮੈਂ ਖੜ ਗਈ, ਯਾਨੀ ਹੋ ਸਕਦਾ ਦੋਨੇ ਹੀ ਰਹਿ ਜਾਣ ਮੁੜ ਕੇ, ਯਾਨੀ ਇੱਕ ਜਿਨ੍ਹਾਂ ਨੇ ਪ੍ਰਧਾਨ ਬਣਨਾ, ਦੂਜੇ ਜਿਨ੍ਹਾਂ ਨੇ ਪ੍ਰਧਾਨ ਬਣਾਉਣਾ ਹੀ, ਤੇ ਉੱਥੇ ਉਹ ਇੱਕ ਹੁੰਦਾ ਤਈ ਮਜੀਦ, ਉਹ ਤੀਜਾ ਬੰਦਾ ਵੀ ਨਾ ਲੱਭੇ ਕੋਈ ਕਰਨ ਵਾਲਾ। ਹੁਣ ਇਹਦੇ ਤੋਂ ਬਿਨਾਂ ਇੱਕ ਖਾਸ ਗੱਲ ਜਿਹੜੀ ਦੇਖਣ ਵਾਲੀ ਹੈ, ਗੁਲਾਮ ਨਬੀ ਆਜ਼ਾਦ ਹੋਰਾਂ ਨੂੰ ਆਨੰਦ ਸ਼ਰਮਾ ਜਾ ਕੇ ਮਿਲੇ ਆ, 2 ਘੰਟੇ ਮੁਲਾਕਾਤ ਹੋਈ ਹੈ, ਕਾਂਗਰਸ ਪਾਰਟੀ ਦੇ ਲੀਡਰ ਨੇ ਉਹ। ਹੁਣ ਜਿਹੜਾ ਬੰਦਾ ਕਾਂਗਰਸ ਪਾਰਟੀ ਛੱਡ ਗਿਆ, 5 ਸਫ਼ਿਆਂ ਦੀ ਚਿੱਠੀ ਲਿਖ ਗਿਆ, ਨਵੀਂ ਪਾਰਟੀ ਬਣਾਉਣ ਲੱਗਿਆ, ਰਾਹੁਲ ਗਾਂਧੀ ਤੇ ਪਾਰਟੀ ਨੂੰ ਬਰਬਾਦ ਕਰਨ ਦਾ ਦੋਸ਼ ਲਾ ਗਿਆ, ਉਸ ਬੰਦੇ ਦੇ ਨਾਲ 2 ਘੰਟੇ ਕਾਂਗਰਸ ਪਾਰਟੀ ਦੇ, ਉਹ ਵੀ ਬੜੇ ਸੀਨੀਅਰ ਲੀਡਰ, 3-4 ਦਹਾਕੇ ਹੋ ਗਏ ਕਾਂਗਰਸ 'ਚ, ਉਹ ਮੁਲਾਕਾਤ ਕਰਦੇ ਆ। ਗੱਲਾਂ ਬਾਤਾਂ ਕੀ ਹੋਈਆਂ ਇਹ ਤਾਂ ਪਤਾ ਨਹੀਂ, ਪਰ ਹੋਰ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਕਹਿਤਾ ਕਿ ਭਾਈ ਕਾਂਗਰਸ ਅਜੇ ਵੀ ਸੋਚੇ ਆਪਣੀ ਉਹਨਾਂ ਦੀ ਪਾਰਟੀ ਦੇ। ਹੁਣ ਤੁਸੀਂ ਹੈਰਾਨੀ ਦੀ ਗੱਲ ਹੈ, ਮਨੀਸ਼ ਤਿਵਾੜੀ ਸਾਹਿਬ ਕਹਿੰਦੇ, ਉਹ ਕਹਿੰਦੇ ਜੀ ਦੇਖੋ 2 ਸਾਲ ਪਹਿਲਾਂ ਅਸੀਂ ਚਿੱਠੀ ਲਿਖੀ 23 ਬੰਦਿਆਂ ਨੇ ਬੀਬੀ ਸੋਨੀਆ ਗਾਂਧੀ ਨੂੰ, ਤੇ ਉਹ ਚਿੱਠੀ ਨੂੰ ਬਗਾਵਤ ਸਮਝਿਆ ਗਿਆ। ਕਹਿੰਦੇ ਅਸੀਂ ਬਗਾਵਤ ਨਹੀਂ ਸੀ ਕੀਤੀ, ਅਸੀਂ ਤਾਂ ਆਗਾਹ ਕੀਤਾ ਸੀ ਕਿ ਜਿੱਧਰਲੇ ਰਸਤੇ ਤੁਸੀਂ ਤੁਰ ਪਏ ਪੱਲੇ ਕੱਖ ਨਹੀਂ ਪੈਣਾ। ਤੇ ਕਹਿੰਦੇ 2 ਸਾਲਾਂ 'ਚ ਜਿੰਨੀਆਂ ਵਿਧਾਨ ਸਭਾ ਚੋਣਾਂ ਹੋਈਆਂ, ਪਾਰਟੀ ਸਾਰੀਆਂ ਹਰੀ ਹੈ। ਅੱਜ ਵੀ ਕਹਿੰਦੇ ਸਾਡੀ ਗੱਲ ਦੇ ਉੱਤੇ ਮਾੜਾ ਮੋਟਾ ਗੌਰ ਕਰ ਲਓ, ਜੇ ਗੌਰ ਕਰ ਲਓਗੇ ਪਾਰਟੀ ਹੋ ਸਕਦਾ ਬਚ ਜੇ, ਤੇ ਜੇ ਤੁਸੀਂ ਗੌਰ ਨਾ ਕੀਤੀ ਤਾਂ ਫਿਰ ਨਹੀਂ ਬਚਣੀ। ਕਹਿੰਦੇ ਮੇਰੀਆਂ ਗੱਲਾਂ ਨੇ, ਕਈਆਂ ਨੂੰ ਤੰਗੀ ਹੋਣੀ ਹੈ, ਕਈਆਂ ਨੇ ਮੇਰੇ ਖਿਲਾਫ ਬਿਆਨ ਦੇਣੇ ਆ। ਉਹ ਕਹਿੰਦੇ ਦੇਖੋ ਅਸੀਂ ਵੀ ਪਾਰਟੀ ਲਈ ਮਿਹਨਤ ਕੀਤੀ ਹੈ, ਮੈਂ ਵੀ 3-3.5 ਦਹਾਕੇ ਪਾਰਟੀ ਨੂੰ ਦਿੱਤੇ ਹੈ, ਤੇ ਸਾਡਾ ਹੱਕ, ਅਸੀਂ ਕਿਰਾਏਦਾਰ ਥੋੜੀ ਕਹਿੰਦੇ ਕਾਂਗਰਸ ਦੇ ਵਿੱਚ, ਅਸੀਂ ਹਿੱਸੇਦਾਰ ਆ ਕਾਂਗਰਸ ਦੇ, ਇੱਕ ਪਾਰਟ ਆ। ਤੇ ਜੇ ਤੁਸੀਂ ਧੱਕੇ ਧੁੱਕੇ ਮਾਰ ਕੇ ਕਰਨਾ ਕੱਢ ਲਓ, ਫਿਰ ਦੇਖ ਲਾਂਗੇ। ਨਹੀਂ ਗੱਲ ਤੇ ਹੈਗੀ ਆ। ਦੇਖੋ ਉਜਰ ਇਤਰਾਜ਼ ਦੇ ਵਿੱਚ ਨਾ ਇਹ ਵੀ ਚਰਚਾ ਚੱਲਦੀ ਹੈ, ਰਾਹੁਲ ਗਾਂਧੀ ਸਾਹਿਬ ਬਾਰੇ ਕਿਹਾ ਜਾਂਦਾ ਵੀ ਮੋਟਾ ਜਾਂ 1/40 39 ਇਲੈਕਸ਼ਨਾਂ ਹੋਈਆਂ ਜੀ, ਜਿਹੜੀਆਂ ਕਿ ਰਾਹੁਲ ਗਾਂਧੀ ਸਾਹਿਬ ਦੀ ਸਰਪ੍ਰਸਤੀ ਕਹਿ ਲਓ, ਪ੍ਰਧਾਨਗੀ ਕਹਿ ਲਓ, ਉਹਨਾਂ ਨੂੰ ਅੱਗੇ ਰੱਖ ਕੇ, ਚਿਹਰਾ ਰੱਖ ਕੇ ਲੜੀਆਂ ਕਾਂਗਰਸ ਨੇ, ਤੇ ਉਹ ਸਾਰੀਆਂ ਹਰੀਆਂ। ਹੁਣ ਤੁਸੀਂ ਦੇਖੋ ਵੀ ਜੇ ਇੰਨੀਆਂ ਇਲੈਕਸ਼ਨਾਂ ਉਹ ਗਿਣਾਉਂਦੇ ਨੇ, ਤੇ ਮੈਨੂੰ ਤੇ ਹੁਣ ਇੱਕੋ ਗੱਲ ਯਾਦ ਦੀ ਵੀ ਹੋ ਸਕਦਾ ਰਾਹੁਲ ਗਾਂਧੀ ਸਾਹਿਬ ਵੇਟ ਕਰਦੇ ਹੋਣ ਵੀ ਨਹੀਂ ਯਾਰ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਜੇ 50 ਤੋਂ ਉੱਪਰ ਚਾਹੀਦੀਆਂ, ਇਹ ਤਾਂ 39 ਹੋਈਆਂ ਨੇ। ਇਹ ਤਾਂ ਤੁਹਾਨੂੰ ਪਤਾ ਨਾ, ਰਾਹੁਲ ਗਾਂਧੀ ਸਾਹਿਬ ਨੂੰ ਪਤਾ ਹੀ ਨਹੀਂ। ਉਹਦਾ ਕਾਰਨ ਇੱਕ, ਕਿਉਂਕਿ ਜਿੱਦਣ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ, ਉਹਨਾਂ ਦੀਆਂ ਰੈਲੀਆਂ ਅਨਾਉਂਸ ਹੋ ਜਾਂਦੀਆਂ, ਉਦੋਂ ਆਉਂਦੇ ਆ। ਜਦੋਂ ਤੱਕ ਵੋਟਾਂ ਗਿਣ ਕੇ ਨਤੀਜਾ ਆਉਣਾ ਹੁੰਦਾ, ਉਦੋਂ ਤੱਕ ਬਾਹਰ ਹੁੰਦੇ, ਉਹ ਛੁੱਟੀ ਤੇ ਚਲੇ ਜਾਂਦੇ ਆ। ਪਿੱਛੋਂ ਜੋ ਕੁਛ ਹੋਇਆ ਉਹਦੇ ਜ਼ਿੰਮੇਵਾਰ ਉਹ ਨਹੀਂ ਹੈਗੇ। ਹਾਂ, ਉਹ ਕਹਿੰਦੇ ਵੀ ਹਾਂ ਇਲੈਕਸ਼ਨ ਜੀ ਉਦੋਂ ਅਨਾਉਂਸ ਤਾਂ ਹੋਈ ਸੀ, ਬਾਅਦ 'ਚ ਨਤੀਜੇ ਬਾਰੇ ਯਾਰ ਗੱਲ ਹੀ ਨਹੀਂ ਹੋਈ, ਮੈਂ ਤਾਂ ਬਾਹਰ ਸੀਗਾ। ਮਤਲਬ ਜੇ ਤਾਂ ਹੁਣ ਇਸ ਹਿਸਾਬ ਨਾਲ ਚੱਲੀ ਜਾਣਾ, ਤੇ ਫਿਰ ਜ਼ਰੂਰ ਸੋਚੇ ਵੀ ਕਾਂਗਰਸ ਪਾਰਟੀ, ਆਪਾਂ ਤਾਂ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ, ਮੇਰਾ ਖਿਆਲ 1 ਸਦੀ ਦੇ 30-35-36 ਸਾਲ ਉਹਦੇ ਉੱਪਰ ਹੋ ਗਏ। ਹੁਣ 130-35 ਸਾਲ ਪੁਰਾਣੀ ਪਾਰਟੀ ਜਿਹੜੀ ਹੈ, ਉਹਦੇ ਵਿੱਚ ਇਸ ਵਕਤ ਜੋ ਹਾਲਾਤ ਚੱਲਦੇ ਪਏ ਆ, ਉਹਦੀਆਂ ਜੇ ਚਿੱਠੀਆਂ ਕੋ ਲਿਖੇ ਤਾਂ ਵੀ ਬਗਾਵਤ, ਜੇ ਕੋਈ ਗੱਲ ਕਰੇ ਤੇ ਤਾਂ ਵੀ ਪਾਸੇ, ਕਿਸੇ ਦੀ ਕੋਈ ਵੀ ਗਿਣੀ ਸੁਣੀ ਨਾ ਜਾਵੇ। ਤੇ ਆਪਾਂ ਤਾਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਇਸ ਵਕਤ ਕਾਂਗਰਸ ਪਾਰਟੀ ਦਾ ਪਾਰਟ ਨੇ, ਵੀ ਹੋ ਸਕਦਾ ਅੱਜ ਉਹਨਾਂ ਨੂੰ ਉਹ ਵਿਜ਼ਨ ਨਾ ਆਉਂਦਾ ਹੋਵੇ, ਜਾਂ ਉਹ ਚੀਜ਼ ਨਜ਼ਰ ਨਾ ਆਉਂਦੀ ਹੋਵੇ ਜਿਹੜੀ ਛੱਡ ਕੇ ਜਾਣ ਵਾਲੇ ਨੂੰ ਨਜ਼ਰ ਆ ਰਹੀ ਹੈ। ਜੇ ਕੱਲ੍ਹ ਨੂੰ ਨਜ਼ਰ ਆਉਣ ਲੱਗ ਪਈ ਤੇ ਕਿਤੇ ਆਪਾਂ ਲੇਟ ਨਾ ਹੋ ਜੀ ਪਾਰਟੀ ਬਚਾਉਣ ਦੀ ਗੱਲ। ਲੇਟ ਤਾਂ ਹੋ ਹੀ ਗਿਆ ਜੀ, ਲੇਟ ਹੋ ਹੀ ਗਿਆ, ਕਿਉਂਕਿ ਇੱਕ ਤਾਂ ਹੁੰਦਾ ਕਿ ਤੁਸੀਂ ਤੁਰੇ ਨਹੀਂ, ਦੂਜਾ ਤੁਸੀਂ ਇਹ ਸੋਚਦੇ ਵੀ ਨਹੀਂ ਕਿ ਉੱਧਰਲੇ ਪਾਸੇ ਨੂੰ ਤੁਰਨਾ। ਹੁਣ ਬੀਬੀ ਸੋਨੀਆ ਗਾਂਧੀ ਦੀ ਚੁੱਪੀ, ਰਾਹੁਲ ਗਾਂਧੀ ਦੀ ਚੁੱਪੀ, ਤੁਸੀਂ ਕੋਈ ਮੀਟਿੰਗ ਹੀ ਸੱਦ ਲਓ, ਜਿਹੜੇ ਬੰਦੇ ਅਸੰਤੁਸ਼ਟ ਨੇ ਉਹਨਾਂ ਨੂੰ ਸੱਦੋ, ਉਹਨਾਂ ਨਾਲ ਗੱਲ ਕਰੋ। 4 ਬੰਦੇ, ਜਿਹੜਾ ਬੰਦਾ ਗਿਆ ਉਹਨੂੰ ਮਨਾਉਣ ਭੇਜੋ। ਗੁਲਾਮ ਨਬੀ ਆਜ਼ਾਦ ਨੇ ਕਿਹੜਾ ਉੱਥੇ ਪਾਰਟੀ ਖੜੀ ਕਰ ਲਈ ਹੈ, ਜਾਂ ਉਹਨੇ ਬੰਦੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਆ ਜੀ, ਉਹਨੇ ਐਲਾਨ ਹੀ ਕੀਤਾ, ਚਿੱਠੀ ਉਹਨੇ ਖੁੱਲ੍ਹ ਕੇ 5 ਸਫ਼ਿਆਂ ਦੀ ਲਿਖੀ ਹੈ। ਚਰਚਾ ਤਾਂ ਕਰੋ, ਆਪਦਾ ਨਿਆਣਾ ਸਾਰਿਆਂ ਨੂੰ ਚੰਗਾ ਲੱਗਦਾ ਹੁੰਦਾ ਕਿ ਨਹੀਂ ਜੀ ਬਹੁਤ ਵਧੀਆ ਉਹ ਕੰਮ ਠੀਕ ਕਰਦਾ, ਐਵੇਂ ਤਾਂ ਗੁਆਂਢੀ ਜਲਦੇ ਨੇ, ਉਹਨਾਂ ਬਲਦੇ ਨੇ, ਉਹਨਾਂ ਨੂੰ ਤਰੱਕੀ ਨਹੀਂ ਦੇਖੀ ਜਾਂਦੀ। ਪਰ ਕਦੇ ਕਦੇ ਸਾਹਮਣੇ ਬਿਠਾ ਕੇ ਦੇਖਣਾ ਚਾਹੀਦਾ ਕਿ ਮੁੰਡੇ ਨੂੰ ਗੱਡਾ ਜੋੜਨਾ ਆਉਂਦਾ ਹੀ, ਮੁੰਡਾ ਖੇਤ ਖੁਦ ਵਾਹ ਲੈਂਦਾ ਹੀ, ਮੁੰਡਾ ਬੱਟਾ ਬੁੱਟਾ ਪਾ ਲੈਂਦਾ, ਮੁੰਡੇ ਨੂੰ ਖੂੰਜੇ ਖਾਂਜੇ ਗੁੱਡਣੇ ਆਉਂਦੇ ਆ, ਨਹੀਂ ਆਉਂਦੇ ਤਾਂ ਸਿਖਾਓ ਭਾਈ। ਬਿਲਕੁਲ ਸਹੀ, ਨਹੀਂ ਤਾਂ ਕਿਸੇ ਹੋਰ ਨੂੰ ਡਿਊਟੀ ਦੇ ਦਿਓ। ਨਹੀਂ ਇੱਦਾਂ ਕਹਿੰਦਾ ਦੇ ਦੀ ਡਿਊਟੀ, ਮਤਲਬ ਹੁਣ ਠੇਕੇ ਦੇ ਦੀ ਕਈ ਵਾਰੀ, ਤੂੰ ਕਹਿੰਦਾ ਦੁਕਾਨ ਪਾ ਲਾ। ਆਹ ਅਸਲ ਦੇ ਵਿੱਚ ਦੇਖੋ ਨਾ, ਹੁਣ ਇੱਕ ਹੋਰ ਡਿਬੇਟ ਜਿਹੜੀ ਇੱਥੇ ਚੱਲਦੀ, ਉਹ ਇਹ ਚੱਲਦੀ ਹੈ ਕਿ ਜਦੋਂ ਪਰਿਵਾਰਵਾਦ ਹਾਵੀ ਹੋ ਜਾਂਦਾ, ਹਾਲਾਂਕਿ ਇਸ ਚੀਜ਼ ਦਾ ਜ਼ਿਕਰ ਬੜੀ ਵਾਰਾਂ ਬੀਜੇਪੀ ਵਾਲੇ ਪਾਸੇ ਹੁੰਦਾ, ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਜ਼ਿਕਰ ਕਰ ਚੁੱਕੇ ਵੀ ਪਰਿਵਾਰਵਾਦ ਨੇ ਜਿਹੜਾ ਮੁਲਕ ਹੈ ਜੀ ਉਹਦਾ ਬੇੜਾ ਗਰਕ ਕਰਤਾ। ਹਾਂ, ਉਹਦੇ ਵਿਰੋਧ ਦੇ ਵਿੱਚ ਜਵਾਬ ਦੇਣ ਵਾਲੇ ਬੰਦੇ ਕਹਿ ਲਏ, ਉਹ ਕਹਿੰਦੇ ਵੀ ਪਰਿਵਾਰਵਾਦ ਨੇ ਕਰ ਦਿੱਤਾ ਤਾਂ ਕਰ ਦਿੱਤਾ, ਜਿਹੜਾ ਯਾਰਵਾਦ ਆ,
ਯਾਨੀ ਕਿ ਜਿਹੜਾ ਦੋਸਤੀਵਾਦ ਆ ਵੀ ਤੁਸੀਂ ਆਪਣੇ ਮਿੱਤਰਾਂ ਦੇ ਨਾਲ ਹੀ ਉਹ ਸਾਰਾ ਕੁਝ ਕਰੀ ਜਾਂਦੇ ਹੋ, ਉਹਨੇ ਕੀ ਕੀਤਾ? ਉਹ ਤੇ ਹੋ ਗਈ ਇੱਕ ਡਿਬੇਟ, ਤੁਸੀਂ ਜੀ ਸਦਕੇ ਕਰੀ ਜਾਓ, ਉਹਨੂੰ ਮਾੜਾ ਕਹਿੰਦਾ, ਉਹਨੂੰ ਮਾੜਾ ਕਹਿੰਦਾ। ਪਰ ਗੱਲ ਇਹ ਆ ਵੀ ਜੇ ਇਹ ਸਾਰਾ ਕੁਝ ਤਾਣਾ ਬਾਣਾ ਇੰਨਾ ਚਿਰ ਬਣਿਆ ਰਿਹਾ, ਚੱਲਦਾ ਰਿਹਾ, ਹੁਣ 70-75 ਸਾਲ ਹੋ ਗਏ, 70-75 ਸਾਲਾਂ ਦੇ ਵਿੱਚ ਬਹੁਤ ਸਮਾਂ ਸੀ ਜਦੋਂ ਤੱਕ ਕਾਂਗਰਸ ਨੇ ਵੀ ਰਾਜ ਕੀਤਾ, ਹੁਣ ਬੀਜੇਪੀ ਨੇ ਵੀ ਬਹੁਤ ਸਮਾਂ ਰਾਜ ਕਰ ਲਿਆ। ਲੀਡਰ ਜਿਹੜੇ ਨੇ ਉਹ ਇਹਨਾਂ ਪਾਰਟੀਆਂ ਦੇ ਨਾਲ ਜੁੜੇ ਨੇ ਤੇ ਇਹਨਾਂ ਪਾਰਟੀਆਂ ਦੇ ਲੀਡਰ ਗਾਂ ਇਲੈਕਸ਼ਨ ਲੜਦੇ ਨੇ, ਲੋਕ ਤੇ ਸਿਰਫ ਵੋਟ ਪਾ ਸਕਦੇ। ਹੁਣ ਗੱਲ ਆ ਵੀ ਕਿਸ਼ਤੀ ਦਾ ਚੱਪੂ ਇਹਨਾਂ ਦੇ ਹੱਥ 'ਚ ਆ, ਚਾਹੇ ਉਹ ਇਸ ਵਕਤ ਬੀਜੇਪੀ ਕੋਲ ਆ, ਚਾਹੇ ਪਹਿਲਾਂ ਕਾਂਗਰਸ ਕੋਲ ਸੀ, ਕੱਲ੍ਹ ਨੂੰ ਕਿਸੇ ਹੋਰ ਕੋਲ ਆ ਜਾਏ ਜਾਂ ਕਾਂਗਰਸ ਕੋਲ ਦੁਬਾਰਾ ਚਲੇ ਜਾਵੇ। ਤੁਸੀਂ ਆਪਣੇ 'ਚ ਕਿਹੋ ਜਿਹੇ ਬੰਦੇ ਰੱਖੇ ਜਾਂ ਵਿਜ਼ਨ ਤੁਸੀਂ ਕਿਹੋ ਜਿਹਾ ਰੱਖਿਆ, ਕਿਸ਼ਤੀ ਉੱਧਰ ਨੂੰ ਜਾਣੀ ਹੈ। ਲੋਕ ਤਾਂ ਵਿਚਾਰੇ ਬੈਠੇ ਨੇ। ਦੇਖੋ, ਕਿਸ਼ਤੀ ਵਾਲੀ ਗੱਲ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਬਿਲਕੁਲ ਮੋਹਰੇ ਬੈਠੇ ਆ, ਚੱਪੂ ਚਲਾਉਂਦੇ ਆ। ਵੈਸੇ ਚੱਪੂ ਚਲਾਉਣ ਵਾਲਾ ਇੱਕ ਮੋਹਰੇ ਹੁੰਦਾ ਤੇ ਇੱਕ ਪਿੱਛੇ ਹੁੰਦਾ, ਇਹ ਦੋਨੇ ਹੀ ਕਿਤੇ ਮੋਹਰੇ ਬਹਿ ਗਏ। ਕਾਂਗਰਸ ਪਾਰਟੀ 'ਚ 50-55 MP ਨੇ, ਰਾਜ ਸਭਾ ਦੇ ਮੈਂਬਰ ਨੇ, ਇਹਨਾਂ ਨੇ ਬਹਾ ਲਏ ਆ, ਵੱਡੇ ਲੀਡਰ ਨੇ, ਦੋਨੇ ਹੀ ਬਹੁਤ ਜ਼ੋਰ ਲਾਉਂਦੇ। ਉਹਨਾਂ ਨੂੰ ਲੱਗਦਾ ਕਿ ਭਾਈ ਅਸੀਂ ਸਾਰੇ ਕਹਿੰਦੇ ਤੇਜ਼ ਕਰੋ, ਉਹ ਜ਼ੋਰ ਲਾਈ ਜਾਂਦੇ ਜਿੰਨਾ ਕੁ ਹੈਗਾ, ਪਿੱਛੇ ਨੂੰ ਨਹੀਂ ਦੇਖਦੇ। ਫਿਰ ਅਚਾਨਕ ਉਹਨਾਂ ਨੂੰ ਲੱਗਦਾ ਤੇਜ਼ ਹੋ ਗਈ, ਉਹਨਾਂ ਨੂੰ ਲੱਗਦਾ ਖਰੇ ਜ਼ੋਰ ਨਹੀਂ, ਪਿੱਛੇ ਦੇਖ ਕਿਸ਼ਤੀ ਖਾਲੀ ਹੋ ਗਈ। ਬੰਦੇ ਹੌਲੀ ਕਿਤੇ ਨਾ ਵੀ ਜਦੋਂ ਕਿਨਾਰੇ ਲੱਗਣ ਦੋਨੇ ਹੀ ਹੋਣ, ਬੰਦੇ ਉਤਰਦੇ ਜਾਂਦੇ ਆ। ਸੋ ਇਹ ਇੱਕ ਐਸਾ ਮਸਲਾ ਜਿਹੜਾ ਵਿਚਾਰਨ ਦੀ ਲੋੜ ਆ। ਬਾਕੀ ਚਲੋ ਆਪਾਂ ਆਸ ਕਰਦੇ ਪਏ ਵਿਚਾਰਨਗੇ। ਦੂਜੇ ਪਾਸੇ ਗੱਲ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਿਹੜੇ ਸਾਹਮਣੇ ਆਏ ਸੀ, ਇੱਦਾਂ ਕਰਨੀ ਨਹੀਂ ਗੱਲ। ਅੱਛਾ ਜੀ, ਤੁਸੀਂ ਦੇਖੋ, ਤੁਸੀਂ ਸੰਮਨ ਕਹਿੰਦੇ ਹੋ, ਮੈਂ ਤੁਹਾਨੂੰ ਬਿਹਾਰ ਤੋਂ ਮੋੜ ਕੇ ਲੈ ਕੇ ਆਉਣਾ। ਅੱਛਾ, ਬਿਹਾਰ ਜਾਣਾ? ਪਹਿਲਾਂ ਬਿਹਾਰ ਜਾਣਾ। ਇਸ ਕਰਕੇ ਬਿਹਾਰ ਜਾਣਾ ਕਿ ਕੋਈ ਵੀ ਬੰਦਾ ਆਪਣੇ ਆਪ ਨੂੰ ਆਰਥਿਕ ਤੌਰ ਤੇ ਕਮਜ਼ੋਰ ਨਾ ਸਮਝੇ। ਅਫਸਰ ਬਣੋ, ਅਫਸਰ, ਪਰ ਇਮਾਨਦਾਰ ਅਫਸਰ ਨਾ ਬਣੋ। ਅੱਛਾ। ਪੇਂਡੂ ਵਿਕਾਸ ਵਿਭਾਗ ਆ ਬਿਹਾਰ ਦਾ, ਉਹ ਪੇਂਡੂ ਵਿਕਾਸ ਵਿਭਾਗ ਦਾ ਜਿਹੜਾ ਬਿਹਾਰ ਦਾ ਜਿਹੜਾ ਵਿਭਾਗ ਹੈ, ਉਹਦੇ ਵਿੱਚ ਇੱਕ ਇੰਜੀਨੀਅਰ ਸਾਹਿਬ ਕੰਮ ਕਰਦੇ ਸੀ। ਕਿਸੇ ਬੰਦੇ ਨੇ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਕਿ ਬੰਦਾ ਪੈਸੇ ਖਾਂਦਾ ਹੀ। ਹੁਣ ਆਮ ਲੱਗਾ 20,000 ਖਾਂਦਾ, 25,000 ਖਾਂਦਾ, 40,000 ਖਾਂਦਾ ਹੋਊਗਾ। ਵਿਜੀਲੈਂਸ ਵਾਲਿਆਂ ਨੇ ਮੋਟਾ ਹਿਸਾਬ ਕਿਤਾਬ ਜਿਹਾ ਲਾਇਆ, ਅੱਗੇ ਪਿੱਛੋਂ ਪਤਾ ਕੀਤਾ, ਉਸ ਦੇ ਅਦਾਲਤ ਚਲੇ ਗਏ। ਉਹ ਕਹਿੰਦੇ ਜੀ 4-5 ਉਹਦੇ ਟਿਕਾਣੇ ਆ। ਅਦਾਲਤ ਕਹਿ ਜਾਣੀ, ਸਿੱਧੀ ਰੇਡ ਨਹੀਂ ਕੀਤੀ ਕਿ ਸਾਨੂੰ ਰੇਡ ਮਾਰਨ ਦਾ ਹੱਕ ਦਿਓ। ਅਦਾਲਤ ਵਾਲੇ ਕਹਿੰਦੇ ਕੋਈ ਗੱਲ ਨਹੀਂ, ਇੰਜੀਨੀਅਰ ਆ ਵੀ, ਠੀਕ ਹੈ, ਸ਼ੱਕ ਆਪਣਾ ਕੱਢੋ। ਸੰਧਾਲੀਆ ਸਾਹਿਬ ਜਾ ਕੇ ਇੱਕ ਘਰ ਦਾ ਦਰਵਾਜ਼ਾ ਖੋਲ੍ਹਿਆ, ਕੰਧਾਂ ਖੜਕਾਈਆਂ, ਬੈੱਡ ਦੇ ਸਰਾਣੇ ਸਰੂਣੇ ਪਾੜੇ, ਤੇ ਨਾਲ ਹੀ ਟੈਲੀਫੋਨ ਕੀਤਾ, ਕਹਿੰਦੇ ਮਸ਼ੀਨਾਂ ਲਿਆਓ, ਨੋਟ ਗਿਣਨੇ ਆ। ਉਹਦੇ ਇੱਕ ਘਰ 'ਚੋਂ 4 ਕਰੋੜ ਕੈਸ਼ ਲੱਭਾ। ਕੀ ਬਾਤ ਹੈ। ਫਿਰ ਬਾਕੀ ਟਿਕਾਣੇ, ਫਿਰ ਦੂਜਾ ਟੈਲੀਫੋਨ ਆ ਗਿਆ, ਜਿਹੜੇ ਦੂਜੇ ਪਾਸੇ ਬੰਦੇ ਭੇਜੇ, ਉਹ ਕਹਿੰਦੇ 1.25 ਕਰੋੜ ਇੱਥੇ ਵੀ ਪਿਆ। ਫਿਰ ਟੈਲੀਫੋਨ ਕੀਤਾ, ਕਹਿੰਦੇ 2 ਮਸ਼ੀਨਾਂ ਉੱਧਰ ਵੀ ਭੇਜੋ। ਯਾਨੀ 5.25 ਕਰੋੜ ਕੈਸ਼। ਇਹਦੇ ਤੋਂ ਇਲਾਵਾ ਗਹਿਣੇ ਗੱਟੇ ਦਾ ਅੰਤ ਕੋਈ ਨਹੀਂ। ਫਿਰ ਇੱਕ ਫਾਈਲ ਲੱਭ ਪਈ, ਉਹ 'ਚ ਰਜਿਸਟਰੀਆਂ, ਜਿੱਦਾਂ ਇੱਧਰ ਉੱਧਰ ਸਮਾਨ ਬਣਾਇਆ, ਪਲੂਟ, ਕੋਠੀਆਂ, ਬੰਗਲੇ। ਇੱਕ ਫਾਈਲ ਹੋਰ ਲੱਭ ਪਈ, ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੇ ਪੈਸੇ ਲਾਏ ਨੇ। ਕੀ ਬਾਤ। ਹੁਣ 5.25 ਕਰੋੜ ਰੁਪਈਆ ਕੈਸ਼, ਗਹਿਣਾ ਗੱਟਾ, ਜਿਹੜੀ ਇਨਵੈਸਟਮੈਂਟ ਕੀਤੀ ਹੈ, ਜਿਹੜੀ ਪ੍ਰਾਪਰਟੀ ਬਣਾਈ ਹੈ। ਉਹ ਕਹਿੰਦਾ ਪਤਾ ਨਹੀਂ ਕੌਣ ਰੱਖ ਗਿਆ। ਮੈਨੂੰ ਪਤਾ ਹੀ ਨਹੀਂ। ਜਾਨੀ 5 ਟਿਕਾਣੇ। ਮੈਂ ਸੋਚਦਾ ਸੀ ਕਿ ਜੇ ਇੱਕ ਇੰਜੀਨੀਅਰ ਟਾਈਪ ਦਾ ਬੰਦਾ ਜਿਹੜਾ ਭ੍ਰਿਸ਼ਟ ਹੋ ਗਿਆ, ਜਿਹਦੇ ਖਿਲਾਫ ਇੱਕ ਸ਼ਿਕਾਇਤ ਆਈ ਤੇ ਉਧਰਲੇ ਪਾਸੇ ਨੂੰ ਕੰਮ ਤੁਰ ਪਿਆ, ਜੇ 5.25 ਕਰੋੜ ਰੁਪਈਆ ਕੈਸ਼ ਆਪਣੇ ਘਰੇ ਰੱਖੀ ਬੈਠਾ ਹੈ, ਆਪਾਂ ਉਹਨਾਂ ਨੂੰ ਸਲਾਹ ਦਿੰਦੇ ਜੇ ਬੇਈਮਾਨੀ ਕਰਨੀ, ਯਾਰ ਕਿਸੇ ਤੇ ਯਕੀਨ ਕਰੋ, ਇੱਧਰ ਉੱਧਰ ਰੱਖ ਦਿਓ ਮਾੜਾ ਮੋਟਾ, ਜਾਨੀ ਹਿਸਾਬ ਕਿਤਾਬ ਲਾਓ। ਤੇ ਹੁਣ ਕਿੰਨੇ ਬੰਦੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਫੜੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਵੀ ਰੇਡ ਪੈਂਦੀ ਹੈ, ਜਾਨੀ ਲੱਖ ਲੁੱਖ ਵਾਲੀ ਗੱਲ ਹੀ ਨਹੀਂ ਰਹੀ, ਕਰੋੜਾਂ ਦੇ ਵਿੱਚ ਵੀ ਜਾਨੀ ਉੱਪਰਲੇ ਪਾਸੇ ਨੂੰ ਗੱਲ ਚਲੇ ਗਈ ਹੈ। ਹੁਣ ਮੈਂ ਸੋਚ ਰਿਹਾ ਸੀ, ਲਾਗੇ ਯੂਪੀ ਹੈ, ਉੱਥੇ ਦੀਆਂ 2 ਖਬਰਾਂ ਆਈਆਂ ਸੰਧਾਲੀਆ ਸਾਹਿਬ। ਇੱਕ ਆਇਆ ਕਿ ਵੀਡੀਓ ਆਈ ਕਿ ਇੱਕ ਮੁੰਡੇ ਨੇ ਆਪਣੀ ਮਾਂ ਮੋਢੇ ਤੇ ਚੱਕੀ ਆ, ਹੁੰਦੇ ਨੇ ਗਠੜੀ ਜਿਹੀ ਬਣ ਜਾਂਦਾ ਸਰੀਰ ਜਦੋਂ ਬਜ਼ੁਰਗ ਹੋ ਜਾਂਦਾ। ਉਹ ਕਹਿੰਦਾ ਐਮਰਜੈਂਸੀ ਆ, ਤੇ ਮੈਨੂੰ ਕਹਿੰਦੇ ਪਰਲੇ ਪਾਸੇ ਲੈ ਜਾ, ਤਾਂ ਐਂਬੂਲੈਂਸ ਨਹੀਂ ਦਿੱਤੀ, ਦੇਖਦੇ ਨੇ ਮਾਂ ਦੀ ਮੌਤ ਹੋ ਗਈ। ਜਾਣੀ ਮੈਂ ਸਹੂਲਤ ਦੀ ਗੱਲ ਕਰਦਾ। ਦੂਜੇ ਪਾਸੇ ਇੱਕ 10-12 ਸਾਲ ਦਾ ਬੱਚਾ ਆਪਣੇ ਛੋਟੇ ਭਰਾ ਦੀ ਲਾਸ਼ ਚੱਕੀ ਫਿਰਦਾ ਹੀ, ਹਸਪੀਟਲ ਲੈ ਕੇ ਆਏ ਸੀ, ਨਹੀਂ ਬਚ ਸਕਿਆ, ਐਂਬੂਲੈਂਸ ਉਹਦੇ ਲਈ ਵੀ ਹੈ ਨਹੀਂ। ਯਾਰ ਅਫਸਰਾਂ ਦੇ ਘਰਾਂ ਤੇ ਮਾਰੋ ਛਾਪੇ, ਲੀਡਰਾਂ ਦੇ ਘਰਾਂ ਤੇ ਮਾਰੋ ਛਾਪੇ। ਆ ਜਿਹੜੀ ਐਵਰੇਜ ਦੇ ਨਾਲ ਕਰੋੜਾਂ ਰੁਪਈਆ ਇੱਕ ਬੰਦੇ ਦੇ ਘਰੋਂ ਨਿਕਲਣ ਡਿਆ, ਐਂਬੂਲੈਂਸ ਲੈ ਲਓ, ਡਾਕਟਰਾਂ ਨੂੰ ਤਨਖਾਹ ਦਿਓ, ਦਵਾਈਆਂ ਲਿਆਓ ਹਸਪਤਾਲ ਦੇ ਵਿੱਚ। ਜਾਣੀ ਇੱਕ ਪਾਸੇ ਇੱਕੋ ਦਿਨ ਜਦੋਂ 2 ਖਬਰਾਂ ਆਉਂਦੀਆਂ ਕਿ ਇੱਦਾਂ ਨੋਟ ਉਹਨਾਂ ਨੇ ਵਿਛਾਏ ਹੋਏ ਆ, ਮਸ਼ੀਨਾਂ ਗਿਣਦੀਆਂ, ਇੱਕ ਉਹ ਖਬਰ ਹੈ ਉਹਨਾਂ ਨੇ ਨੋਟਾਂ ਵਾਲੀ ਬੋਰੀ ਮੋਢੇ ਤੇ ਚੱਕ ਕੇ ਵਿਜੀਲੈਂਸ ਵਾਲੇ ਲੈ ਜਾਣੀ ਹੈ। ਦੂਜੇ ਪਾਸੇ ਬੰਦਾ ਇਲਾਜ ਖਣੋ, ਐਂਬੂਲੈਂਸ ਖਣੋ, ਲਾਸ਼ ਮੋਢੇ ਤੇ ਚੱਕੀ ਫਿਰਦਾ ਹੈ। ਇੱਕੋ ਦਿਨ ਇੱਕੋ ਦੇਸ਼ ਦੇ ਵਿੱਚ 2 ਤਰ੍ਹਾਂ ਦੀਆਂ ਤਸਵੀਰਾਂ ਕਿਤੇ ਨਾ ਕਿਤੇ ਚਿੰਤਾ ਤਾਂ ਪੈਦਾ ਕਰਦੀਆਂ। ਮੈਨੂੰ ਲੱਗਦਾ ਵੀ ਇਹ ਜਿਹੜਾ ਇਹੋ ਜਿਹਾ ਪੈਸਾ ਨਾ, ਇਹ ਮੁਲਕ ਨੂੰ ਤਰੱਕੀ ਵਾਲੇ ਪਾਸਿਓਂ ਕੱਢ ਕੇ ਕਿਸੇ ਹੋਰ ਪਾਸੇ ਫਸਾ ਦਿੰਦਾ। ਹੁਣ ਤੁਸੀਂ ਦੇਖੋ ਵੀ ਜਿਹੜਾ ਵੀ ਆਪਾਂ ਪਿਛਲੇ ਦਿਨਾਂ ਤੋਂ ਮੇਰੇ ਖਿਆਲ ਜਦੋਂ ਦੀ ਗੱਲ ਕਰਨ, ਪਤਾ ਨਹੀਂ ਕਿੰਨੇ 100 ਕਰੋੜ ਦਾ ਤਾਂ ਰੌਲਾ ਪੈ ਹੀ ਹਟਿਆ ਜੀ। ਹੁਣ ਜਿੰਨੀ ਕੁ ਮੇਰੀ ਸਮਝ ਉਹ ਇਹ ਆ ਵੀ ਜਦੋਂ ਇੱਕ ਵਾਰਾਂ ਕਿਸੇ ਥਾਂ ਤੋਂ ਕੋਈ ਚੀਜ਼ ਫੜੀ ਗਈ, ਉਹ ਉਹਦਾ ਬਣ ਗਿਆ ਸਬੂਤ।
ਹੁਣ ਉਹ ਜਿਹੜਾ ਸਬੂਤ ਵਾ ਜੀ ਉਹਨੂੰ ਸੰਭਾਲ ਕੇ ਵੀ ਰੱਖਣਾ ਜੀ। ਹੁਣ ਤੁਸੀਂ ਆਪ ਦੇਖੋ ਵੀ ਇੰਨੇ ਪੈਸੇ ਉਹਨੂੰ ਸੰਭਾਲ ਕੇ ਰੱਖਣੇ ਪੈਣੇ ਆ, ਕਿਉਂਕਿ ਕੱਲ੍ਹ ਨੂੰ ਅਦਾਲਤ ਦੇ ਵਿੱਚ ਸਾਬਤ ਕਰਨਾ ਜੀ ਆਹ ਉਹ ਪੈਸੇ ਨੇ ਜੀ, ਆਹ ਉਹ ਗਹਿਣੇ ਨੇ, ਆਹ ਉਹ ਹੀਰੇ ਜਵਾਹਰਾਤ ਨੇ ਜਿਹੜੇ ਇਹ ਭਾਈ ਸਾਹਿਬ ਦੇ ਕੋਲੋਂ ਲੱਭੇ ਜੀ। ਹੁਣ ਤੁਸੀਂ ਦੇਖੋ ਵੀ ਉਹ ਪੈਸਾ ਕਿੱਥੇ ਵੀ ਪਿਆ ਉਹ ਉੱਦਾਂ ਹੀ ਪਿਆ, ਉਹਨੂੰ ਸਾਲ 1 ਲੱਗੇ, ਉਹਨੂੰ 5 ਲੱਗਣ, ਉਹਨੂੰ 10 ਲੱਗਣ, ਕੇਸ ਤਾਂ ਚੱਲਣਾ ਹੀ ਹੈ। ਉਹ ਕਿਸੇ ਦੇ ਵੀ ਨਾ ਕਿਸੇ ਦੇ ਧੀ ਦੇ ਕੰਮ ਨਾ ਪੁੱਤ ਦੇ ਕੰਮ। ਤੇ ਆਹ ਜਿਹੜੀਆਂ ਤੁਸੀਂ ਦੱਸੀਆਂ ਲੋੜਾਂ ਇਦਾਂ ਦੀਆਂ ਤੇ ਮੇਰੇ ਖਿਆਲ ਨਾਲ ਹਰੇਕ ਗਲੀ ਮਹੱਲੇ ਪਿੰਡ ਸ਼ਹਿਰ ਹਰ ਥਾਂ ਤੇ ਹੈਗੀਆਂ ਨੇ। ਕੋਈ ਨਾ ਕੋਈ ਕਾਨੂੰਨ ਦੇ ਵਿੱਚ ਹੀ ਚੇਂਜ ਕਰ ਲਿਆ ਵੀਰ ਮੇਰੇ, ਜਿਹਦੇ ਕੋਲੋਂ ਲੱਭ ਗਿਆ ਮਹੀਨਾ 1 ਦੇਣਾ ਜਾਂ 2 ਦੇਣੇ, ਉਹਦੇ ਵਿੱਚ ਉਹਦਾ ਹਿਸਾਬ ਕਿਤਾਬ ਜਿਹਾ ਕਰਕੇ ਤੇ ਉਹ ਅਸੀਂ ਪੈਸਾ ਵਰਤ ਲੈਣਾ ਲੋਕਾਂ ਦੇ ਲਈ। ਉਹ ਜਾਣੇ ਅਗਲੇ ਨੂੰ ਜਾਪੇ ਵੀ ਤੂੰ ਕੇਸ ਲੜਨ ਨਾਲ ਲੜੀ ਜਾ, ਜੀ ਸਦਕੇ ਭਾਈ ਸਾਹਿਬ ਤੇਰਾ ਬਾਅਦ 'ਚ ਦੇਖਿਆ ਜਾਊ। ਜਿਹੜੀ ਚੀਜ਼ ਸਾਨੂੰ ਮਿਲ ਗਈ ਉਹ ਤੇ ਪਤਾ ਨਾ ਵੀ ਇਹ ਪੈਸਾ ਉੱਤੇ ਮੋਹਰਾਂ ਲੱਗੀਆਂ ਵੀ ਹਾਂਜੀ ਭਾਰਤ ਦਾ ਪੈਸਾ ਤੇ ਭਾਰਤ ਦੇ ਵਿੱਚ ਇਹ ਨੋਟ ਚੱਲਦੇ ਨੇ ਤੇ ਇਹਨਾਂ ਨੋਟਾਂ ਦੀ ਲੋੜ ਹੈ ਇਸ ਵਕਤ ਲੋਕਾਂ ਦਾ ਭਲਾ ਕਰਨ ਦੇ ਲਈ, ਤੇ ਅਸੀਂ ਉਹ ਕਰ ਲੈਣਾ। ਮੈਂ ਨਾ ਵੀ ਇਹੋ ਜਿਹੀ ਕੋਈ ਨਾ ਕੋਈ ਚੇਂਜ ਕਰ ਲਈ ਜਾਵੇ। ਚੇਂਜ ਜਿਸ ਹਿਸਾਬ ਨਾਲ ਕਾਨੂੰਨ ਪਹਿਲਾਂ ਦੇ ਹਿਸਾਬ ਨਾਲ ਬਣੇ ਨੇ ਉਦੋਂ ਇਹੋ ਜਿਹੀਆਂ ਚੀਜ਼ਾਂ ਨਹੀਂ ਸੀ ਲੱਭਦੀਆਂ, ਪਰ ਹੁਣ ਜਦੋਂ ਲੱਭਣ ਲੱਗ ਪਿਆ ਨੇ ਕੋਈ ਨਾ ਕੋਈ ਅਮੈਂਡਮੈਂਟ, ਮੈਂ ਨਾ ਸੰਸਦ ਦੇ ਵਿੱਚ ਕੋਈ ਨਵਾਂ ਬਿੱਲ ਹੀ ਆ ਜਾਵੇ ਵੀ ਭਾਈ ਸਾਹਿਬ ਭ੍ਰਿਸ਼ਟ ਨੋਟਾਂ ਨੂੰ 2 ਮਹੀਨੇ ਦੇ ਵਿੱਚ ਲੋਕਾਂ ਲਈ ਖਰਚਿਆ ਜਾਵੇਗਾ। ਹਾਂ ਵੀ ਜੇ ਮੰਨ ਲਓ ਕੱਲ ਨੂੰ ਕੇਸ ਉਹ ਜਾਇਜ਼ ਵੀ ਕਰਾਰ ਦੇ, ਆਰਬੀਆਈ ਤੋਂ ਪੈਸੇ ਲੈ ਕੇ ਦੇ ਦਿਓ ਯਾਰ। ਆਹੋ ਗੱਲ ਖਜ਼ਾਨੇ 'ਚ ਹੈਗੇ ਹੀ ਨੇ, ਪਰ ਘੱਟੋ ਘੱਟ ਜਿਹੜੇ ਪਾਸੇ ਬਾਅਦ ਚੂਹੇ ਟੁੱਕਦੇ ਰਹਿੰਦੇ ਉਸ ਪਾਸੇ ਨਾ ਜਾਵੇ। ਹਾਂ ਉਹਦੀ ਸਾਂਭ ਸੰਭਾਲਣੀ। ਇੱਕ ਸੰਧਾਲੀਆ ਸਾਹਿਬ ਕੁਕੜੀ ਦੇ ਨਾਲ ਚੂਚੇ ਤੁਰੇ ਫਿਰਦੇ ਕਦੇ ਦੇਖੇ ਹੋਣਗੇ ਤੁਸੀਂ? ਹਾਂਜੀ ਹਾਂਜੀ। ਉਹ ਕੋਸ਼ਿਸ਼ ਕਰਦੇ ਹੁੰਦੀ ਮੇਰੇ ਨੇੜੇ ਨੇੜੇ ਰਹਿਣ, ਚੂਚਿਆਂ ਦੀ ਵੀ ਕੋਸ਼ਿਸ਼ ਹੁੰਦੀ ਕੁਕੜੀ ਦੇ ਨੇੜੇ ਨੇੜੇ ਰਹੀਏ। ਫਿਰ ਜਦੋਂ ਬਹਿੰਦੀ ਆ ਪਰਾਂ ਥੱਲੇ ਵੀ ਲੈਂਦੀ ਆ ਕਿ ਸੁਰੱਖਿਆ ਦੇਣੀ ਨਾ, ਕਿਤੇ ਇਹਨਾਂ ਨੂੰ ਕੋਈ ਚੁੰਝ ਨਾ ਮਾਰ ਜਾਏ, ਇਹ ਕਿਤੇ ਆਪ ਨਾ ਇੱਧਰ ਉੱਧਰ ਹੋਏ, ਡਰ ਰਹਿੰਦਾ ਕਿਤੇ ਭਟਕ ਜਾਣਗੇ। ਅਜੇ ਬੱਚੇ ਨੇ, ਇਹਨਾਂ ਨੂੰ ਸਮਝ ਨਹੀਂ ਹੈ। ਮਾਫ਼ ਕਰਨਾ, ਸੰਵਿਧਾਨ ਦੀ ਬਹੁਤ ਸਤਿਕਾਰ ਕਰਦੇ ਹੋਏ, ਲੋਕਤੰਤਰ ਦਾ ਬਹੁਤ ਸਤਿਕਾਰ ਕਰਦੇ ਹੋਏ, ਪਰ ਕਦੇ ਕਦੇ ਲੱਗਦਾ ਕਿ ਕਈ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਚੂਚਿਆਂ ਵਾਲਾ ਵਿਵਹਾਰ ਕਰਦੇ ਆ ਤੇ ਵਿਧਾਇਕ ਚੂਚਿਆਂ ਵਾਲਾ ਵਿਵਹਾਰ ਕਰਾਉਂਦੇ ਆ। ਝਾਰਖੰਡ ਦੇ ਵਿੱਚ ਆਪਾਂ ਦੱਸਿਆ ਸੀ ਕਿ ਰੌਲਾ ਰੱਪਾ ਪਿਆ, ਕੱਲ੍ਹ ਹੀ ਗੱਲ ਕੀਤੀ ਹੈ। ਹੇਮੰਤ ਸੋਰੇਨ ਉੱਥੋਂ ਦੇ ਮੁੱਖ ਮੰਤਰੀ ਨੂੰ ਹੋ ਸਕਦਾ ਆਪਣੇ ਗੱਲਬਾਤ ਕਰਦੇ ਆ ਲਾਤੇ ਜਾਣ, ਕੁਛ ਵੀ ਕਰਤਾ ਜਾਵੇ, ਇੱਕ ਵੱਖਰੀ ਗੱਲ ਹੈ। ਸਿਰਫ ਇੱਕ ਘਟਨਾ ਦੀ ਜਾਣਕਾਰੀ ਦੇਣੀ ਹੈ। ਉਹ ਇੱਕ ਬੱਸ 'ਚ ਬਹਿੰਦੇ ਆ, ਸੈਲਫੀ ਲੈਂਦੇ ਆ, ਪਿੱਛੇ ਸਾਰੇ MLA ਆਪਣੇ ਬਿਠਾਏ ਜਾਣੇ। ਉਹ ਦੱਸਿਆ ਮੇਰੇ ਨਾਲ ਨੇ, ਉਹਨਾਂ ਨੂੰ ਬੱਸ ਦੇ ਵਿੱਚ ਹੀ ਇੱਕ ਸਟੇਸ਼ਨ ਤੇ ਲੈ ਕੇ ਜਾਂਦੇ, ਇੱਕ ਥਾਂ ਤੇ, ਉੱਥੇ ਵਿਚਾਰ ਵਟਾਂਦਰਾ ਕਰਦੇ ਆ। ਫਿਰ ਉੱਥੋਂ ਬੱਸ ਦੇ ਵਿੱਚ ਹੀ ਲੈ ਕੇ ਆਉਂਦੇ ਰਾਂਚੀ ਦੁਆਰਾ। ਹੁਣ ਕਹਿੰਦੇ ਜੀ ਇੱਕ ਹੋਟਲ ਦੇ ਵਿੱਚ ਨੇ ਸਾਰੇ ਜਣੇ ਸਮੇਤ ਮੁੱਖ ਮੰਤਰੀ। ਯਾਰ 2-2 2.5 ਲੱਖ ਵੋਟਰਾਂ ਦੇ ਹਲਕੇ 'ਚੋਂ ਇੱਕ MLA ਚੁਣ ਕੇ ਆਇਆ। ਉਹ ਚੰਗਾ ਹੋਊਗਾ, ਸਿਆਣਾ ਹੋਊਗਾ ਤਾਂ ਲੋਕਾਂ ਨੇ ਵੋਟਾਂ ਪਾਈਆਂ। ਉਹ ਚੰਗਾ ਹੋਊਗਾ, ਸਿਆਣਾ ਹੋਊਗਾ ਤਾਂ ਤੁਸੀਂ ਟਿਕਟਾਂ ਦਿੱਤੀਆਂ। ਜਾਣੀ ਤੁਹਾਡੀ ਪਾਰਟੀ ਦੇ ਸਿਧਾਂਤਾਂ ਨੂੰ, ਵਿਚਾਰਧਾਰਾ ਨੂੰ ਉਹ ਮਾਨਤਾ ਦਿੰਦਾ ਹੋਊਗਾ। ਤੁਸੀਂ ਬੱਸ ਦੇ ਵਿੱਚੋਂ ਉਹਨੂੰ ਬਾਹਰ ਤਾਂ ਨਹੀਂ ਕੱਢਦੇ, ਟੈਲੀਫੋਨ ਉਹਨੂੰ ਤਾਂ ਨਹੀਂ ਚੱਕਣ ਦਿੰਦੇ, ਹੋਟਲ ਦੇ ਵਿੱਚ ਉਹਨੂੰ ਤਾਂ ਰੱਖਦੇ ਹੋ ਕਿ ਕਿਸੇ ਦੂਸਰੀ ਪਾਰਟੀ ਵਾਲੇ ਦੇ ਸੰਪਰਕ 'ਚ ਆ ਗਿਆ ਤਾਂ ਭੱਜੂ। ਉਹ ਯਾਰ ਚੂਚਿਆਂ ਵਾਲੀ ਕਹਾਣੀ ਹੋ ਗਈ। ਮੁੱਖ ਮੰਤਰੀ ਸਾਹਿਬ ਜੇ ਉਹ ਤੁਹਾਡੇ ਬੰਦੇ ਕਿੱਥੇ ਭੱਜ ਚੱਲੇ ਆ? ਤੇ MLA ਚੂਚਾ ਤਾਂ ਹੁੰਦਾ ਨਾ ਕਿ ਛੋਟਾ ਹੈ ਜੀ, ਉਹਨੂੰ ਸਮਝ ਨਹੀਂ ਹੈ ਕੌਣ ਉਹਦਾ ਦੁਸ਼ਮਣ ਹੈ, ਕਿਤੇ ਬਿੱਲੀ ਝਪਟ ਮਾਰ ਜੂ, ਕਿਤੇ ਕੁੱਤਾ ਫੜ ਕੇ ਲੈ ਜੂ, ਉਹ ਪਰਲੇ ਪਾਸੇ ਹੋਰ ਨਹੀਂ ਕੋਈ, ਤਾਂ ਛੋਟੇ ਜਿਹੇ ਦੇਖ ਕੇ ਕਾਂ ਲੈ ਜੂ। ਤੁਸੀਂ ਤਾਂ ਵੱਡੇ ਹੋ, ਤੁਸੀਂ ਤਾਂ ਸੰਵਿਧਾਨ ਦੇ ਮੁਤਾਬਕ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਹੋਏ ਬੰਦੇ ਹੋ। ਕਦੇ ਗੁਜਰਾਤ ਵਾਲਿਆਂ ਨੂੰ ਇੱਧਰ ਲੈ ਜਾਓ, ਕਦੇ ਮਹਾਰਾਸ਼ਟਰ ਵਾਲਿਆਂ ਨੂੰ ਲੈ ਜਾਓ, ਆਹ ਰਾਜਸਥਾਨ ਵਾਲੇ ਰੱਖੇ ਸੀ ਕਈ ਵਾਰੀ, ਆਹ ਪੰਜਾਬ ਦੇ ਵਿੱਚ ਵੀ ਇੱਦਾਂ ਕੁਛ ਹੋਇਆ ਰਹਿੰਦਾ, ਬਿਹਾਰ ਦੇ ਵਿੱਚ ਇਹ ਸਾਰਾ ਕੁਛ ਹੋਇਆ। ਅਸੀਂ ਕਿੱਧਰਲੇ ਪਾਸੇ ਨੂੰ ਜਾ ਰਹੇ ਹਾਂ? ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ, ਬੰਦੇ ਚੁਣੋ, ਬੰਦੇ ਵਧੀਆ ਬੰਦੇ ਚੁਣੋ, ਇਮਾਨਦਾਰ ਬੰਦੇ ਚੁਣੋ, ਜਿਹੜੇ ਕਿ ਅਗਲੇ ਪਾਸੇ ਨੂੰ ਜਾਣ, ਉਹਨਾਂ ਨੂੰ ਪਰਾਂ ਥੱਲੇ ਨਾ ਲੈਣਾ ਪਵੇ। ਇੱਕ ਹੀ ਤੇ ਆਪਾਂ ਬੇਨਤੀ ਕਰਾਂ ਵੀ ਮੈਨੂੰ ਲੱਗਦਾ ਉਦਾਹਰਨ ਤੁਸੀਂ ਠੀਕ ਦਿੱਤੀ ਚੂਚਿਆਂ ਵਾਲੀ, ਪਰ ਜਿਹੜੀ ਚੀਜ਼ ਹਿੰਮਤ ਸੁਰੇਨ ਸਾਹਿਬ ਕਰ ਰਹੇ ਨੇ ਉਹ ਠੀਕ ਕਰ ਰਹੇ। ਉਹ ਇਸ ਕਰਕੇ ਠੀਕ ਕਰ ਰਹੇ ਵੀ ਮੰਨ ਲਓ ਵਿਹੜੇ 'ਚ ਚੂਚਾ ਇੱਕ ਇੱਧਰ ਉੱਧਰ ਤੁਰਿਆ ਫਿਰੇ ਨਾ, ਉਹ ਕਿਸੇ ਨਾ ਕਿਸੇ ਨੇ ਝਪਟਾ ਮਾਰਨਾ ਹੀ ਆ। ਬਿੱਲੀ ਮਾਰ ਲੇ, ਕੁੱਤਾ ਮਾਰ ਲੇ, ਕਾਂ ਚੁੱਕ ਕੇ ਲੈ ਜੇ, ਇੱਲ ਲੈ ਜੇ, ਕੋਈ ਸਹਿਮਤ ਹੀ ਨਹੀਂ। ਬੇਨਤੀ ਸੁਣੋ ਨਾ, ਝਪਟਾ ਕੋ ਮਾਰਦੇ ਨੇ ਵੀ ਦਾਣੇ ਮੈਂ ਤਾਂ ਹੀ ਕਹਿਣ ਲੱਗਾ ਉਹ ਕੱਲੇ ਚੂਚੇ ਦਾ ਕਿਸੇ ਵੇਲੇ ਹੁੰਦਾ ਵੀ ਯਾਰ ਉਹ ਮੈਂ ਤੈਨੂੰ ਪਹਿਲਾਂ ਕਿਹਾ ਗੱਡੀ ਥੱਲੇ ਆ ਜਾਣਾ ਯਾਰ, ਤੁਸੀਂ ਧਿਆਨ ਨਹੀਂ ਦਿੱਤਾ ਹੈ ਨਾ। ਹੁਣ ਜਿਸ ਹਿਸਾਬ ਨਾਲ ਹਿੰਮਤ ਸੁਰੇਨ ਸਾਹਿਬ ਨੇ ਚੂਚੇ ਇਕੱਠੇ ਕੀਤੇ ਹਨ, ਆਮ ਤੌਰ ਤੇ ਪਿੰਡਾਂ ਦੇ ਵਿੱਚ ਇੱਕ ਸਾਈਕਲ ਹੁੰਦਾ, ਸਾਈਕਲ ਦੇ ਮਗਰ ਛਾਬਾ ਹੁੰਦਾ, ਛਾਬੇ ਤੇ ਇੱਕ ਜਾਲੀ ਜੀ ਪਾਈ ਹੁੰਦੀ, ਉਹਦੇ ਵਿੱਚ ਚੂਚੇ ਹੁੰਦੇ ਆ, ਰੰਗਦਾਰ ਵੀ ਹੁੰਦੇ। ਉਹ ਫਿਰ ਗਲੀ ਐਂ ਲੱਗਦਾ ਹੁੰਦਾ ਉਹ ਜਿੱਦਾਂ ਭੰਗੜਾ ਪਾਉਂਦੇ ਆ। ਹਾਂ ਗਲੀ ਜਿਹੜੇ ਚੂਚੇ ਆ ਨਾ ਉਹ ਫਿਰਦੇ ਆ, ਤੇ ਉਹਨਾਂ ਗਲੀ ਫਿਰਦੇ ਚੂਚਿਆਂ ਦਾ ਮੁੱਲ ਲੱਗਦਾ, ਕਿਉਂਕਿ ਜਿੱਥੇ ਵੀ ਜਾ ਕੇ ਉਹਨੇ ਹੋਕਾ ਦੇਣਾ ਵੀ ਚੂਚੇ, ਫਿਰ 2-4 ਬੰਦੇ ਵੇਖਣ ਆਉਂਦੇ ਵੀ ਅੱਛਾ ਯਾਰ ਕੰਮ ਦੇ, ਕੋਈ ਕਹਿੰਦਾ ਯਾਰ 4 ਦੇ ਦੇ, ਕੋਈ ਕਹਿੰਦਾ 5 ਦੇ ਦੇ, ਕੋਈ ਕਹਿੰਦਾ 10 ਦੇ ਦੇ। ਇਹੋ ਜਿਹਾ ਵੀ ਟੱਕਰ ਜਾਂਦਾ, ਉਹ ਕਹਿੰਦਾ 10 ਤੂੰ ਛਾਬੇ ਦਾ ਕੀ ਮੁੱਲ ਉਹਦੇ ਨੇ। ਮੈਨੂੰ ਇਹ ਲੱਗਦਾ ਵੀ ਉਹ ਹਿੰਮਤ ਸੁਰੇਨ ਸਾਹਿਬ ਜਿਹੜਾ ਬੱਸ ਦੇ ਵਿੱਚ ਸੈਲਫੀਆਂ ਪਾਉਂਦੇ ਫਿਰਦੇ
ਕਰਦੇ ਨੇ ਅੱਜ ਕੱਲ੍ਹ, ਕਿਉਂਕਿ ਹਵਾ 'ਚ ਬੜੀ ਚਰਚਾ ਨਾ ਵੀ ਕਿਤੇ 4 MLA ਦਾ ਰੇਟ ਲੱਗ ਗਿਆ, ਕਿਤੇ 40 ਦਾ ਰੇਟ ਲੱਗ ਗਿਆ। ਅਜੇ ਕੱਲ੍ਹ ਪਰਸੋਂ ਕੇਜਰੀਵਾਲ ਸਾਹਿਬ ਦੱਸਦੇ ਪਏ ਸੀ 6300 ਕਰੋੜ 6300 ਕਰੋੜ 'ਚ 277 ਦਾ ਮੁੱਲ ਲੱਗ ਗਿਆ। ਉਹ ਕਹਿੰਦੇ ਯਾਰ ਅੱਜ ਕੱਲ੍ਹ ਰੇਟ ਹੈਗਾ ਹੀ। ਹੋ ਸਕਦਾ ਉਸ ਹਿਸਾਬ ਨਾਲ ਮੁਸਰਿਆਂ ਸਾਹਿਬ ਵੀ ਛਾਬੇ ਚੂਚੇ ਰੱਖ ਕੇ ਗਲੀ ਗਲੀ ਫਿਰਦੇ ਨੂੰ ਵੀ ਯਾਰ ਇੱਕ ਅੱਧੇ ਦਾ ਕੋਈ ਪਤਾ ਨਹੀਂ ਕਦੋਂ ਗੱਡੇ ਤੇ ਲਿਆ ਜੇ, ਵੀ ਇਹਨਾਂ ਨੂੰ ਛਾਬੇ 'ਚ ਲੈ ਕੇ ਗਲੀ ਗਲੀ ਫਿਰੋ, ਜਿੱਦਣ ਸੌਦਾ ਆ ਗਿਆ ਉਹਦਣ ਹਾਵੇਂ ਲਓ ਦੱਸੋ ਵੀ ਕੀ ਦਿੰਦੇ ਆ। ਮੈਨੂੰ ਤੁਹਾਡੀ ਗੱਲ ਨਾ ਹੁਣ ਮੈਨੂੰ ਯਕੀਨ ਜਿਹਾ ਹੋ ਗਿਆ, ਕਿਉਂਕਿ ਉੱਤਰ ਪ੍ਰਦੇਸ਼ ਜਿਹੜਾ ਉਹ ਝਾਰਖੰਡ ਤੋਂ ਦੂਰ ਤਾਂ ਨਹੀਂ। ਜੇ ਉੱਥੇ ਨਿੰਬੂ ਦਾ ਮੁੱਲ ਲੱਗ ਸਕਦਾ, ਰਾਤ ਨੂੰ ਅਗਲੇ ਨਿੰਬੂ ਤੋੜ ਕੇ ਲਿਆ ਸਕਦੇ ਇਹ ਫਿਰ MLA ਨੇ ਉਹ ਵੀ ਜੀਂਦੇ ਜਾਗਦੇ। ਅੱਛਾ, ਜੇ ਤੁਸੀਂ ਉਧਰ ਨੂੰ ਗਏ ਆ ਤੇ ਇੱਕ ਆਪਾਂ ਉੱਤਰਾਖੰਡ ਦੀ ਘਟਨਾ ਦਾ ਜ਼ਿਕਰ ਕਰ ਲਈਏ। ਉੱਤਰਾਖੰਡ ਦੇ ਵਿੱਚ ਬਲਰਾਮ ਨਗਰ ਕਰਕੇ ਜੀ ਇੱਕ ਏਰੀਆ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਆ, ਉੱਥੋਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਉਸ ਵੀਡੀਓ ਦੇ ਵਿੱਚ ਉੱਥੇ ਨਾਚ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਵੀ ਉਹ ਉੱਥੇ ਉਹ ਰਾਸ ਲੀਲਾ ਜਿਹੜੀ ਹੁੰਦੀ ਹੈ ਜੀ, ਉਹਦਾ ਉਹ ਕੋਈ ਸਮਾਗਮ ਸੀਗਾ, ਹੈ ਤਾਂ ਉਹ ਧਾਰਮਿਕ ਸਮਾਗਮ ਸੀਗਾ ਪਰ ਉੱਥੇ ਹੋ ਰਿਹਾ। ਉਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਵੱਲੋਂ ਇਤਰਾਜ਼ ਕੀਤਾ ਗਿਆ। ਉਹ ਕਹਿੰਦੇ ਵੀ ਦੇਖੋ ਜੀ, ਇਹ ਮਰਿਆਦਾ ਦੇ ਵਿੱਚ ਹੈ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਹਮਣੇ ਪ੍ਰਕਾਸ਼ ਹੋਵੇ, ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਉਹ ਰਾਸ ਲੀਲਾ ਹੈ ਉਹਦਾ ਡਾਂਸ ਕਰੋ, ਵੀ ਇਹ ਠੀਕ ਨਹੀਂ। ਹੁਣ ਸਮਝ ਲੱਗੀ ਆ ਵੀ ਉਹਨਾਂ ਨੇ ਉੱਥੋਂ ਉਹ ਸਾਰਾ ਜਿਹੜਾ ਗੁਰੂ ਮਹਾਰਾਜ ਦੇ ਸਰੂਪ ਸੀਗੇ ਉਹਨਾਂ ਨੂੰ ਹੋਰ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ। ਮੈਨੂੰ ਸੰਧਾਲੀਆ ਸਾਹਿਬ ਧਾਮੀ ਸਾਹਿਬ ਦਾ ਇਤਰਾਜ਼ ਵਾਜਬ ਲੱਗਦਾ ਤੇ 100% ਵਾਜਬ ਹੈ। ਦੇਖੋ, ਇਹਦੇ ਵਿੱਚ ਕੋਈ ਸਮਝਣ ਸਮਝਾਉਣ ਵਾਲੀ ਗੱਲ ਨਹੀਂ। ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦਾ ਮਤਲਬ ਨਹੀਂ ਮਰਿਆਦਾ ਤੋਂ ਉਲਟਾ ਤਾਂ ਮਤਲਬ ਉਲਟ। ਹੁਣ ਜੋ ਵੀ ਕਦਮ ਚੱਕਣਾ ਚਾਹੀਦਾ ਉਹ ਠੋਕ ਵਜਾ ਕੇ ਚੱਕਿਆ ਜਾਵੇ, ਐਨ ਮੌਕੇ ਦੇ ਉੱਤੇ। ਦੇਰੀ ਕਰਨ ਦੀ ਲੋੜ ਨਹੀਂ ਹੈ, ਤੁਰੰਤ ਫੌਰੀ ਤੌਰ ਤੇ। ਪਰ ਨਾਲ ਹੀ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਰੇ ਸੱਜਣ ਸਿਆਣੇ ਨੇ, ਸੂਝਵਾਨ ਨੇ, ਅਸੀਂ ਸਲਾਹ ਦੇਣ ਜੋਗੇ ਨਹੀਂ, ਪਰ ਵੈਸੇ ਇੱਕ ਬੇਨਤੀ ਕਰਦੇ ਹਾਂ ਕਿ ਕੋਈ ਇੱਕ ਕਮੇਟੀ ਬਣਾ ਲਓ। ਕੋਈ ਗੁਰੂ ਘਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਨਹੀਂ ਹੈ, ਸੇਵਾ ਸੰਭਾਲ ਤੁਹਾਡੇ ਕੋਲੇ ਹੈ ਨਹੀਂ ਹੈ, ਉਹ ਕਮੇਟੀ ਲਗਾਤਾਰ ਗੁਰੂ ਘਰਾਂ ਨਾਲ ਸੰਪਰਕ ਰੱਖੇ, ਉਹਨਾਂ ਨੂੰ ਟੈਲੀਫੋਨ ਕਰੋ, ਉੱਥੇ ਵਿਜ਼ਿਟ ਕਰੋ, ਉੱਥੇ ਜਾਓ। ਇੱਕ ਤਾਂ ਜਾਓਗੇ ਤਾਂ ਤੁਹਾਨੂੰ ਪ੍ਰਬੰਧ ਦੇਖਣ ਦਾ ਮੌਕਾ ਮਿਲੂਗਾ, ਪ੍ਰਬੰਧਕਾਂ ਨੂੰ ਵੀ ਲੱਗੂਗਾ ਕਿ ਭਾਈ ਸਾਡੇ ਦੇ ਉੱਤੇ ਕੋਈ ਅੱਖ ਰੱਖਦਾ। ਕਿਉਂਕਿ ਕਈ ਵਾਰ ਹੁੰਦਾ ਸਿਆਸੀ ਤੌਰ ਦੇ ਉੱਤੇ ਕਈ ਵਾਰੀ ਐਸੇ ਪ੍ਰਬੰਧਕ ਆ ਜਾਂਦੇ ਨੇ ਸਿਆਸੀ ਤੌਰ ਦੇ ਉੱਤੇ, ਉਹ ਕਿਸੇ ਨੂੰ ਖੁਸ਼ ਕਰਨ ਲਈ ਕੋਈ ਗੱਲ ਨਹੀਂ, ਗੱਲ ਕਿਹੜੀ, ਸਾਨੂੰ ਕਿਹੜਾ, ਪੁੱਛ ਲਓ, ਇੱਥੇ ਸਾਡੀ ਤੂਤੀ ਬੋਲਦੀ ਆ, ਸਰਕਾਰਾਂ 'ਚ ਸਾਡੀ ਚੱਲਦੀ ਆ। ਨਹੀਂ, ਕਿਉਂਕਿ ਬਹੁਤ ਜ਼ਰੂਰੀ ਹੋ ਗਿਆ। ਇਹ ਘਟਨਾ ਕੋਈ ਪਹਿਲੀ ਥੋੜ੍ਹੀ ਹੈ। ਤੁਹਾਨੂੰ ਯਾਦ ਹੋਣਾ ਇਸੇ ਸੂਬੇ ਦੇ ਵਿੱਚ ਪਹਿਲਾਂ ਵੀ ਇੱਕ ਘਟਨਾ ਘਟੀ ਸੀ, ਜਦੋਂ ਸ਼ਾਇਦ ਮੁੱਖ ਮੰਤਰੀ ਸਾਹਿਬ ਕਿਸੇ ਗੁਰੂ ਘਰ ਦੇ ਵਿੱਚ ਪੁੱਜੇ ਸੀ। ਉਦੋਂ ਵੀ ਗੱਲ ਚੱਲੀ ਸੀ ਬਾਰ-ਬਾਰ। ਪੰਜਾਬੀ ਲੇਨ ਵਾਲਾ ਸਿੱਕਮ ਦੇ ਵਿੱਚ ਮਾਮਲਾ ਸੀ ਨਾ, ਇਹਦੇ ਤੋਂ ਬਿਨਾਂ ਇੱਕ ਮਾਮਲਾ ਉੜੀਸਾ ਦੇ ਵਿੱਚ ਵੀ ਆਇਆ ਸੀ ਸਾਹਮਣੇ, ਹੋਰ ਕਈ ਪਾਸਿਆਂ ਤੇ ਆਉਂਦਾ। ਆਪਾਂ ਜਦੋਂ ਤੂਫਾਨ ਉੱਠਦਾ ਹੈ ਉਦੋਂ ਨਹੀਂ ਸੋਚਣਾ ਕਿ ਭਾਈ ਆਪਾਂ ਸ਼ੈਲਟਰ ਕਿੱਥੇ ਲੈਣਾ। ਆਪਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪਹਿਲੇ ਸ਼ੈਲਟਰ ਬਣਾਤੇ ਨਾ ਕਿ ਤੂਫਾਨ ਤੋਂ ਬਚਣ ਦੇ ਲਈ। ਸਾਨੂੰ ਉਹ ਚੀਜ਼ਾਂ ਅਗਾਊਂ ਸੋਚ ਕੇ ਚੱਲਣਾ ਪਊਗਾ। ਬਾਕੀ ਧਾਮੀ ਸਾਹਿਬ ਐਕਸ਼ਨ ਲਓ ਜਿਹੜਾ ਵੀ ਲੈ ਸਕਦੇ, ਤਾਂ ਜੋ ਭਵਿੱਖ 'ਚ ਇਦਾਂ ਦੀ ਕਾਰਵਾਈ ਵਾਪਰੇ ਨਾ। ਇਹ ਬੜਾ ਜ਼ਰੂਰੀ ਹੈ। ਦੇਖੋ, ਇੱਕ ਗੱਲ ਤੇ ਚੰਗੀ ਆ ਵੀ ਜਿੱਥੇ ਜਿੱਥੇ ਵੀ ਮਤਲਬ ਸਿੱਖ ਵਸਦੇ ਨੇ ਉੱਥੇ ਉਹਨਾਂ ਨੇ ਆਪਣਾ ਗੁਰੂ ਘਰ ਬਣਾਏ ਨੇ ਜੀ, ਪਰ ਉਹਨਾਂ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਹੋ ਸਕਦਾ ਲੋਕਲ ਕਮੇਟੀ ਦੇ ਕੋਲ ਹੋਵੇ। ਪਰ ਕਿਸੇ ਵੇਲੇ ਇਹ ਹੁੰਦਾ ਨਾ ਵੀ ਯਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਂ ਹੈਗੀ ਆ, ਪਰ ਉਹਦੇ ਨਾਲ ਹੋਰ ਜਿਹੜੀਆਂ ਐਕਟੀਵਿਟੀਜ਼ ਨੇ ਉਹਦੇ ਲਈ ਇਮਾਰਤ ਅਜੇ ਨਹੀਂ ਹੈਗੀ। ਇਹ ਵੀ ਹੋ ਸਕਦਾ ਵੀ ਉੱਥੇ ਉਨੇ ਸਿੱਖ ਨਾ ਹੋਣ ਵੀ ਉਹਨਾਂ ਦੇ ਕੋਲੋਂ ਅਗਰਾਈ ਕਰਕੇ ਜਾਂ ਸੇਵਾ ਦੇ ਨਾਲ ਅਜੇ ਉਹ ਗੱਲ ਨਾ ਬਣਦੀ ਹੋਵੇ। ਕਿਸੇ ਵੇਲੇ ਹੁੰਦਾ ਵੀ ਯਾਰ ਥੋੜ੍ਹੀ ਜਿਹੀ ਕਮੀ ਸੀਗੀ, ਇੰਨੇ ਕੁ ਪੈਸੇ ਹੋਰ ਹੁੰਦੇ ਤੇ ਅਸੀਂ ਲਾਗੇ ਆਹ ਹਾਲ ਬਣਾ ਲੈਂਦੇ ਜੀ। ਕਿਸੇ ਵੇਲੇ ਜੇ ਪਤਾ ਸੁਰ ਕੀਤਾ ਜਾਵੇ ਤੇ SGPC ਕੋਲੇ ਬਥੇਰਾ ਬਜਟ ਆ, ਉਹਨਾਂ ਸਾਰੇ ਬਜਟ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਸਕਦੀ। ਇੱਕ ਤਾਂ ਅਗਲੇ ਨੂੰ ਇਹ ਸੁਣਿਆ ਜਾਊ ਵੀ ਯਾਰ ਸਾਡੀ ਕਿਸੇ ਨੇ ਬਾਂਹ ਫੜੀ। ਦੂਸਰਾ, ਜਦੋਂ ਇਹੋ ਜਿਹੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਜਦੋਂ ਲਗਾਤਾਰ ਰਾਬਤਾ ਹੋਊਗਾ ਤੇ ਉੱਥੇ ਅਗਲੇ ਵੀ ਕਹਿਣਗੇ ਵੀ ਯਾਰ ਅੱਛਾ, ਹੋ ਸਕਦਾ ਜਦੋਂ ਇਹ ਕੰਮ ਹੋਇਆ ਹੋਵੇ ਪਹਿਲਾਂ ਤਾਂ ਕਿਸੇ ਨੇ ਸਲਾਹ ਕੀਤੀ ਹੋਊਗੀ ਨਾ, ਅਚਾਨਕ ਤੇ ਹੋਊਗਾ ਨਹੀਂ ਵੀ ਆਪਾਂ ਉੱਥੇ ਹੀ ਕੰਮ ਕਰਨਾ। ਉਸ ਤੋਂ ਪਹਿਲਾਂ ਕੋਈ ਅਗਲਾ ਬੰਦਾ ਕਹੂ ਵੀ 1 ਮਿੰਟ ਰੁਕਿਓ, ਆਪਾਂ ਫੋਨ ਕਰ ਲਈਏ, ਫਲਾਣੇ ਬੰਦੇ ਆਪਣੇ ਸੰਪਰਕ 'ਚ ਨੇ ਜੀ, ਉਹ ਆਪਾਂ ਨੂੰ ਕੀ ਕਹਿੰਦੇ ਵੀ ਇੱਦਾਂ ਆਪਾਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਹੁਣ SGPC ਵਾਲੇ ਪਾਸੋਂ ਤਾਂ ਇਹੀ ਆ ਰਿਹਾ ਕਿ ਜਾਂ ਤਾਂ ਇਹ ਸ਼ਰਾਰਤ ਆ ਜਾਂ ਫਿਰ ਅਣਜਾਣਪੁਣੇ 'ਚ ਹੋਇਆ ਕੰਮ, ਕੁਝ ਕਿਸੇ ਵੀ ਤਰੀਕੇ ਹੋਇਆ, ਜੋ ਵੀ ਹੋਇਆ। ਫਿਰ ਉਹ ਜੇ ਸ਼ਰਾਰਤ ਹੁੰਦੀ ਤਾਂ ਵੀ ਬਚ ਜਾਣੀ ਸੀ, ਕਿਉਂਕਿ ਜੇ ਸੰਪਰਕ ਹੁੰਦਾ। ਜੇ ਹੁਣ ਅਣਜਾਣਪੁਣੇ 'ਚ ਹੋਇਆ ਤੇ ਪਹਿਲਾਂ ਉਹਨਾਂ ਨੂੰ ਅਗਾਹ ਕੀਤਾ ਹੋਣਾ ਸੀ ਵੀ ਆਹ ਕੰਮ ਆਪਾਂ ਨਹੀਂ ਕਰ ਸਕਦੇ, ਅੱਗੇ ਤੋਂ ਨਾ ਹੁੰਦਾ। ਬਾਕੀ ਚਲੋ ਇਹ ਜੋ ਜਿਵੇਂ ਹੋ ਗਿਆ ਇਹਨੂੰ ਸਿਆਣਪ ਨਾਲ ਨਜਿੱਠ ਲਿਆ ਜਾਵੇ ਤੇ ਚੰਗੀ ਗੱਲ ਹੈ, ਕਿਉਂਕਿ ਕੜੱਤਣ ਵਧਾਉਣ ਵਾਲੇ ਤੇ ਕਈ ਕੁਛ ਵਧਾਈ ਜਾਂਦੇ। ਇੱਕ ਮੈਂ ਭਾਈ ਸਾਹਿਬ ਦੀ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਯਾਰ ਜਦੋਂ ਇਹ ਕੋਈ ਮੁਸਲਮਾਨ ਆਣ ਕੇ ਉੱਥੇ ਨਮਾਜ਼ ਪੜ੍ਹਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਉਦੋਂ ਮਰਿਆਦਾ ਨਹੀਂ ਇਹ ਹੁੰਦੀ। ਜੇ ਸਾਡੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਕੋਈ ਸਮਾਗਮ ਹੋ ਗਿਆ ਤੇ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ। ਹੁਣ ਉਹ ਭਾਈ ਸਾਹਿਬ ਕੌਣ ਨੇ ਕੌਣ ਨਹੀਂ, ਮੈਂ ਜਦ ਸੁਣਿਆ ਹੀ
ਪਰ ਮੈਂ ਅੰਦਾਜ਼ਾ ਲਾਉਂਦਾ ਸੀ ਵੀ ਹੁਣ ਡਿਬੇਟ ਹੀ ਬਣਾਉਣੀ, ਜਦੋਂ ਮਰਜ਼ੀ ਬਣਾ ਲਓ ਫਿਰ। ਨਹੀਂ, ਰਲ ਕੇ ਸੰਧਾਲੀਆ ਸਾਹਿਬ ਰਹਿਣਾ ਚਾਹੀਦਾ। ਬੜਾ ਸਮਾਂ ਬੜਾ ਔਖਾ ਆ, ਕੁਦਰਤ ਦੇ ਪੱਖ ਤੋਂ ਵੀ, ਆਂਢ ਗੁਆਂਢ ਦੇ ਪੱਖ ਤੋਂ ਵੀ। ਇਸ ਕਰਕੇ ਰਲ ਕੇ ਰਹਿਣ ਦੇ ਵਿੱਚ ਹੀ ਭਲਾਈ ਆ ਸਾਡੀ ਸਾਰਿਆਂ ਦੀ ਨਾ। ਆਪਾਂ ਉਨਾ ਕੀ ਕੰਮ ਕਰੀਏ ਜਿੰਨਾ ਕੁ ਅਗਲਾ ਸਹਿੰਦਾ, ਅਸੀਂ ਵੀ ਉਨਾ ਕੰਮ ਕਰੀਏ ਜਿੰਨਾ ਮੂਰਲੇ ਪਾਸੇ ਵਾਲਾ ਸਹਿੰਦਾ। ਇਹਨਾਂ ਚੀਜ਼ਾਂ ਦੇ ਵਿੱਚੋਂ ਰੱਖਿਆ ਕੁਛ ਨਹੀਂ ਹੈ। ਇਹਨਾਂ ਡਿਬੇਟਸ ਦੇ ਵਿੱਚੋਂ ਮਾਮਲਾ ਸੂਝ ਨਾਲ ਸੁਲਝਾ ਲਈਏ ਚੰਗਾ। ਤੁਸੀਂ ਸੁਖਬੀਰ ਸਿੰਘ ਬਾਦਲ ਸਾਹਿਬ ਵਾਲੇ ਪਾਸੇ ਆਉਣਾ ਚਾਹੁੰਦੇ ਸੀ। ਅਰੇ ਉਹਨਾਂ ਦੇ ਤਾਂ ਸੰਮਣ ਦੀ ਗੱਲ ਚੱਲਦੀ ਸੀ ਨਾ। ਦੇਖੋ ਕਾਰਨ ਇਹ ਆ ਵੀ ਜਦੋਂ ਸੰਮਣ ਦੀ ਗੱਲ ਹੋਈ ਜੀ, ਉਹ ਕਹਿੰਦੇ ਜੀ 30 ਤਰੀਕ ਨੂੰ ਸੱਦ ਲਿਆ ਗਿਆ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਹੁਣ ਜਾਂਚ ਪੜਤਾਲ ਦੇ ਵਿੱਚ ਸ਼ਾਮਲ ਕੀਤਾ ਗਿਆ, ਕੁਛ ਪਤਾ ਨਹੀਂ ਕੀ ਨਿਕਲ ਆਵੇ। ਉਹ ਬੜੇ ਈਜ਼ੀ ਮੂਡ ਸੀਗੇ। ਉਹ ਕਹਿੰਦੇ ਵੀ ਸੰਮਣ ਬੜਾ ਸਧਾਰਨ ਆ, ਇਹਦੇ 'ਚ ਕਿਹੜੀ ਗੱਲ ਆ। ਕਹਿੰਦੇ ਵੀ ਉੱਥੇ ਕਿਤੇ ਮੈਨੂੰ ਇਕੱਲੇ ਨੂੰ ਥੋੜ੍ਹਾ ਜਿਹਾ 1000 ਬੰਦੇ ਨੂੰ ਸੰਮਣ ਆਇਆ ਹੁਣ, ਵੀ ਇੱਕ ਪੁੱਛਗਿੱਛ ਹੁੰਦੀ ਆ ਵੀ ਕੋਈ ਇੱਕ ਘਟਨਾ ਵਾਪਰੀ ਆ, ਉਸ ਘਟਨਾ ਬਾਰੇ ਕਿਹਨੂੰ ਕੀ ਪਤਾ ਜੀ, ਕਿਹਦੇ ਕੋਲੇ ਕੀ ਜਾਣਕਾਰੀ ਹੈ। ਉਹ ਆਪਣੇ ਤੌਰ ਦੇ ਉੱਪਰ ਉਹ ਜਾਣਕਾਰੀ ਲੈਣਾ ਚਾਹੁੰਦੇ, ਉਹਨਾਂ ਨੇ ਮੈਨੂੰ ਸੱਦਿਆ ਤਾਂ ਠੀਕ ਹੈ ਮੈਂ ਜਾਊਂਗਾ, ਉਹਦੇ 'ਚ ਕਿਹੜੀ ਗੱਲਾਂ 'ਚੋਂ ਗੱਲ ਹੈ। ਨਹੀਂ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪੱਤਰਕਾਰ ਜਲੰਧਰ ਆਏ ਸੀ, ਉਹ ਹਰ ਜਗ੍ਹਾ ਸਵਾਲ ਕਰਦੇ ਆ। ਪਹਿਲੀ ਗੱਲ ਉਹ ਕਹਿੰਦੇ ਜੀ ਜਦੋਂ ਕਿਤੇ ਘਟਨਾ ਘਟਦੀ ਆ ਅੱਧੇ ਪਿੰਡ ਤੋਂ ਪੁਲਿਸ ਪੁੱਛਗਿੱਛ ਕਰਦੀ ਹੁੰਦੀ ਹੈ। ਉਹ ਕਹਿੰਦੇ ਦੋਸ਼ੀ ਨਹੀਂ ਹੁੰਦਾ, ਉਹ ਤਾਂ ਜਾਣਕਾਰੀ ਲੈਣੀ ਹੁੰਦੀ ਹੈ। ਉਹਨਾਂ ਨੇ ਹੋਰ ਕਿਹੜੇ ਤਰੀਕੇ ਜਾਣਕਾਰੀ ਲੈਣ, ਇੱਦਾਂ ਹੀ ਕਹਿੰਦੇ ਇਸ ਕੇਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਲੈਣ ਨੂੰ ਸੱਦਿਆ, ਜਾਵਾਂਗੇ ਜਾਣਕਾਰੀ ਦੇ ਦਿਆਂਗੇ, ਗੱਲ ਹੀ ਕੋਈ ਨਹੀਂ ਕਹਿੰਦੇ। ਪਰ ਤੁਸੀਂ ਇਹ ਨਾ ਬਣਾਓ ਕਿ ਭਾਈ ਉਹਦੇ ਵਿੱਚ ਜੇ ਸੰਮਨ ਕਿਸੇ ਨੂੰ ਕੱਢ ਦਿੱਤੇ ਗਏ ਆ ਤੇ ਪਤਾ ਨਹੀਂ ਖਰੇ ਦੋਸ਼ੀ ਕਰਾ, ਇੱਦਾਂ ਦੀ ਗੱਲ ਕੋਈ ਨਹੀਂ। ਤੇ ਦੂਸਰਾ ਨਾਲ ਹੀ ਉਹ ਕਹਿੰਦੇ ਕਿ ਦੇਖੋ ਹੁਣ ਤੱਕ ਦੀ ਪੰਜਾਬ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਆਈ ਹੈ, ਜਿਨ੍ਹਾਂ ਨੇ 500 ਕਰੋੜ ਤੱਕ ਸਾਈਜ਼ ਦੇ ਵਿੱਚੋਂ ਹੀ ਕਹਿੰਦੇ ਜੀ ਖਾਣ ਦਾ ਬਹਾਨਾ ਬਣਾ ਲਿਆ। ਇਸ ਕਰਕੇ ਉਹ ਕਹਿੰਦੇ ਜੀ ਆਹ ਹਿਸਾਬ ਕਿਤਾਬ ਤੁਸੀਂ ਆਪਣਾ ਕਰੋ, ਮੈਨੂੰ ਤਾਂ ਜੇ ਕੋਈ ਸੱਦੂਗਾ ਤਾਂ ਮੈਂ ਤਾਂ ਜਾ ਕੇ ਦੱਸ ਕੇ ਮੁੜ ਆਊਂਗਾ, ਤੁਸੀਂ ਬਚਾ ਆਪਣਾ ਕਿੱਦਾਂ ਕਰਨਾ ਉਹਦਾ ਹਿਸਾਬ ਦਿਓ। ਕੁਲਦੀਪ ਸਿੰਘ ਧਾਲੀਵਾਲ ਸਾਹਿਬ ਨੂੰ ਪੁੱਛ ਲਿਆ ਮੰਤਰੀ ਸਾਹਿਬ ਨੇ, ਧਾਲੀਵਾਲ ਸਾਹਿਬ ਉਹ ਕਹਿੰਦੇ ਕਿਹੜੇ ਬਾਦਲ ਸਾਹਿਬ ਕਹਿੰਦੇ ਆ। ਉਹ ਕਹਿੰਦੇ ਅੱਛਾ ਉਹ ਬਾਦਲ ਸਾਹਿਬ ਜਿਨ੍ਹਾਂ ਦੇ ਹੋਟਲ ਨੇ, ਉਹ ਬਾਦਲ ਸਾਹਿਬ ਜਿਨ੍ਹਾਂ ਦੀ ਟਰਾਂਸਪੋਰਟ ਹੈ। ਜਾਣੀ ਕਿ ਹੁਣ ਮਿਹਣੇ ਕੰਮ ਚੱਲ ਪਿਆ ਸਿਆਸੀ ਤੌਰ ਦੇ ਉੱਤੇ। ਆਪਾਂ ਤਾਂ ਉਦਣ ਵੀ ਕਿਹਾ ਸੀ ਕਿ ਜਿਹਨੂੰ ਵੀ ਜਿਹਦੇ ਖਿਲਾਫ ਕੋਈ ਸਬੂਤ ਹੈਗਾ ਸਿੱਧਾ ਅਦਾਲਤ ਚਲੇ ਜਾਓ, ਸਬੂਤ ਉੱਥੇ ਰੱਖ ਦਿਓ, ਜੱਜ ਸਾਹਿਬ ਨੇ ਫੈਸਲਾ ਕਰਕੇ ਦੋਸ਼ੀ ਬੰਦਾ ਅੰਦਰ ਦੇ ਦੇਣਾ ਹੈ। ਨਹੀਂ ਉਹ ਜ਼ਿਆਦਾ ਵਧੀਆ, ਕਿਉਂਕਿ ਦੇਖੋ ਜੇ ਤਾਂ ਬਹਿਸ 'ਚ ਪੈ ਰਹਿਣਾ ਤੇ ਉਹ ਬਹਿਸ ਦੇ ਵਿੱਚ ਪਿਆ ਨੂੰ ਆਲਰੇਡੀ 7 ਸਾਲ ਹੋ ਗਏ ਜੀ, ਤੇ ਜੇ ਅੱਗੇ ਵੀ ਆਪਾਂ 7 ਸਾਲ ਲੰਘਾਉਣੇ ਫਿਰ ਜੀ ਸਦਕੇ ਲੰਘਾ ਲਓ। ਅੱਛਾ, ਦੂਜੀ ਗੱਲ ਇਹ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਕਲੀਨਿਕ ਖੁੱਲ੍ਹੇ ਸੀ ਉਦੋਂ ਵਾਹਵਾ ਇਸ ਚੀਜ਼ ਦੇ ਲਈ ਆਮ ਆਦਮੀ ਪਾਰਟੀ ਨੇ ਬੜਾ ਪ੍ਰਚਾਰਿਆ ਸੀ ਵੀ ਆਹ ਲਓ ਜੀ ਜਿਹੜੀ ਗਰੰਟੀ ਸੀ ਕਹੀ ਸੀ ਵੀ ਪੂਰੀ ਕਰੀ ਜਾਂਦੇ ਆ। ਉਦੋਂ ਬਾਅਦ ਉਹ ਕਹਿੰਦੇ ਸੀ ਵੀ ਲਗਾਤਾਰ ਖੁੱਲ੍ਹੀ ਜਾਣੇ ਆ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਵੀ ਇਹ ਤਾਂ ਹੁਣ ਅਸੀਂ ਤਾਂ 75 ਰੱਖੇ ਨੇ ਕਿਉਂਕਿ 75ਵਾਂ ਆਜ਼ਾਦੀ ਦਿਹਾੜਾ ਸੀਗਾ। ਇਹ ਤਾਂ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਵੀ ਰੋਜ਼ 2, 4, 5, 10 ਖੁੱਲ੍ਹਿਆ ਕਰਨਗੇ, ਬਾਅਦ 'ਚ ਖੁੱਲ੍ਹਣ ਵੀ ਲੱਗ ਪਏ। ਚੇਤਨ ਸਿੰਘ ਜੌੜੇ ਮਾਜਰਾ ਸਾਹਿਬ ਕਿਉਂਕਿ ਸਿਹਤ ਮੰਤਰੀ ਨੇ, ਉਹਨਾਂ ਨੂੰ ਪੁੱਛ ਲਿਆ, ਉਹ ਕਹਿੰਦੇ ਮਹਾਰਾਜ ਉਹ ਤਾਂ ਤੁਸੀਂ ਖੋਲ੍ਹੀ ਜਾ ਰਹੇ ਹੋ ਆਮ ਆਦਮੀ ਕਲੀਨਿਕ, ਤੇ ਇਹ ਸੁਣਨ 'ਚ ਆ ਰਿਹਾ ਵੀ ਸ਼ਾਇਦ ਡਾਕਟਰ ਅਸਤੀਫਾ ਦੇਈ ਜਾ ਰਹੇ, ਵੀ ਇੱਦਾਂ ਕਿਉਂ, ਵੀ ਜੇ ਮੰਨ ਲਓ ਉੱਥੇ ਤੁਹਾਡੇ ਡਾਕਟਰ ਹੀ ਨਾ ਹੋਣਗੇ ਫਿਰ ਕਰਾਂਗੇ ਕੀ। ਉਹ ਕਹਿੰਦੇ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਵੀ ਪਿਛਲੇ ਦਿਨੀ ਇੱਕ ਮਾਮਲਾ ਕਹਿੰਦੇ ਸਾਹਮਣੇ ਆਇਆ ਸੀ, ਉਹ ਡਾਕਟਰ ਸਾਹਿਬ ਨੇ ਅਸਤੀਫਾ ਦਿੱਤਾ। ਉਹ ਬਾਅਦ 'ਚ ਕਹਿੰਦੇ ਪਤਾ ਕੀਤਾ ਉਹ ਡਾਕਟਰ ਸਾਹਿਬ ਦਾ ਅੱਗੇ ਪੜ੍ਹਾਈ ਲਈ ਦਾਖਲਾ ਲੈਣਾ ਸੀ ਉਹਨਾਂ ਨੇ। ਅੱਛਾ, ਵੀ ਉਹਨਾਂ ਨੂੰ ਦਾਖਲਾ ਪਹਿਲਾਂ ਮਿਲਦਾ ਨਹੀਂ ਸੀ, ਜਦੋਂ ਉਹਨਾਂ ਨੂੰ ਕਲੀਅਰ ਹੋ ਗਿਆ ਵੀ ਮੈਨੂੰ ਦਾਖਲਾ ਮਿਲ ਗਿਆ ਤੇ ਉਹਨਾਂ ਨੇ ਸਾਨੂੰ ਆਪ ਕਿਹਾ ਵੀ ਹੁਣ ਮੈਂ ਅੱਗੇ ਪੜ੍ਹਨਾ ਚਾਹੁੰਦਾ, ਵੀ ਮੈਂ MD ਕਰਨੀ ਆ ਤੇ ਮੈਨੂੰ ਤੁਸੀਂ ਛੁੱਟੀ ਦੇ ਦਿਓ। ਉਹ ਕਹਿੰਦੇ ਵੀ ਜੇ ਕੋਈ ਡਾਕਟਰ ਮਹਾਰਾਜ ਆਖੇ ਵੀ ਮੈਂ ਇੰਨੀ ਲਿਆਕਤ ਦਾ ਮਾਲਕ ਹਾਂ, ਮੈਂ ਅੱਗੇ ਹੋਰ ਪੜ੍ਹਾਈ ਕਰਨੀ ਚਾਹੁੰਦਾ ਤਾਂ ਅਸੀਂ ਇਹਨੂੰ ਰੋਕ ਲਈਏ, ਦੱਸੋ। ਕਹਿੰਦੇ ਇਹ ਤਾਂ ਚੰਗੀ ਗੱਲ ਆ ਸਗੋਂ। ਨਹੀਂ ਦੇਖੋ ਜੇ ਤਾਂ ਕੋਈ ਡਾਕਟਰ ਇੱਦਾਂ ਜਾਂਦਾ, ਇਹ ਪਿਛਲੇ ਦਿਨੀ ਵੀ ਚੰਨੀ ਸਾਹਿਬ ਦੇ ਪਰਿਵਾਰ ਦੇ ਮੈਂਬਰ ਨੇ ਬੀਬੀ ਜੀ ਹੋਰੀ ਕਹਿੰਦੇ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹ ਕਹਿੰਦੇ ਮੈਂ ਤਾਂ ਬੜੇ ਕੀਤਾ ਹੀ ਪਹਿਲਾਂ ਦਾ। ਜਾਣੀ ਗੱਲ ਨੂੰ ਕਿਤੇ ਦਾ ਕਿਤੇ ਵਧਾ ਕੇ ਪੇਸ਼ ਕਰਤਾ ਜਾਂਦਾ। ਹਾਂ ਹੋ ਸਕਦਾ ਬਹੁਤ ਕਮੀਆਂ ਹੋਣ, ਹੋ ਸਕਦਾ ਕਿ ਜਿਹੜੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨੇ ਉਹਦੇ ਵਿੱਚ ਔਕੜਾਂ ਹੋਣ, ਮੁਸ਼ਕਲਾਂ ਹੋਣ, ਡਾਕਟਰਸ ਨੂੰ ਆਉਣ, ਬਾਕੀ ਅਮਲੇ ਫੈਲੇ ਨੂੰ ਆਉਣ। ਪਰ ਪੰਜਾਬ ਦਾ ਭਲਾ ਕੱਚ ਉਹਨਾਂ ਨੂੰ ਫੇਲ ਸਿੱਧ ਕਰਕੇ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਦੂਰ ਕਰਕੇ ਉਹਨਾਂ ਨੂੰ ਚਲਾ ਕੇ, ਜਾਣੀ ਕਿ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਸਾਨੂੰ ਡਾਕਟਰ ਨੇੜੇ ਮਿਲੇ, ਟੈਸਟ ਦਵਾਈ ਸਭ ਕੁਝ ਇੱਥੇ ਨੇੜੇ ਮਿਲੇ, ਸਾਡਾ ਤਾਂ ਸਰਦਾ। ਕਲੀਨਿਕ ਖੋਲ੍ਹ ਦਿੱਤੇ, ਸਰਕਾਰ 4.5 ਸਾਲ ਅਗਲਿਆਂ ਦੀ ਉਹਨਾਂ ਦੀ ਹੈ। ਹੁਣ ਤਾਂ ਭਾਈ ਠੀਕ ਹੈ, ਥੋੜ੍ਹਾ ਜਿਹਾ ਸੁਝਾਅ ਦੇ ਦਿਆ ਕਰੋ ਕਿ ਭਾਈ ਡਾਕਟਰ ਇਸ ਕਰਕੇ ਜਾ ਰਿਹਾ, ਆਹ ਕਮੀ ਲੱਗਦੀ ਹੈ, ਇੰਨੇ ਕੁ ਉਹਨਾਂ ਦੇ ਪੈਸੇ ਵਧਾ ਦਿਓ ਜਾਂ ਉਹਨਾਂ ਦੀ ਟਾਈਮਿੰਗ ਚੇਂਜ ਕਰ ਦਿਓ, ਕੁਛ ਵੀ ਜੋ ਵੀ ਸੰਭਵ ਹੈ। ਜੇ ਆਪਣੇ ਸਾਰੀ ਗੱਲ ਇਸੇ ਗੱਲ ਦੇ ਉੱਤੇ ਆ ਕਿ ਨਹੀਂ ਭਾਈ ਫੇਲ ਫਿਰ ਪਾਸ ਤੁਸੀਂ ਕਰ ਦਿੰਦੇ ਯਾਰ, ਤੁਹਾਡੀਆਂ ਵੀ ਤਾਂ ਸਰਕਾਰਾਂ ਰਹੀਆਂ। ਜੇ ਹੁਣ ਨਹੀਂ ਕਰ ਸਕੇ ਤੁਸੀਂ ਉਹਨਾਂ ਨੂੰ ਸੁਝਾਅ ਦੇ ਕੇ ਪੰਜਾਬ ਦੇ ਲੋਕਾਂ ਨੂੰ ਦੁੱਖ ਦਰਦ ਦੇ ਵਿੱਚੋਂ ਬਾਹਰ ਕੱਢੋ, ਗੱਲ ਫਿਰ ਬਣਦੀ ਹੈ। ਮੈਂ ਇੱਕ ਇੱਥੇ ਗੱਲ ਹੋਰ ਕਰਦੇ ਹਾਂ, ਵਿਜ਼ਨ ਪੰਜਾਬ ਨਾਂ ਦਾ ਇੱਕ ਮਿਸ਼ਨ ਚੱਲਦਾ ਹੈ। ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਵੀ ਉਹ ਉਦਯੋਗਪਤੀਆਂ ਨੂੰ ਸੱਦਦੇ ਹੁੰਦੇ ਸੀ ਕਿ ਉਦਯੋਗਪਤੀ ਆਓ ਪੰਜਾਬ ਦੇ ਵਿੱਚ ਆਣ ਕੇ ਇਨਵੈਸਟ ਕਰੋ। MOU ਸਾਈਨ ਹੁੰਦੇ ਸੀ, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਕਿ ਭਾਈ ਅਸੀਂ 11,000 ਕਰੋੜ ਦਾ ਜਾਂ ਇੰਨੇ ਦਾ ਇੱਥੇ ਇਨਵੈਸਟ ਕਰਾਂਗੇ। ਉਹਦੇ ਵਿੱਚੋਂ ਕੁਝ ਬੰਦੇ ਆ ਕੇ ਇੰਡਸਟਰੀ ਲਾ ਲੈਂਦੇ ਸੀ, ਕੁਝ ਨਹੀਂ ਸੀ ਲਾਉਂਦੇ। ਫਿਰ ਕੈਪਟਨ ਸਾਹਿਬ ਸੱਦਣ ਲੱਗ ਪਏ। ਮਨਪ੍ਰੀਤ ਸਿੰਘ ਬਾਦਲ ਸਾਹਿਬ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਾ ਕੇ ਖੁਦ ਬੇਨਤੀਆਂ ਕਰਕੇ ਆਏ ਸੀ। ਉਹਦੇ ਇੰਡਸਟਰੀ ਬਹੁਤੀ ਲੱਗੀ ਦਿਸੀ ਨਹੀਂ।
ਹਾਂ ਕੋਸ਼ਿਸ਼ ਕੀਤੀ ਹੋਊਗੀ, ਅਸੀਂ ਕੋਸ਼ਿਸ਼ ਲਈ ਧੰਨਵਾਦ ਕਰਦੇ ਹਾਂ ਸਾਰਿਆਂ ਦਾ। ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ, ਉਹਨਾਂ ਨੇ ਵੀ ਕੋਸ਼ਿਸ਼ ਸ਼ੁਰੂ, ਟਾਟਾ ਵਾਲਿਆਂ ਨੇ ਮੇਰੇ ਖਿਆਲ ਉਹਨੇ ਪਿਛਲੇ ਦਿਨੀ ਕੀਤਾ 2600 ਕਰੋੜ ਦਾ 2600 ਕਰੋੜ ਦਾ ਸਟੀਲ ਪਲਾਂਟ ਕਿ ਅਸੀਂ ਇੱਥੇ ਲਾ ਦਾਂਗੇ, ਵਧੀਆ ਲੱਗੇ, ਵਾਤਾਵਰਣ ਨੂੰ ਨੁਕਸਾਨ ਨਾ ਪਹੁੰਚੇ। ਹੁਣ ਭਗਵੰਤ ਮਾਨ ਹੋਰੀ ਇੱਕ ਹੋਰ ਪ੍ਰੋਗਰਾਮ ਸੀ, ਉੱਥੇ ਜਾ ਕੇ ਉਹ ਕਹਿੰਦੇ ਕਿ ਅਸੀਂ ਸਿੰਗਲ ਵਿੰਡੋ ਸਿਸਟਮ ਕਰ ਦਿੱਤਾ, ਘਰੇ ਬੈਠੇ ਪ੍ਰਿੰਟ ਕੱਢ ਲਓ, ਕਹਿੰਦੇ ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ, ਤੁਸੀਂ ਇੰਡਸਟਰੀ ਲਾਓ ਨਿਯਮਾਂ ਦੇ ਮੁਤਾਬਕ। ਫਿਰ ਉਹ ਕਹਿੰਦੇ ਕਿ ਅਸੀਂ ਰੇਲਵੇ ਦੀ ਇੱਕ ਸਕੀਮ ਦਾ ਪਤਾ ਕੀਤਾ ਹੈ ਕਿ ਉਹ 3% ਵਿਆਜ ਦੇ ਉੱਤੇ ਲੋਨ ਦਿੰਦੇ ਆ, ਤੇ 350 ਕਰੋੜ ਦੀ ਇੱਕ ਰੇਲ ਗੱਡੀ, ਮਾਲ ਗੱਡੀ ਜੇ ਚ ਢੋਆ ਢੁਆਈ ਹੁੰਦੀ ਹੈ, ਉਹ ਕਹਿੰਦੇ ਜੀ 350 ਕਰੋੜ ਦੀ ਮਿਲਦੀ ਆ। ਕਹਿੰਦੇ ਅਸੀਂ ਉਦਯੋਗਪਤੀਆਂ ਨੂੰ ਬੇਨਤੀ ਕਰਤੀ ਆ ਕਿ ਤੁਸੀਂ ਸਾਡੇ ਨਾਲ ਹੋਵੋ, ਆਪਾਂ ਇੱਕ ਪਲਾਨ ਬਣਾਉਂਦੇ ਆ, 3 ਮਾਲ ਗੱਡੀਆਂ ਖਰੀਦ ਲੈਂਦੇ ਆ, ਯਾਨੀ ਕਿ 350 1050 ਹੋ ਗਿਆ, 1050 ਕਰੋੜ ਰੁਪਈਆ ਆਪਾਂ ਖਰਚਦੇ ਆ, ਆਪਾਂ 3 ਆਪਣੀਆਂ ਪੰਜਾਬ ਦੀਆਂ ਮਾਲ ਗੱਡੀਆਂ ਖਰੀਦ ਲਈਆਂ। ਸਕੀਮ ਹੈਗੀ ਹੈ ਕਹਿੰਦੇ ਕੇਂਦਰ ਕੋ, ਤੇ ਪੰਜਾਬ ਐਸਾ ਪਹਿਲਾ ਸੂਬਾ ਹੋਊਗਾ ਜਿਹਦੇ ਕੋਲੇ ਆਪਣੀਆਂ ਮਾਲ ਗੱਡੀਆਂ ਹੋਣਗੀਆਂ। ਉਹ ਕਹਿੰਦੇ ਪੰਜਾਬ 'ਚ ਟਰੈਕਟਰ ਬਣਦੇ ਆ, ਆਪਾਂ ਇੱਥੋਂ ਰੇਲ ਗੱਡੀਆਂ ਦੇ ਵਿੱਚ ਟਰੈਕਟਰ ਲੱਦਿਆ ਕਰਾਂਗੇ, ਉਹ ਜਾ ਕੇ ਛੱਡ ਦਿਆ ਕਰਾਂਗੇ ਕਾਂਡਲਾ ਬੰਦਰਗਾਹ ਤੇ ਜਾਂ ਦੇਸ਼ ਦੇ ਜਿਹੜੇ ਮਰਜ਼ੀ ਹਿੱਸੇ ਜਿੱਥੇ ਚਾਹੀਦੇ ਆ। ਉਸ ਕਾਂਡਲਾ ਬੰਦਰਗਾਹ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਮਾਨ ਆਉਂਦਾ, ਜੇ ਪੰਜਾਬ ਨੂੰ ਜਿਹੜਾ ਚਾਹੀਦਾ ਉਸੇ ਮਾਲ ਗੱਡੀ ਦੇ ਉੱਤੇ ਲੱਦ ਲਿਆ ਕਰਾਂਗੇ। ਕਦੇ ਕੋਲੇ ਦੀ ਘਾਟ ਹੋਊਗੀ, ਰੇਲ ਗੱਡੀਆਂ ਨਹੀਂ ਕਹਿੰਦੇ ਮਿਲਦੀਆਂ ਹੁੰਦੀਆਂ ਮਾਲ ਗੱਡੀਆਂ, ਆਪਾਂ ਕੋਲ ਰੇਲ ਗੱਡੀ ਹੋਊਗੀ, ਆਪਾਂ ਜਾ ਕੇ ਕੋਲਾ ਲੱਦ ਲਿਆ ਕਰਾਂਗੇ, ਘਾਟ ਹੋਊਗੀ ਨਹੀਂ, ਬਿਜਲੀ ਵੀ ਪੂਰੀ, ਉਦਯੋਗਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ। ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਦੇਖੋ ਸਾਡੀ ਸਰਕਾਰ ਨੇ ਇੱਕ ਸਮਝ ਪੈਦਾ ਕਰ ਲਈ ਕਿ ਅਸੀਂ ਸਮੁੰਦਰ ਨਹੀਂ ਪੰਜਾਬ 'ਚ ਲਿਆ ਸਕਦੇ ਕਿ ਬੰਦਰਗਾਹ ਸਾਡੇ ਨਾਲ ਲੱਗ ਜਾਵੇ ਜਿੱਥੋਂ ਇਹ ਸਮਾਨ ਭੇਜੀਏ, ਪਰ ਕਹਿੰਦੇ ਸਮੁੰਦਰ ਤੱਕ ਤਾਂ ਆਪਾਂ ਸਮਾਨ ਪੰਜਾਬ ਦਾ ਬਣਿਆ ਪਹੁੰਚਾ ਸਕਦੇ ਹਾਂ ਨਾ। ਹੁਣ ਇਹ ਆਮ ਹੀ ਸੀ ਕਿ 2-2 ਮਹੀਨੇ ਰੇਲ ਗੱਡੀਆਂ ਦੀਆਂ ਬੋਗੀਆਂ ਨਹੀਂ ਬੁੱਕ ਹੁੰਦੀਆਂ। ਹੁਣ ਮੈਨੂੰ ਨਹੀਂ ਪਤਾ ਕਿ ਇਹ ਸਕੀਮ ਕਾਰਗਰ ਸਾਬਤ ਹੋਏਗੀ ਕਿ ਨਹੀਂ ਹੋਏਗੀ, ਉਦਯੋਗਪਤੀ ਇਸ ਸਕੀਮ ਨੂੰ ਕਿਵੇਂ ਦਾ ਹੁੰਗਾਰਾ ਦਿੰਦੇ ਆ, ਪਰ ਜੇ ਕੋਈ ਇਦਾਂ ਦਾ ਪਲਾਨ ਹੈਗਾ ਉੱਦਾਂ ਸਾਨੂੰ ਧੱਕੇ ਖਾਣੇ ਪੈਂਦੇ ਆ। ਉਹ ਕਹਿੰਦੇ ਹੈ ਨਹੀਂ ਰੇਲ ਗੱਡੀਆਂ ਸਾਡੀਆਂ 3 ਆਪਣੀਆਂ ਖੜੀਆਂ ਹੋਣਗੀਆਂ, ਸਮਾਨ ਭੇਜੋ, ਸਮਾਨ ਲਿਆਓ, ਹੋਰ ਕੀ ਚਾਹੀਦਾ। ਇਹ ਗੱਲ ਹੈਗੀ ਆ। ਦੇਖੋ ਪਿਛਲੇ ਦਿਨੀ ਇਹ ਬੜਾ ਰੌਲਾ ਪਿਆ ਸੀ ਵੀ ਭਾਰਤ ਜਿਹੜਾ ਹੈ ਉਹ ਰੇਲਵੇ ਨੂੰ ਪ੍ਰਾਈਵੇਟ ਕਰ ਰਿਹਾ, ਐਂਡ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਪ੍ਰਾਈਵੇਟ ਹੋ ਵੀ ਗਈਆਂ। ਉਹਨਾਂ ਗੱਡੀਆਂ ਦਾ ਚਿਹਰਾ ਮੋਹਰਾ, ਉਹਨਾਂ ਗੱਡੀਆਂ ਦੇ ਵਿੱਚ ਸਹੂਲਤਾਂ ਚੇਂਜ ਹੋ ਗਈਆਂ, ਕਿਰਾਏ ਭਾੜੇ ਦਾ ਫਰਕ ਪੈ ਗਿਆ। ਲੋਕਾਂ ਨੂੰ ਠੀਕ ਸੀਗਾ ਵੀ ਯਾਰ ਜੇ ਮੈਨੂੰ ਉੱਥੇ ਸਹੂਲਤ ਮਿਲਦੀ ਆ, ਸੀਟ ਚੰਗੀ ਆ, ਮੈਨੂੰ ਸਾਰੀ ਫੈਸਿਲਿਟੀ ਮਿਲਦੀ ਆ ਤੇ ਮੈਂ ਉਹਦੇ 'ਚ ਸਫ਼ਰ ਕਰ ਲੈਣਾ, ਠੀਕ ਆ, ਉਹ ਮੈਨੂੰ ਕੀ ਫਰਕ ਪੈਂਦਾ ਵੀ ਉਹ ਸਰਕਾਰ ਚਲਾਉਂਦੀ ਜਾਂ ਕੋਈ ਪ੍ਰਾਈਵੇਟ ਅਦਾਰਾ ਚਲਾਉਂਦਾ। ਹੁਣ ਜੇ ਮੰਨ ਲਓ ਪ੍ਰਾਈਵੇਟ ਅਦਾਰਾ ਖਰੀਦ ਸਕਦਾ, ਉਹ ਤੇ ਯਾਰ ਫਿਰ ਵੀ ਇੱਕ ਅੱਧਾ ਘਰਾਣਾ, ਇੱਕ ਪਾਸੇ ਇੱਕ ਸਰਕਾਰ ਆ ਪੂਰੇ ਸਟੇਟ ਦੀ, ਉਹ ਮਾਲ ਗੱਡੀਆਂ ਛੱਡ ਕੇ ਮੈਂ ਨਾ ਜੇ ਹੋਰ ਵੀ ਕੁਝ ਲੱਭਦਾ ਤੇ ਉਹ ਵੀ ਖਰੀਦ ਲਓ। ਸਕਦੇ ਗੱਲ ਤੇ ਉਨੀ ਹੈ ਨਾ ਵੀ ਜੇ ਮੰਨ ਲਓ ਆਪਾਂ ਪਿੰਡਾਂ ਦੇ ਹਿਸਾਬ ਨਾਲ ਉਦਾਹਰਨ ਲਈਏ, ਵੀ ਬਾਪੂ ਕਹਿੰਦਾ ਵੀ ਪੁੱਤ ਆਪਾਂ ਜ਼ਮੀਨ ਠੇਕੇ ਤੇ ਲੈ ਲਈਏ, ਵੀ ਟਰੈਕਟਰ ਲੈ ਲਈਏ, ਔਖੇ ਸੌਖੇ ਹੋ ਗਏ ਕਿਸੇ ਤਰ੍ਹਾਂ ਵੀ ਵਾਹਿਆ ਕਰਾਂਗੇ। ਹੁਣ ਜੇ ਉਹ ਆਪਾਂ ਨੂੰ ਉਹ ਪਤਾ ਲੱਗਦਾ ਵੀ ਯਾਰ ਜ਼ਮੀਨ ਠੇਕੇ ਤੇ ਲੈ ਲਈ, ਟਰੈਕਟਰ ਕਿਸ਼ਤਾਂ ਤੇ ਲੈ ਲਿਆ, ਹੌਲੀ ਹੌਲੀ ਮਿਹਨਤ ਕੀਤੀ, ਘਰ ਤੁਰ ਪਿਆ, ਉਹੋ ਹੀ ਇੱਥੇ ਉਦਾਹਰਨ ਵੱਜਦੀ ਹੈ। ਹੁਣ ਮੈਨੂੰ ਨਹੀਂ ਪਤਾ ਵੀ ਇਹ ਪ੍ਰੈਕਟੀਕਲੀ ਕਿੰਨਾ ਕੁ ਕਾਮਯਾਬ ਹੋਊਗਾ, ਪਰ ਜੇ ਇਹੋ ਜਿਹੀ ਗੱਲ ਬਣ ਜੀ ਆ ਵੀ ਪੰਜਾਬ ਕੋਲੇ ਆਪਣੀਆਂ ਰੇਲ ਗੱਡੀਆਂ, ਇਹ ਤਾਂ ਹੈ ਨਹੀਂਗਾ ਵੀ ਇੱਥੇ ਗੱਲਾਂ ਨੇ ਆਪਣਾ ਹੀ ਸਮਾਨ ਢੋਣਾ, ਬਾਅਦ 'ਚ ਕੀ ਪਤਾ ਆਂਢੀ ਗੁਆਂਢੀ ਵੀ ਕਹਿਣ ਵੀ ਯਾਰ ਸਾਡਾ ਵੀ ਲੈ ਆਇਓ, ਕੋਈ ਨਹੀਂ ਲੈ ਜਾਵਾਂਗੇ, ਕਿਰਾਇਆ ਇੰਨਾ ਲੱਗਣਾ ਹੀ, ਉਹ ਵੀ ਤੇ ਇੱਕ ਆਮਦਨ ਦਾ ਸਾਧਨ ਹੀ ਆ। ਆਮਦਨ ਦਾ ਸਾਧਨ ਹੀ ਹੋਣਾ ਚਾਹੀਦਾ ਜੋ ਵੀ ਸੰਭਵ ਹੋਵੇ। ਤੇ ਅਸੀਂ ਵਿਰੋਧੀ ਪਾਰਟੀਆਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਜਿੱਥੇ ਸਰਕਾਰ ਟੇਢੀ ਚੱਲਦੀ ਹੈ ਛਿੱਲ ਦਿਓ, ਜਿੱਥੇ ਲੱਗਦਾ ਕਿ ਆਹ ਚੀਜ਼ ਦਰੁਸਤ ਹੋ ਸਕਦੀ ਉੱਥੇ ਸਲਾਹ ਦੇ ਦਿਓ, ਜਿੱਥੇ ਲੱਗਦਾ ਠੀਕ ਕੀਤਾ ਉੱਥੇ ਪਿੱਠ ਥਾਪੜ ਦਿਓ। ਹਾਂ ਨਹੀਂ ਵਧੀਆ, ਮੈਨੂੰ ਇਹ ਲੱਗਾ ਹੈ ਵੀ ਸ਼ਾਇਦ ਰੇਲ ਗੱਡੀ ਦੇ ਲੋਹੇ ਵਾਲੇ ਟਾਇਰ 'ਚ ਪੇਚਕਸ ਮਾਰ ਦੇਗਾ, ਮਤਲਬ ਇਦਾਂ ਨਹੀਂ ਹੋ ਸਕਦਾ। ਚਲੋ ਸਾਡੇ ਹੁਣ ਜਾਣ ਦਾ ਵੇਲਾ ਹੋ ਗਿਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇੱਕ ਲਾਈਕ ਵਾਲਾ ਬਟਨ ਦੱਬ ਦੇਣਾ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।